ਰਫਤਾਰ ਜੀ ਇਹਨਾਂ ਨੇ ਬਹੁਤ ਕੁਝ ਕਵਰ ਕਰ ਦਿੱਤਾ। ਜਿੱਥੇ ਕੋਵਿਡ-19 ਨੂੰ ਲੈ ਕੇ ਲੋਕੀ ਪਰੇਸ਼ਾਨ ਨੇ, ਪਹਿਲਾਂ ਹੀ ਬਿਜ਼ਨਸ ਇੰਨੇ ਲੋ ਚਲੇ ਗਏ ਆ, ਬਹੁਤ ਸਾਰੇ ਬਿਜ਼ਨਸ ਅਫੈਕਟ ਹੋਏ ਆ, ਬਹੁਤ ਸਾਰੇ ਬਿਜ਼ਨਸ ਬੰਦ ਵੀ ਹੋ ਰਹੇ ਹੈਗੇ ਆ। ਤੇ ਦੂਜੇ ਪਾਸੇ ਘਰਾਂ ਦੇ ਬੇਸਮੈਂਟਾਂ ਦੇ ਕਿਰਾਏ ਨੂੰ ਲੈ ਕੇ ਵੀ ਬੜੇ ਲੋਕੀ ਬੜਾ ਚਿਰ ਇਸ ਗੱਲ ਤੇ ਬਹਿਸ ਹੁੰਦੀ ਰਹੀ ਆ। ਬਹੁਤ ਸਾਰੇ ਮੀਡੀਆ ਨੇ ਇਸ ਗੱਲ ਨੂੰ ਪਹਿਲਾਂ ਚੱਕਿਆ ਵੀ ਆ ਕਿ ਰੈਂਟ ਆਲ ਆ ਸਡਨ ਇੰਨੇ ਕਿਵੇਂ ਵੱਧ ਗਏ। ਇਹ ਕੋਈ ਓਲੇ ਵਾਲੀ ਗੱਲ ਨਹੀਂ ਕਿ ਜਿਹੜੇ ਬੇਸਮੈਂਟ ਅਨਲੀਗਲ ਨੇ ਉਹਨਾਂ ਨੂੰ ਸਾਰਾ ਕੁਝ ਹੀ ਪਤਾ। ਜਿਹੜੇ ਡਰਾਈਵਰ 4 ਗੱਡੀਆਂ ਦਾ ਡਰਾਈਵਰ, ਲੋਕਾਂ ਨੇ 8-8 ਗੱਡੀਆਂ ਦਾ ਡਰਾਈਵਰ ਬਣਾਇਆ ਹੋਇਆ, ਕਿਤੇ ਇੱਕ ਬੇਸਮੈਂਟ ਤੇ 4-4 ਬੇਸਮੈਂਟ, ਪਤਾ ਉਹਨਾਂ ਨੂੰ ਸਾਰਾ ਕੁਝ ਹੀ ਆ। ਪਰ ਸਰੀ ਦੇ ਵਿੱਚ ਇਹ ਚੱਲ ਰਿਹਾ ਕੰਮ। ਜੇ ਹੁਣ ਲਾ ਲਓ ਘਰ ਪਾਸ ਕਰਾਉਣ, ਹੁਣ ਨਵੇਂ ਘਰ ਬਣਦੇ ਆ ਕਈ, ਉਹ ਡਰਾਈਵੇ ਪਾ ਕੇ ਨਾਲ ਥੋੜਾ ਜਿਹਾ ਘਾਹ ਲਾ ਕੇ ਉਹਨੂੰ ਉਦਾਂ ਹੀ ਕੱਚਾ ਛੱਡ ਲੈਂਦੇ ਆ। ਜਿੱਦਣੇ ਫਾਈਨਲ ਹੋ ਗਿਆ ਚੱਕ ਦੋ ਘਾਹ, ਪਾ ਦਿਓ ਇੱਥੇ ਵੀ ਟਾਈਲਾਂ, ਬਾਹਰਲੇ ਪਾਸੇ ਡਰਾਈਵੇ ਬਣਾ ਦਿਓ, ਇਹਦਾ ਕੋਈ ਨਹੀਂ ਪੁੱਛਦਾ। ਇਹ ਤਾਂ ਅੱਜ ਤੋਂ ਨਹੀਂ, ਇਹ 15 ਸਾਲਾਂ ਤੋਂ ਚੱਲਿਆ ਆ ਰਿਹਾ ਵਾ। ਇਹ ਕੋਈ ਨਵਾਂ ਨਹੀਂ ਹੈਗਾ, ਇਹ ਬਹੁਤ ਪੁਰਾਣਾ ਚੱਲਿਆ ਆ ਰਿਹਾ। ਬਾਕੀ ਉਹਨਾਂ ਨੇ ਗੱਲ ਕੀਤੀ ਸੀਗੀ ਵੀ ਜਿਹੜੇ ਇੰਡੀਆ ਤੋਂ ਆਉਂਦੇ ਆ ਘਰੇ ਬਿਜ਼ਨਸ ਚਲਾਉਂਦੇ ਆ, ਉਹਨਾਂ ਨੇ ਬਿਲਕੁਲ ਸਹੀ ਗੱਲ ਕੀਤੀ, ਕਿਉਂਕਿ ਜਿਨ੍ਹਾਂ ਦਾ ਬਿਜ਼ਨਸ ਹੁੰਦਾ ਉਹਨਾਂ ਨੂੰ ਦੁੱਖ ਉਹਨਾਂ ਨੂੰ ਜ਼ਰੂਰ ਲੱਗਦਾ ਵਾ। ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਤੇ ਨਿੱਘੀ ਜੀ ਆਇਆਂ ਨੂੰ ਤੁਹਾਨੂੰ ਸਾਡੀ ਗੱਲਾਂ ਖਰੀਆਂ ਲਾਈਵ ਟਾਕ ਸ਼ੋਅ ਵਿੱਚ। ਤੇ ਮੇਰਾ ਸਾਥ ਦੇਣਗੇ ਜੀ ਮੇਰੇ ਨਾਲ ਸਾਂਝਾ ਟੀਵੀ ਦੇਖ ਰਹੇ ਸਾਰੇ ਪਰਿਵਾਰਾਂ ਨੂੰ ਰਫਤਾਰ ਸਿੰਘ ਗਿੱਲ ਵੱਲੋਂ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਤੁਹਾਡਾ? ਬਹੁਤ ਵਧੀਆ ਜੀ, ਬਹੁਤ ਵਧੀਆ। ਠੀਕ ਹੈ ਜੀ। ਸੋ ਰਫਤਾਰ ਜੀ ਕਿਵੇਂ ਰਿਹਾ ਤੁਹਾਡਾ ਵੀਕਐਂਡ? ਬਹੁਤ ਵਧੀਆ ਰਿਹਾ ਜੀ। ਇਹ ਤੋਂ ਪਹਿਲਾਂ ਕਿ ਮੈਂ ਛਿੜਾਂ, ਤੁਸੀਂ ਮਾੜਾ ਜਿਹਾ ਛੇੜਾ, ਤੁਸੀਂ ਮਖਿਆਲ ਹੋ ਵੀ ਛੇੜਾ। ਮੈਂ ਕਿਹਾ ਜੇ ਮੈਂ ਇੱਕ ਵਾਰੀ ਛਿੜ ਪਿਆ ਨਾ ਫਿਰ ਛੇਤੀ ਚੁੱਪ ਨਹੀਂ ਹੁੰਦਾ। ਬਿਲਕੁਲ ਜੀ। ਸਾਰਿਆਂ ਤੋਂ ਪਹਿਲਾਂ ਤੇ ਮੈਂ ਥੈਂਕ ਯੂ ਕਰਨਾ ਚਾਹੁੰਦੀ ਹਾਂ ਸਾਡੇ ਸਾਰੇ ਹੀ ਸਪਾਂਸਰਸ ਦਾ, ਜਿਹੜੇ ਹਮੇਸ਼ਾ ਹੀ ਸਾਡਾ ਸਾਥ ਦਿੰਦੇ ਨੇ ਤਾਂ ਕਿ ਅਸੀਂ ਲਾਈਵ ਟਾਕ ਸ਼ੋਅ ਲੈ ਕੇ ਤੁਹਾਡੇ ਰੂਬਰੂ ਹੋ ਸਕੀਏ। ਸੋ ਜਿਨ੍ਹਾਂ ਦੇ ਵਿੱਚ ਸਾਡੇ ਨਾਲ ਕਰੀ ਲਾਉਂਜ ਵਾਈਟ ਰੌਕ ਦੇ ਵਿੱਚ ਬਹੁਤ ਹੀ ਵਧੀਆ ਰੈਸਟੋਰੈਂਟ ਆ, ਤੇ ਵਾਕਈ ਹੁਣ ਲਾਕਡਾਊਨ ਦੇ ਕਰਕੇ ਹੁਣ ਤਾਂ ਸਾਰਾ ਕੁਝ ਖੁੱਲ੍ਹ ਵੀ ਗਿਆ, ਸੋ ਜ਼ਰੂਰ ਜਾਇਓ, ਬੜਾ ਵਧੀਆ ਇਹਨਾਂ ਦਾ ਫੂਡ ਆ। ਗ੍ਰੇਟ ਬਲਾਈਂਡਸ ਔਰ ਇਸ ਦੇ ਨਾਲ ਹੀਰੋ ਆਟਾ ਮਿਲਸ ਟੀਮ ਵਾਲਿਆਂ ਦਾ, ਅੰਮ੍ਰਿਤ ਰੇਡੀਓ, J&J ਫਰੇਮਿੰਗ ਐਂਡ J&J ਫਰੈਸ਼ ਲੁੱਕ ਹੋਮਸ ਦੇ ਜਰਨੈਲ ਸਿੰਘ ਮਾਨ, ਤੇ ਇਸ ਦੇ ਨਾਲ ਸਰੀ ਹੋਂਡਾ। ਤੇ ਬਿਲਕੁਲ ਜੀ ਹੁਣ ਬਹੁਤ ਚਿਰ ਹੋਇਆ ਸ਼ਾਪਿੰਗ ਨਹੀਂ ਕੀਤੀ ਸਾਰਿਆਂ ਨੇ, ਸੋ ਸਮਾਂ ਆ ਜੀ ਹੁਣ। ਬਿਲਕੁਲ ਹੁਣ ਤਾਂ ਆਇਆ ਵੀ ਮਾਲ ਖੁੱਲ ਜਾਣਗੇ ਨਾ, ਵੜ ਜੀਏ ਛਾਲ ਮਾਰ ਕੇ। ਬਹੁਤ ਅੱਕੇ ਵੈਸੇ ਜੀ, ਮਨ ਅੱਕੇ ਜਾਂ ਨਹੀਂ ਪਿਆ? ਕਿੰਨਾ ਮੇਰਾ ਨਹੀਂ ਅੱਕਿਆ, ਮੈਂ ਤਾਂ ਬਹੁਤ ਖਿਜਿਆ ਪਿਆ। ਬੱਚਤ ਕਿੰਨੀ ਹੋਈ ਆ, ਕਿੰਨਾ ਅਸੀਂ ਆਪਣੇ ਆਪ ਨੂੰ ਬਚਾ ਕੇ ਘਰਾਂ 'ਚ ਰੱਖਿਆ। ਸੋ ਇਸ ਦੇ ਨਾਲ ਮੈਂ ਇਨਫੋਰਮੇਸ਼ਨ ਦੇਣਾ ਚਾਹੁੰਦੀ ਹਾਂ ਜੀ, ਖਾਲਸਾ ਲਾਇਬ੍ਰੇਰੀ, BNB ਟਰਸਟ, FYI ਮੀਡੀਆ, ਸਾਂਝਾ ਟੀਵੀ ਜਿਹੜੀ ਗਰੋਸਰੀ ਦੀ ਸੇਵਾ ਕਰ ਰਹੇ ਨੇ, ਤੇ ਇਸੇ ਤਰ੍ਹਾਂ ਹੀ ਨਿਰੰਤਰ ਗਰੋਸਰੀ ਦੀ ਸੇਵਾ ਕੀਤੀ ਜਾ ਰਹੀ ਆ। ਗਰੋਸਰੀ ਦੇ ਵਿੱਚ ਸਾਡੇ ਕੋਲ ਅਵੇਲੇਬਲ ਆ ਜੀ ਆਟਾ, ਦਾਲਾਂ, ਖੰਡ, ਤੇ ਇਹੀ ਜ਼ਰੂਰਤ ਦੀਆਂ ਚੀਜ਼ਾਂ ਸਾਡੇ ਕੋਲ ਅਵੇਲੇਬਲ ਆ। ਸੋ ਤੁਹਾਨੂੰ ਇਹ ਚੀਜ਼ਾਂ 'ਚੋਂ ਕੋਈ ਵੀ ਚੀਜ਼ ਚਾਹੀਦੀ ਹੋਵੇ ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਖਾਲਸਾ ਲਾਇਬ੍ਰੇਰੀ 'ਚ ਆ ਕੇ ਲੈ ਕੇ ਜਾ ਸਕਦੇ ਹੋ, ਜਾਂ ਤੁਸੀਂ ਫੋਨ ਕਰ ਸਕਦੇ ਹੋ। ਬਜ਼ੁਰਗ ਨੇ ਜਾਂ ਸਿੰਗਲ ਮਦਰਸ ਆ ਜਾਂ ਸਟੂਡੈਂਟ ਆ, ਜੇ ਤੁਹਾਨੂੰ ਆਉਣ ਦੇ ਵਿੱਚ ਕੋਈ ਪ੍ਰੋਬਲਮ ਆ ਤੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ। ਸਾਡੇ ਰਫਤਾਰ ਜੀ ਤੁਹਾਡੇ ਡੋਰ ਤੱਕ ਗਰੋਸਰੀ ਤੁਹਾਡੇ ਲਈ ਛੱਡ ਕੇ ਜਾਣਗੇ। ਇਸ ਦੇ ਨਾਲ ਮੈਂ ਦੱਸਣਾ ਚਾਹੁੰਦੀ ਹਾਂ ਕਿ ਮਾਸਕ ਜਿਹੜੇ ਬਣਾਏ ਜਾ ਰਹੇ ਸੀ, ਭੈਣਾਂ ਵੱਲੋਂ ਸੇਵਾ ਕੀਤੀ ਜਾ ਰਹੀ ਸੀ, ਜਿਸ ਦੇ ਵਿੱਚ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਗਲੈਮਰ ਲੇਡੀਜ਼ ਬੁਟੀਕ ਤੋਂ ਰੂਪਾ ਜੀ ਹੋਣਾ ਦਾ, ਤੇ ਰੂਪਾ ਜੀ ਦੇ ਸਾਰੇ ਹੀ ਸਟਾਫ ਦਾ, ਬੀਜੀ, ਉਹਨਾਂ ਦੀਆਂ ਬੇਟੀਆਂ ਔਰ ਸੁਸ਼ਮਾ ਜੀ, ਹੋਰ ਵੀ ਜਿੰਨੀਆਂ ਭੈਣਾਂ, ਕੁਲਵੰਤ, ਸਤਵੰਤ, ਮੈਨੂੰ ਸਾਰਿਆਂ ਦੇ ਨਾਮ ਨਹੀਂ ਯਾਦ, ਪਰ ਸਾਰੀਆਂ ਭੈਣਾਂ ਦਾ ਦਿਲੋਂ ਧੰਨਵਾਦ। ਮਨਜੀਤ ਕੌਰ ਜੀ ਜਿਹੜੇ ਘਰ ਤੋਂ ਮਾਸਕ ਬਣਾਉਂਦੇ ਸੀ, ਦਲਜੀਤ ਬੈਂਸ ਜੀ, ਇਸ ਦੇ ਨਾਲ ਇੰਦਰ ਧਾਲੀਵਾਲ ਔਰ ਹਰਜਿੰਦਰ, ਇਸ ਦੇ ਨਾਲ ਹੋਰ ਵੀ ਜਿੰਨੀਆਂ ਭੈਣਾਂ ਜਿਨ੍ਹਾਂ ਨੇ ਸੇਵਾ ਕੀਤੀ, ਸਾਰਿਆਂ ਦਾ ਦਿਲੋਂ ਧੰਨਵਾਦ। ਸੋ ਮਾਸਕ ਹੁਣ ਸਟੋਰ ਖੁੱਲ੍ਹ ਚੁੱਕੇ ਆ ਤੇ ਸਟੋਰਾਂ 'ਚ ਵੀ ਅਵੇਲੇਬਲ ਨੇਗੇ ਮਾਸਕ, ਉੱਥੋਂ ਵੀ ਤੁਹਾਨੂੰ ਮਿਲ ਸਕਦੇ ਆ, ਕਿਉਂਕਿ ਹੁਣ ਸਾਨੂੰ ਵੀ ਸਾਰੇ ਆਪੋ ਆਪਣੇ ਕੰਮਾਂ ਮੁੜ ਕੇ ਖੁੱਲ੍ਹ ਗਏ ਨੇ। ਸਾਰੀਆਂ ਭੈਣਾਂ ਆਪੋ ਆਪਣੇ ਜ਼ਿੰਦਗੀ ਦੇ ਕੰਮਾਂ 'ਚ ਵਿਅਸਤ ਹੋ ਗਈਆਂ ਨੇ, ਪਰ ਫਿਰ ਵੀ ਜੇ ਤੁਹਾਨੂੰ ਮਾਸਕ ਚਾਹੀਦੇ ਨੇ ਤੇ ਤੁਸੀਂ ਗਲੈਮਰ ਲੇਡੀਜ਼ ਬੁਟੀਕ ਦੇ ਰੂਪਾ ਜੀ ਨੂੰ ਪਾਇਲ ਬਿਜ਼ਨਸ ਸੈਂਟਰ 'ਚ ਕੰਟੈਕਟ ਕਰ ਸਕਦੇ ਹੋ, ਮੈਨੂੰ ਫੋਨ ਕਰ ਸਕਦੇ ਹੋ, ਮੈਂ ਤੁਹਾਨੂੰ ਉਹਨਾਂ ਦਾ ਪਤਾ ਦੇ ਸਕਦੀ ਹਾਂ, ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਉਹ ਤੁਹਾਡੇ ਆਰਡਰ 'ਤੇ ਤੁਹਾਨੂੰ ਤਿਆਰ ਕਰਕੇ ਦੇਣਗੇ ਬਹੁਤ ਥੋੜ੍ਹੀਆਂ ਕੀਮਤਾਂ 'ਤੇ, ਕਿਉਂਕਿ ਉਹਨਾਂ ਦਾ ਬਿਜ਼ਨਸ ਆ, ਸੋਇੰਗ ਦਾ ਬੁਟੀਕ ਆ। ਸੋ ਉਹਨਾਂ ਨੇ ਪੂਰੇ 2 ਮਹੀਨੇ ਲਗਾਤਾਰ ਸੇਵਾ ਕੀਤੀ ਨਿਸ਼ਕਾਮ, ਬਿਨਾਂ ਕਿਸੇ ਪੈਸੇ ਤੋਂ, ਔਰ ਸਾਰੀ ਕਮਿਊਨਿਟੀ ਵੱਲੋਂ ਉਹਨਾਂ ਦਾ ਧੰਨਵਾਦ ਦਿਲੋਂ ਕਿ ਉਹਨਾਂ ਨੇ ਐਡੀ ਵੱਡੀ ਸੇਵਾ ਕੀਤੀ। ਤੇ ਹੁਣ ਤੁਸੀਂ ਕੋਈ ਵੀ ਤੁਹਾਨੂੰ ਮਾਸਕ ਚਾਹੀਦਾ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਹਸਪੀਟਲ ਦੇ ਸਟਾਫ ਨੂੰ ਗਾਊਨ ਚਾਹੀਦੇ ਆ, ਉਹ ਵੀ ਬਹੁਤ ਥੋੜ੍ਹੀਆਂ ਕੀਮਤਾਂ ਸਿਲਾਈ ਦੀਆਂ ਲੈ ਰਹੇ ਨੇ, ਘੱਟ ਕੀਮਤ 'ਤੇ ਤਿਆਰ ਕਰਕੇ ਦੇ ਰਹੇ ਨੇ, ਸੋ ਤੁਸੀਂ ਉਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ। ਸੋ ਰਫਤਾਰ ਜੀ ਹੁਣ ਤੁਸੀਂ ਬੋਲੋ ਜੀ। ਨਹੀਂ, ਪਹਿਲਾਂ ਤਾਂ ਮੈਨੂੰ ਇੱਕ ਗੱਲ ਦੱਸੋ ਵੀ ਇੰਨੀ ਸਪੀਡ ਵੀ ਕੋਈ ਗੱਲ ਵਿੱਚ ਇੱਕ ਗੱਲ 'ਚ ਰੁਕਣਾ ਵੀ ਨਹੀਂ, ਵੀ ਇਹ ਕਿੱਦਾਂ? ਇਹਦੇ ਬਾਰੇ ਥੋੜ੍ਹਾ ਚਾਨਣਾ ਜ਼ਰੂਰ ਪਾਓ। ਸਾਰੇ ਪੁੱਛਣ ਵਾਲੇ ਨੇ, ਕਈ ਵਾਰੀ ਮੈਨੂੰ ਪੁੱਛ ਦਿੰਦੇ ਚੋਰੀ ਬਹੁਤ ਜਾਣੇ ਪੁੱਛਦੇ ਆ ਵੀ ਕਿਤੇ ਵੀ ਪੌਜ਼ ਨਹੀਂ, ਕਿਤੇ ਵੀ ਕੋਈ ਰੁਕਾਵਟ ਕੇ ਲਈ ਖੇਦ ਨਹੀਂ,
ਕਿਤੇ ਵੀ ਕੋਈ ਮਾਫੀ ਚਾਹੁੰਦੇ ਆ ਵੀ ਕੋਈ ਸ਼ਬਦ ਇੱਧਰ ਉੱਧਰ ਨਹੀਂ ਹੋਇਆ, ਸੋ ਉਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ ਵੀ ਤੁਸੀਂ ਕਿੱਥੋਂ ਸਟੱਡੀ ਕੀਤੀ ਹੈ ਤੇ ਤੁਹਾਡੇ ਪਿਛੋਕੜ ਬਾਰੇ ਥੋੜਾ ਜਿਹਾ ਦੱਸੋ। ਮੇਰੀ ਇੰਟਰਵਿਊ ਲੈਣ ਦਾ ਸਮਾਂ ਨਹੀਂ, ਕਿਸੇ ਦਿਨ ਤੁਹਾਡੀਆਂ ਦਿਲ ਦੇ ਗੁਬਗਲਾਟ ਨਿਕਲਣਗੇ, ਕਿਸੇ ਦਿਨ ਅਸੀਂ ਓਪਨ ਟਾਕ ਸ਼ੋ ਰੱਖਾਂਗੇ ਜਿਹਦੇ ਵਿੱਚ ਤੁਸੀਂ ਮੈਨੂੰ ਸਵਾਲ ਜਵਾਬ ਪੁੱਛ ਸਕਦੇ ਆ, ਹੋ, ਕਿਸੇ ਦਿਨ ਕਰਨੇ ਆ ਨਾ ਕਰ ਸਵਾਲ ਜਵਾਬ, ਸਕਦੇ ਮੇਰੇ ਆ ਦਿਲ ਦੇ ਵਿੱਚ ਹੈਗਾ ਉਹ ਬਹੁਤ। ਇਹਦੇ ਲਈ ਨਾ ਇੱਕ ਸਾਧਨਾ ਹੁੰਦੀ ਹੈ, ਜਦੋਂ ਤੁਸੀਂ ਕੰਮ ਨੂੰ ਆਪਣੇ ਨੂੰ ਨਾ ਇੱਕ ਪੈਸ਼ਨ ਦੇ ਨਾਲ ਕਰਦੇ ਆ, ਇੱਕ ਦਿਲੋਂ ਕਰਦੇ ਆ ਕਿ ਤੁਹਾਡਾ ਦਿਲ ਕਰਦਾ ਇਸ ਕੰਮ ਦੇ ਨਾਲ। ਤੇ ਕਈ ਵਾਰੀ ਕਈ ਲੋਕ ਬੱਜੇ ਜੇ ਆ ਕੇ ਮੰਗਲਵਾਰ ਨੂੰ ਬਹਿ ਵੀ ਜਾਂਦੇ ਆ, ਐਵੇਂ ਹੀ ਕਹਿਣਾ ਮੈਂ ਆ ਗਿਆ, ਮੇਰਾ ਹੀ ਸ਼ੋਅ ਆ। ਮੈਂ ਤਾਂ ਉਹੀ ਗੱਲ ਕਹਿਣਾ ਵੀ ਮੇਰੇ ਵਰਗਾ ਜਿਹੜਾ ਵਿਚਾਰਾ ਕਿਤੇ ਨਹਾਉਣ ਲੱਗਿਆ ਵੀ ਕੋਈ ਗੀਤ ਨਹੀਂ ਸੀ ਗਾਉਂਦਾ, ਡਰਦਾ ਸੀਗਾ ਵੀ ਕਿਤੇ ਬਾਹਰ ਕੋਈ ਸੁਣਨ ਨਾ ਲਵੇ, ਜੁੱਤੀਆਂ ਪੈਣਗੀਆਂ, ਉਹ ਅੱਜ ਆ ਕੇ ਟੀਵੀ ਤੇ ਬੋਲਣ ਲੱਗ ਗਿਆ। ਸੋ ਤੁਹਾਡੀ ਬਦੌਲਤ। ਨਹੀਂ ਜੀ, ਤੁਸੀਂ ਤਾਂ ਗੂੰਗਿਆਂ ਨੂੰ ਬੋਲਣਾ। ਕਹਿੰਦਾ ਮੈਂ ਤਾਂ ਉਹਨਾਂ ਨੂੰ ਵੀ ਉੱਠ ਕੇ ਖੜੇ ਕਰਤਾ ਜਿਨ੍ਹਾਂ ਦੇ ਲੱਤਾਂ ਹੀ ਹੈ ਨਹੀਂ ਸੀ ਸੰਗੇ ਦੇ ਕਹਿਣ ਨੂੰ। ਸੋ ਬਹੁਤ ਖੁਸ਼ੀ ਹੋਈ ਆ ਜੀ। ਪਹਿਲਾਂ ਤਾਂ ਸਾਨੂੰ ਵੱਡੀ ਤਾਂ ਖੁਸ਼ੀ ਹੋਈ ਆ ਵੀ ਸਟੋਰ ਜਿਹੜੇ ਆ ਖੁੱਲ ਗਿਆ, ਤੇ ਕਿੰਨੇ ਘਰਾਂ ਦੇ ਵਿੱਚ ਚੱਕੇ ਬੈਠੇ ਸੀਗੇ, ਬੱਚੇ ਸਾਰੇ ਘਰਾਂ ਦੇ ਵਿੱਚ ਚੱਕੇ ਬੈਠੇ ਸੀਗੇ, ਤੇ ਹੁਣ ਸ਼ਾਪਿੰਗ ਥੋੜੀ ਜੀ ਕੱਪੜੇ ਗਰਮੀਆਂ ਦੇ ਵੀ ਲੈਣੇ ਆ। ਤੁਸੀਂ ਵੀ ਸ਼ਾਪਿੰਗ ਕੀਤੀ ਲੱਗਦੀ ਹੈ। ਨਹੀਂ ਜੀ, ਇਹ ਤਾਂ ਪੁਰਾਣੀ ਹਾਲੇ, ਇਹ ਤਾਂ ਪੁਰਾਣੀ ਇੰਡੀਆ ਵਾਲੇ ਹਾਲੇ ਤਾਂ ਕੱਪੜੇ ਇਹ। ਤੇ ਹੁਣ ਸਟੋਰ ਖੁੱਲ ਗਏ, ਹੁਣ ਸਟੋਰ ਦੇ ਵਿੱਚ ਬਹੁਤ ਸਾਰੀਆਂ ਬੀਬੀਆਂ ਦੇ ਸੂਟ ਕਲੋਜ਼ਟਾਂ 'ਚ ਪਏ ਹੋਣੇ ਆ, ਵਿਚਾਰੇ ਅੱਕ ਗਏ ਹੋਣੇ, ਉਹ ਪਾਉਣ ਦਾ ਮੌਕਾ ਮਿਲਣ ਲੱਗਾ। ਨਗਰ ਕੀਰਤਨ ਹੋਣੇ ਸੀਗੇ, ਦੋਨੋਂ ਨਗਰ ਕੀਰਤਨ ਨਹੀਂ ਹੋਏ, ਤੇ ਪੀਐਨਈ ਨਹੀਂ ਹੋ ਰਹੀ, ਪੀਐਨਈ ਨਹੀਂ ਇਸ ਵਾਰ ਹਨਾ। ਅੱਛਾ ਜੀ, ਠੀਕ ਹੈ। ਪਲੇਲੈਂਡ ਨਹੀਂ, ਪੀਐਨਈ ਨਹੀਂ, ਉਹਦੇ ਕਰਕੇ ਜਿਹੜੇ ਸੂਟ ਸੀ ਉਹ ਪਏ ਹੀ ਰਹਿ ਗਏ। ਕਈਆਂ ਤਾਂ ਅਸੀਂ ਤਾਂ ਪਾ ਕੇ ਆ ਜੀਦਾ ਨਵਾਂ ਤੁਹਾਡੇ ਤਾਂ ਪਾ ਕੇ, ਪਰ ਕਈ ਐ ਪਾ ਕੇ ਐਨ ਰੈਡੀ ਹੋ ਕੇ ਸ਼ੀਸ਼ੇ ਮੂਹਰੇ ਦੇਖ ਦੁੱਖ ਕੇ ਗਾਏ ਗਵਾਂਢੀਓ ਦੇਖੋ ਸੂਟ ਪਾਏ, ਬਸ ਇਹ ਜਿਹਾ ਕੋ ਕਰਕੇ ਵਿਚਾਰੇ ਅੰਦਰ ਹੀ ਲਾ ਲੈਂਦੀਆਂ, ਜਾਂ ਘਰਦਿਆਂ ਨੂੰ ਆ ਕੇ ਨਵੇਂ ਹਨਾ ਪਾ ਕੇ ਦਿਖਾਉਂਦੇ। ਵੈਸੇ ਥੈਂਕ ਯੂ ਟੂ ਰੂਪਾ ਜੀ ਜਿਨ੍ਹਾਂ ਨੇ ਲੋਕਡਾਊਨ ਚੱਲਦਿਆਂ ਮੈਨੂੰ ਇੰਨਾ ਸੋਹਣਾ ਸੂਟ ਤਿਆਰ ਕਰਕੇ ਦਿੱਤਾ, ਤੇ ਥੈਂਕ ਯੂ ਟੂ ਸਾਗਰ ਬੁਟੀਕ ਟੀਨਾ ਜੀ। ਇਹ ਤਾਂ ਮੈਨੂੰ ਪਤਾ, ਇਹ ਗੱਲ ਤਾਂ ਮੈਨੂੰ ਪਤਾ, ਤਾਂ ਮੈਂ ਹਮੇਸ਼ਾ ਤੁਹਾਨੂੰ ਕਹਿਣਾ ਹੁੰਦਾ ਤੁਸੀਂ ਜਾ ਕੇ, ਤੁਹਾਨੂੰ ਇੱਕ ਤਰੀਕਾ ਬਹੁਤ ਵਧੀਆ, ਤੁਸੀਂ ਜਾ ਕੇ ਸਟੋਰ ਕਾਲਰ ਜੁੜ ਚੁੱਕੇ ਆ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੁਹਾਡੀ ਆਵਾਜ਼ ਨਹੀਂ ਜੀ ਸਾਨੂੰ ਕਲੀਅਰ ਸੁਣ ਰਹੀ ਹੈ। ਬੋਲੋ ਜੀ, ਆਵਾਜ਼ ਹੀ ਦਵੀ ਜੀ ਆ ਰਹੀ ਹੈ ਜੀ। ਠੀਕ ਹੈ ਜੀ। ਮੈਂ ਤਾਂ ਇੱਦਾਂ ਕਹਿਣਾ ਚਾਹੁੰਦਾ ਸੀਗਾ ਕਿ ਦੇਖੋ ਪੰਜਾਬ 'ਚ 1900 ਦੇ ਉੱਪਰ ਹੋ ਗਏ ਸੀ ਜੀ COVID-19 ਦੇ ਪੇਸ਼ੈਂਟ, ਹਨਾ ਜੀ। ਤੇ ਇੱਕ ਵਕਤ ਸਰਕਾਰ ਦੇ ਰਹੀ ਹੈ ਬਿਆਨ ਇੰਨੇ 1500 ਦੇ ਉੱਪਰ ਠੀਕ ਵੀ ਹੋਊਗੀ ਜੀ। ਮੈਂ ਜਾਣਨਾ ਚਾਹੁੰਦਾ ਕਿ ਇੱਦਾਂ ਕਿੱਦਾਂ ਹੋ ਸਕਦਾ ਫਿਰ? ਮਤਲਬ ਸਰਕਾਰ ਨੂੰ ਪਿੱਛੋਂ ਕੋਈ ਇੱਕ ਪੇਸ਼ੈਂਟ ਦਾ 5.5 ਲੱਖ ਮਿਲ ਰਹੇ ਨਹੀਂ ਲੱਗ ਰਿਹਾ ਜੀ। ਜੀ ਥੈਂਕ ਯੂ ਜੀ ਤੁਹਾਡਾ। ਤੇ ਬਿਲਕੁਲ ਰਫਤਾਰ, ਜਿਹੜਾ ਅੱਜ ਦਾ ਸਾਡਾ ਟੌਪਿਕ ਆ, ਤੇ ਕੀ ਲਾਕਡਾਊਨ ਜਿਹੜਾ ਖੁੱਲ ਗਿਆ ਆ, ਤੇ ਲਾਕਡਾਊਨ ਦੇ ਵਿੱਚ ਕੰਡੀਸ਼ਨਸ ਬਹੁਤ ਸਟੋਰਾਂ ਨੂੰ, ਜਿਹੜੇ ਸਮਾਲ ਬਿਜ਼ਨਸ ਆ, ਪਾਰਲਰ ਆ, ਬਿਊਟੀ ਸਲੂਨਸ ਆ, ਜਾਂ ਹੋਰ ਜਿਹੜੇ ਬਿਜ਼ਨਸ ਆ, ਉਹਨਾਂ ਨੂੰ ਬਹੁਤ ਸਾਰੀਆਂ ਰਿਆਇਤਾਂ ਵੀ ਦਿੱਤੀਆਂ ਗਈਆਂ, ਤੇ ਬਹੁਤ ਸਾਰੀਆਂ ਕੰਡੀਸ਼ਨਸ ਵੀ ਆ। ਪਰ ਲਾਕਡਾਊਨ ਦੇ ਚੱਲਦੇ ਆ ਬਹੁਤ ਸਾਰੇ ਇਹੋ ਜਿਹੇ ਬਿਜ਼ਨਸ ਸੀ ਜਿਨ੍ਹਾਂ ਨੇ ਕੰਮ ਕਰਨਾ ਬੰਦ ਨਹੀਂ ਕੀਤਾ ਸੀ। ਸੋ ਸਾਡੇ ਕਾਲਰ ਨੇ ਜੀ, ਇਹਨਾਂ ਦੇ ਨਾਲ ਗੱਲ ਕਰਦੇ ਹਾਂ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਤੁਸੀਂ ਇਹ ਟੌਪਿਕ ਰੱਖਿਆ ਆ ਕਿ ਅੱਜ ਹੁਣ ਸਟੋਰ ਖੁੱਲ ਰਹੇ ਆ ਜੀ, ਰਾਈਟ। ਪਹਿਲਾਂ ਮੈਨੂੰ ਇਹ ਦੱਸੋ ਕਿ ਸਟੋਰ ਤੇ ਆਲਰੇਡੀ 2-3 ਸਾਲ ਤੋਂ ਅਫੈਕਟਡ ਹੋਏ ਨੇ ਬਿਜ਼ਨਸ 'ਚ। ਉਹ ਕਿਵੇਂ ਜੀ? ਸਾਨੂੰ ਥੋੜਾ ਜਿਹਾ ਜੀ। ਬਿਜ਼ਨਸ ਖੋਲਿਆ ਆ ਤੇ ਹੁਣ ਕੋਵਿਡ ਨੇ ਬਾਕੀ ਹੋਰ ਰਹਿੰਦੀ ਹੁੰਦੀ ਕਸਰ ਕੋਵਿਡ ਨੇ ਮਾਰ ਦਿੱਤੀ ਜੀ। ਬਿਊਟੀ ਪਾਰਲਰ ਦੇ ਬਿਜ਼ਨਸ ਘਰਾਂ 'ਚ ਖੁੱਲੇ, ਕੱਪੜੇ ਸੀਨ ਵਾਲੇ ਬਿਜ਼ਨਸ ਘਰਾਂ 'ਚ ਖੁੱਲੇ ਜੀ, ਕੱਪੜੇ ਸੂਟ ਵੇਚਣ ਵਾਲੇ ਬਿਜ਼ਨਸ ਘਰਾਂ 'ਚ ਖੁੱਲੇ, ਰਾਈਟ। ਕੇਟਰਿੰਗ ਆ ਜਿਹੜਾ ਟਿਫਿਨ ਸਰਵਿਸ, ਇਹ ਘਰਾਂ 'ਚ ਖੁੱਲੀ ਹੋਈ ਆ। ਮੈਨੂੰ ਇਹ ਦੱਸੋ ਕਿ ਕਿਹੜਾ ਨਹੀਂ ਇਫੈਕਟ ਕੀਤਾ ਬਿਜ਼ਨਸ ਘਰਾਂ 'ਚ ਜਿਹੜਾ ਕੈਸ਼ ਤੇ ਕੰਮ ਹੋ ਰਿਹਾ? ਇਹ ਗਵਰਨਮੈਂਟ ਨੂੰ ਨਹੀਂ ਦਿਖਾਈ ਦਿੰਦਾ? ਜਿਹੜੀ ਗਵਰਨਮੈਂਟ ਇੰਨੇ ਵਿਜ਼ਿਟਰਸ ਵੀਜ਼ੇ ਦੇਣ ਦੀ 10-10 ਸਾਲ ਦੇ, ਤੇ ਲੋਕੀ ਆ ਕੇ ਕੈਸ਼ ਕੰਮ ਕਰਨ ਡਏ ਆ। ਦੁਕਾਨਾਂ ਵਾਲੇ ਵਿਚਾਰੇ ਟੈਕਸ ਭਰ ਕੇ ਦੇਈ ਜਾਂਦੇ, ਜਿਨ੍ਹਾਂ ਨੂੰ ਹੁਣ ਕੋਈ ਫੈਸਿਲਿਟੀਜ਼ ਨਹੀਂ ਮਿਲਦੀ ਜੀ। ਤੇ ਜਿਹੜੀ ਰਹਿੰਦੀ ਖੁੰਦੀ ਕਸਰ ਆ, ਉਹ ਵੀ ਕਮੀ ਪੂਰੀ ਹੋ ਗਈ। ਲੋਕਾਂ ਨੇ ਤੇ ਘਰਾਂ ਦੇ ਵਿੱਚ ਪੀਜੀਆਈ ਬਣਾਏ ਹੋਏ, 10-10 ਸਟੂਡੈਂਟ, 15-15 ਸਟੂਡੈਂਟ ਰੱਖੇ ਆ, ਉਹਨਾਂ ਨੂੰ ਰੋਟੀਆਂ ਬਣਾ ਕੇ ਦੇਣ ਡਏ ਆ। ਉਹ ਸਾਰਾ ਕੈਸ਼ ਹੀ ਮਨੀ ਜਾਂਦੀ ਆ। ਜੇ ਅੱਜ ਇੱਕ ਬੰਦਾ $1000 ਦਾ ਵੀ ਕੰਮ ਘਰ 'ਚ ਕੈਸ਼ ਕਰ ਰਿਹਾ, ਇਟ ਮੀਨਸ ਕਿ 5% ਜਿਹੜਾ ਟੈਕਸ ਜਾਣਾ ਚਾਹੀਦਾ ਸੀ ਗਵਰਨਮੈਂਟ ਨੂੰ, ਉਹ ਗਵਰਨਮੈਂਟ ਨੂੰ ਨਹੀਂ ਜਾ ਰਿਹਾ। ਇਕਨੋਮੀ ਸਾਰੀ ਖਰਾਬ ਹੋ ਰਹੀ ਆ ਜੀ, ਰਾਈਟ। ਇਹ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਸੀ ਕਿ ਘਰਾਂ ਦੇ ਬੰਦ ਕਰਨ ਕੈਸ਼ ਤੇ ਜੀ।
ਉਹ ਇਕਨੋਮੀ ਉਹ ਸਾਰਾ ਟੈਕਸ ਗਵਰਨਮੈਂਟ ਨੂੰ ਹੀ ਜਾਊਗਾ। ਇਹਦੇ ਵਿੱਚ ਤੇ ਗਵਰਨਮੈਂਟ ਦਾ ਹੀ ਫਾਇਦਾ ਆ ਜੀ ਬਿਲਕੁਲ। ਬਾਕੀ ਜਿਹੜੀ ਬੇਸਮੈਂਟਾਂ ਚੜਾਈਆਂ ਨੇ 10-10 ਬੰਦੇ 10-10 ਸਟੂਡੈਂਟ ਉਹਨਾਂ ਨੇ ਬੇਸਮੈਂਟਾਂ 'ਚ ਵਾੜੇ ਆ, ਗਵਰਨਮੈਂਟ ਲਿਮਿਟ ਕਰ ਦੇਵੇ। ਜੇ ਤੁਸੀਂ 3 ਤੋਂ ਜ਼ਿਆਦਾ ਬੰਦੇ ਰੱਖਦੇ ਹੋ ਫਿਰ ਟੈਕਸ ਵੀ ਦਿਓ ਜ਼ਿਆਦਾ ਜੀ। ਉਹ ਕੱਲ ਦੇ ਕਦੀ ਜਾ ਕੇ ਕਹੋਗੇ ਗਵਰਨਮੈਂਟ ਨੂੰ ਕਿ ਅਸੀਂ ਜੇ 10 ਬੰਦੇ ਰੱਖੇ ਸਾਡੇ ਕੋਲੋਂ ਟੈਕਸ ਵੀ ਜ਼ਿਆਦਾ ਲੈ ਲਓ ਜੀ। ਟੈਕਸ ਦੇਣ ਵੇਲੇ ਨਹੀਂ ਕਦੀ ਉਹ ਗਵਰਨਮੈਂਟ ਨੂੰ ਕਹੋਗੇ ਰਾਈਟ। ਤੇ ਕੋਈ ਤੇ ਸਟੈਪ ਗਵਰਨਮੈਂਟ ਚੁੱਕੇ ਜਿਹੜੇ 6-6 ਹਜ਼ਾਰ ਕਿਰਾਏ ਦੇਣ ਡਏ ਆ ਦੁਕਾਨਾਂ ਵਾਲੇ, ਉਹ ਕਿੱਥੇ ਜਾਣ? ਉਹ ਕਿੱਥੇ ਆਪਣਾ ਕਰਨ ਸਾਰਾ ਕੁਝ ਕਵਰੇਜ? 2-3 ਸਾਲ ਤੋਂ ਇਫੈਕਟ ਪਿਆ ਹੋਇਆ ਬਿਜ਼ਨੈਸਿਸ ਨੂੰ, ਸਮਾਲ ਸਕੇਲ ਬਿਜ਼ਨਸ ਨੂੰ। ਜਿਹੜਾ ਕੋਈ ਆਉਂਦਾ ਆ ਉੱਥੋਂ ਵਿਜ਼ਿਟਰ 2 ਜਣੇ ਆ ਰਹੇ, ਮੀਆਂ ਬੀਬੀ 4 ਅਟੈਚੀਆਂ ਭਰ ਕੇ ਲਿਆ ਰਹੇ, ਘਰਾਂ ਦੇ ਵਿੱਚ ਕੱਪੜੇ ਵੇਚ ਰਹੇ ਆ, ਘਰਾਂ ਦੇ ਵਿੱਚ ਕੱਪੜੇ ਸੀਨ ਦਾ ਕੰਮ ਚੱਲ ਰਿਹਾ ਆ। ਇਹ ਤੇ 2-3 ਸਾਲ ਤੋਂ ਆਲਰੇਡੀ ਮਾਰਕੀਟ ਤੇ ਡਾਊਨ ਹੋ ਚੁੱਕੀ ਸੀ ਜੀ। ਬਾਕੀ ਰਹਿੰਦੀ ਹੋਈ ਕਸਰ ਇਹਨੇ ਕੋਵਿਡ-19 ਨੇ ਖਤਮ ਕਰ ਦਿੱਤੀ ਆ। ਤੇ ਗਵਰਨਮੈਂਟ ਨੂੰ ਕੁਛ ਤੇ ਸੋਚਣਾ ਚਾਹੀਦਾ। ਹੁਣ ਵੀ ਗਵਰਨਮੈਂਟ ਜੇ ਸਤਰਕ ਹੋ ਜਾਵੇ ਤੇ ਮੇਬੀ ਸ਼ਾਇਦ ਕੁਛ ਗਵਰਨਮੈਂਟ ਦਾ ਬਣ ਜਾਵੇ ਜੀ, ਉਹਨੂੰ ਟੈਕਸ ਆਉਣਾ ਸ਼ੁਰੂ ਹੋ ਜਾਵੇ ਤੇ ਮੇਬੀ ਇਕਨੋਮੀ ਮੈਨੂੰ ਲੱਗਦਾ ਥੋੜੀ ਜਿਹੀ ਗਾਂਹ ਚੜ ਜਾਵੇ ਜੀ। ਥੈਂਕ ਯੂ ਜੀ। ਕਹਿ ਰਹੇ ਕਿ ਸਟੂਡੈਂਟਸ ਨੂੰ ਨਾ ਦੇਣ ਬੇਸਮੈਂਟ, ਸਟੂਡੈਂਟਸ ਨੂੰ ਦੇਣ ਬੇਸਮੈਂਟ, ਪਰ ਇਹਨਾਂ ਨੇ 10-10 ਸਟੂਡੈਂਟਸ ਖੜੇ ਕਰਕੇ ਜਿਹੜੀ ਆਮ ਜਨਤਾ ਵਿਚਾਰੇ ਹਸਬੈਂਡ ਵਾਈਫ ਵੀ ਜਿਹੜੇ ਹੈਗੇ ਉਹਨਾਂ ਨੂੰ ਵੀ ਰੈਂਟ 1300 ਦੇਣਾ ਪੈ ਰਿਹਾ, 1 ਬੈਡਰੂਮ ਦੀ ਬੇਸਮੈਂਟ ਦਾ, 2 ਬੈਡਰੂਮ ਦੀ ਬੇਸਮੈਂਟ ਦਾ। ਜਿਹੜੇ ਕਿ ਸਵੇਰੇ ਕੰਮਾਂ ਤੇ ਚਲੇ ਜਾਂਦੇ, ਸਾਰਾ ਦਿਨ ਬੇਸਮੈਂਟ ਬੰਦ ਰਹਿੰਦੀ ਆ, ਰਾਤ ਨੂੰ ਸੌਣ ਵਾਸਤੇ ਆ ਜਾਂਦੇ ਆ, ਉਹਨਾਂ ਕਰਕੇ ਉਹ ਵੀ ਅਫੋਰਡ ਕਰ ਰਹੇ ਆ ਸਾਰੇ ਜੀ। ਤੇ ਇਹ ਦੇਖ ਲਓ ਕਿ ਹੁਣ ਤੁਹਾਡੀ ਸੋਚ ਆ ਕਿ ਤੁਸੀਂ ਮੀਡੀਆ ਦੇ ਵਿੱਚ ਹੋ ਕਿ ਇਹ ਕਿੱਥੋਂ ਤੱਕ ਆਵਾਜ਼ ਪਹੁੰਚ ਸਕਦੀ ਆ, ਪਰ ਆਮ ਜਨਤਾ ਇਸ ਵੇਲੇ ਮਰ ਰਹੀ ਆ ਸਾਰੇ ਪਾਸੇ। ਥੈਂਕ ਯੂ ਜੀ ਸਾਨੂੰ ਫੋਨ ਕਰਨ ਲਈ। ਥੈਂਕ ਯੂ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਰਫਤਾਰ ਜੀ, ਇਹਨਾਂ ਨੇ ਬਹੁਤ ਕੁਝ ਕਵਰ ਕਰ ਦਿੱਤਾ। ਜਿੱਥੇ ਕੋਵਿਡ-19 ਨੂੰ ਲੈ ਕੇ ਲੋਕੀ ਪਰੇਸ਼ਾਨ ਨੇ, ਪਹਿਲਾਂ ਹੀ ਬਿਜ਼ਨਸ ਇੰਨੇ ਲੋ ਚਲੇ ਗਏ ਆ, ਬਹੁਤ ਸਾਰੇ ਬਿਜ਼ਨਸ ਅਫੈਕਟ ਹੋਏ ਆ, ਬਹੁਤ ਸਾਰੇ ਬਿਜ਼ਨਸ ਬੰਦ ਵੀ ਹੋ ਰਹੇ ਹੈਗੇ ਆ। ਤੇ ਦੂਜੇ ਪਾਸੇ ਘਰਾਂ ਦੇ ਬੇਸਮੈਂਟਾਂ ਦੇ ਕਿਰਾਏ ਨੂੰ ਲੈ ਕੇ ਵੀ ਬੜੇ ਲੋਕੀ ਬੜਾ ਚਿਰ ਇਸ ਗੱਲ ਤੇ ਬਹਿਸ ਹੁੰਦੀ ਰਹੀ ਆ। ਬਹੁਤ ਸਾਰੇ ਮੀਡੀਆ ਨੇ ਇਸ ਗੱਲ ਨੂੰ ਪਹਿਲਾਂ ਚੱਕਿਆ ਵੀ ਆ ਕਿ ਰੈਂਟ ਆਲ ਆ ਸਡਨ ਇੰਨੇ ਕਿਵੇਂ ਵੱਧ ਗਏ ਜੀ, ਔਰ ਰੈਂਟ ਵਧੇ ਵੀ ਬਹੁਤ ਆ। 1 ਬੈਡਰੂਮ ਦੀ $1200-1300 ਦੀ ਬੇਸਮੈਂਟ ਆਉਂਦੀ ਆ, $1500 ਤੱਕ ਵੀ ਆ। ਤੇ ਜਿੱਦਾਂ ਇਹਨਾਂ ਨੇ ਕਿਹਾ ਕਿ ਹਸਬੈਂਡ ਵਾਈਫ ਰਹਿੰਦੇ ਆ, ਸਵੇਰੇ ਚਲੇ ਜਾਂਦੇ, ਸ਼ਾਮੀ ਘਰੇ ਸੌਣ ਆਉਂਦੇ ਆ, ਤਾਂ $1300 ਭਰਦੇ ਆ। ਉਹ ਕਿਤੇ ਹੋਣੀ ਚਾਹੀਦੀ ਲਿਮਿਟ ਕਿ ਕਿੰਨਾ ਕੁ ਕਿਰਾਇਆ ਹੋਣਾ ਚਾਹੀਦਾ ਘਰਾਂ ਦਾ। ਕੋਈ ਸਾਰੀਆਂ ਹੀ ਗੱਲਾਂ ਕਵਰ ਕੀਤੀਆਂ ਨੇ। ਜੇ ਹੁਣ ਆਪਾਂ ਬੇਸਮੈਂਟਾਂ ਦੀ ਪਹਿਲਾਂ ਗੱਲ ਕਰਦੇ ਆਂ, ਬੇਸਮੈਂਟ ਜਿਹੜੇ ਘਰ ਦੇ ਵਿੱਚ ਕੋਈ ਲੀਗਲ ਇੱਕ ਬੇਸਮੈਂਟ ਆ, ਇੱਕ ਅਨਲੀਗਲ ਬੇਸਮੈਂਟ। ਜ਼ਿਆਦਾਤਰ ਆਪਣੇ ਸਰੀ ਦੇ ਵਿੱਚ ਇਦਾਂ ਹੁੰਦਾ ਸੀ ਵੀ ਇੱਕ ਲੀਗਲ ਬੇਸਮੈਂਟ ਹੁੰਦੀ ਸੀ, ਇੱਕ ਅਨਲੀਗਲ ਬੇਸਮੈਂਟ ਹੁੰਦੀ ਸੀ। ਪਰ ਹੁਣ ਕੀ ਕਰਿਆ ਹੈ, ਜੇ ਕਿਸੇ ਦਾ ਗਰਾਜ ਪਿਆ, ਗਰਾਜ ਦੇ ਵਿੱਚ ਵੀ ਬੇਸਮੈਂਟ ਬਣਾਈ ਹੋਈ ਹੈ। ਸਾਡੇ ਨਾਲ ਕਾਲਰ ਜੁੜ ਚੁੱਕੇ ਨੇ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ ਹੁਣੇ ਬੋਲ ਕੇ ਗਏ, ਬਹੁਤ ਵਧੀਆ ਬੋਲ ਕੇ ਗਏ। ਵਾਕਈ ਜਿਹੜੇ ਟੈਕਸ ਦਿੱਤੇ ਉਹਨਾਂ ਨੂੰ ਦੁੱਖ ਤਾਂ ਹੁੰਦਾ ਹੀ ਆ, ਹੈ ਨਾ ਜੀ ਬਿਲਕੁਲ। ਕੁਝ ਫਰੀ ਖਾ ਰਹੇ ਆ ਤੇ ਗਵਰਨਮੈਂਟ ਨੂੰ ਨੁਕਸਾਨ ਵੀ ਹੈਗਾ। ਬਾਕੀ ਆਪਾਂ ਨੂੰ ਪਤਾ ਹੀ ਆ ਜੀ, ਆਪਾਂ ਸਾਰੇ ਟੈਕਸ ਪੇ ਕਰਦੇ ਤਾਂ ਆਪਾਂ ਨੂੰ ਬਚਦਾ ਕੀ ਆ ਜੀ। ਹਾਂਜੀ ਤਾਂ ਥੈਂਕ ਯੂ ਉਹਨਾਂ ਦਾ ਜੀ, ਉਹਨਾਂ ਨੇ ਬਹੁਤ ਵਧੀਆ ਕਿਹਾ। ਥੈਂਕ ਯੂ ਜੀ। ਥੈਂਕ ਯੂ ਵੈਰੀ ਮਚ ਜੀ। ਤੇ ਬਿਲਕੁਲ ਰਫਤਾਰ, ਜਿਵੇਂ ਬੇਸਮੈਂਟਾਂ ਦੀ ਗੱਲ ਕੀਤੀ ਸੀ ਕਿ ਬੇਸਮੈਂਟਾਂ ਦੇ ਆਲ ਸਡਨ ਰੈਂਟ ਕਿੰਨੇ ਵੱਧ ਗਏ ਆ, ਔਰ ਬੇਸਮੈਂਟਾਂ ਮਿਲ ਨਹੀਂ ਰਹੀਆਂ। ਵਿੱਚੇ ਲੋਕੀ ਕਹਿ ਰਹੇ ਕਿ ਬੱਚੇ ਖਰਾਬ ਵੀ ਕਰ ਰਹੇ ਹੈਗੇ ਆ, ਪਰ ਜੇ ਇੰਨਾ ਰੈਂਟ ਆ, ਹੁਣ ਮੈਂ ਜੇ ਸੰਡੇ ਦੀ ਗੱਲ ਕਰਾਂ ਤੇ ਸੰਡੇ ਕਿਸੇ ਨੇ ਆਪਣਾ ਪੂਰਾ ਘਰ ਰੈਂਟ ਤੇ ਦਿੱਤਾ ਹੋਇਆ ਸੀਗਾ। ਕਈ ਵਾਰੀ ਤੁਸੀਂ ਮੀਡੀਆ 'ਚ ਹੁੰਦੇ ਆ, ਲੋਕੀ ਤੁਹਾਨੂੰ ਆਪਣੀ ਮਦਦ ਲਈ ਫੋਨ ਕਰਦੇ ਆ, ਤੁਹਾਡੇ ਤੱਕ ਗੱਲ ਲੈ ਕੇ ਆਉਂਦੇ ਆ। ਸੋ ਸੰਡੇ ਮੈਂ ਇੱਕ ਪਰਿਵਾਰ ਦੀ ਮਦਦ ਲਈ ਗਈ ਸੀ। ਉਹ ਕਾਫੀ ਦਿਨਾਂ ਤੋਂ ਲੇਡੀ ਮੈਨੂੰ ਕਾਲ ਕਰ ਰਹੀ ਸੀ ਕਿ ਜਿਹੜੇ ਲੈਂਡਲੋਰਡ ਆ ਉਹ ਮੇਰਾ ਡਿਪੋਜ਼ਿਟ ਨਹੀਂ ਵਾਪਸ ਕਰ ਰਹੇ, ਔਰ ਤੁਸੀਂ ਦੇਖੋ ਕਿ ਉਹਨਾਂ ਨੂੰ ਚਾਬੀ ਨਹੀਂ ਮੋੜ ਕੇ ਦਿੱਤੀ ਸੀ। ਉਹਨਾਂ ਨੇ 1 ਤਰੀਕ ਉਹਨਾਂ ਨੇ ਚਾਬੀ ਸਪੋਜ਼ ਟੂ ਵੀ 1 ਮਈ ਨੂੰ ਦੇਣੀ ਸੀ, ਤੇ ਕੱਲ ਸੰਡੇ ਦੀ ਗੱਲ ਆ, ਸੋ ਸੰਡੇ 17 ਸੀ। ਸੋ ਉਹਨਾਂ ਨੇ ਦਿੱਤੀ ਨਹੀਂ, ਉਹਨਾਂ ਨੂੰ ਚਾਬੀ ਮੋੜ ਕੇ ਨਹੀਂ ਦਿੱਤੀ ਸੀ, ਔਰ ਉਹ ਕਹਿੰਦੇ ਸੀ ਪਹਿਲਾਂ ਸਾਡਾ ਡਿਪੋਜ਼ਿਟ ਮੋੜ ਕੇ ਦਿਓ। ਔਰ ਉਹ ਬਹਿਸ ਬਸਾਈਆ ਉਹਨਾਂ ਦਾ ਕਾਫੀ ਲੰਬਾ ਚੱਲਦਾ ਰਿਹਾ, ਤੇ ਉਹਨਾਂ ਦੀ ਬੇਸਮੈਂਟ 1 ਮਹੀਨੇ ਲਈ ਚੜੀ ਨਹੀਂ। ਹੁਣ ਉਹਨਾਂ ਨੇ 1 ਮਹੀਨੇ ਦਾ ਉਹ ਲਾਸ ਕੀਤਾ $1200, ਰਾਈਟ। ਤੇ ਉੱਤੋਂ ਉਹਨਾਂ ਨੇ ਜਦੋਂ ਲਈ ਸੀ ਬੇਸਮੈਂਟ, ਕੋਈ ਕੰਟਰੈਕਟ ਕੀਤਾ ਸੀ, 4 ਬੰਦਿਆਂ ਦਾ ਕੀਤਾ ਸੀ, ਐਂਡ ਅਪ ਉਹ 8 ਜਾਣੇ ਖਰੇ ਉੱਥੇ ਰਹਿ ਰਹੇ ਸੀਗੇ। ਸੋ ਉਹਨਾਂ ਨੇ ਉਹਨਾਂ ਨੂੰ ਮੂਵ ਕਰ ਦਿੱਤਾ। ਸੋ ਉਹਨਾਂ ਦਾ ਇਦਾਂ ਦਾ ਕੋਈ ਰੌਲਾ ਚੱਲਦਾ ਸੀ। ਤੇ ਮੈਂ ਉੱਥੇ ਗਈ ਤੇ ਮੈਂ ਦੇਖਿਆ ਕਿ ਉਹ ਜਿੱਦਾਂ ਪਿੰਡਾਂ 'ਚ ਨਹੀਂ ਜਨਾਨੀਆਂ ਲੜਦੀਆਂ, ਇਦਾਂ ਲੜ ਰਹੀਆਂ ਸੀਗੀਆਂ। ਸੋ ਐਂਡ ਅਪ ਹੋਇਆ ਕਿ ਉਹਨਾਂ ਦਾ ਡੈਮੇਜ ਦੇਖਿਆ ਗਿਆ, ਕਿੰਨਾ ਕੁ ਡੈਮੇਜ ਹੈ। ਮੈਂ ਕਿਹਾ ਦੇਖੋ ਜੀ, ਮੈਂ ਕੋਈ ਜੱਜ ਵਕੀਲ ਤਾਂ ਹੈ ਨਹੀਂਗੇ, ਇਹ ਮੈਨੂੰ ਫੋਨ ਕਰੀ ਜਾਂਦੇ, ਤੁਸੀਂ ਮੈਨੂੰ ਕਰੀ ਜਾਂਦੇ, ਅਸੀਂ ਵਿੱਚ ਵਿਚਾਲੇ ਕਈ ਵਾਰੀ ਫਸ ਜਾਈਦਾ। ਤੇ ਮੈਂ ਕਿਹਾ ਵੀ ਮੈਂ ਸਿਚੁਏਸ਼ਨ ਦੇਖ ਲੈਂਦੀ ਆ। ਸੋ ਮੈਂ ਅੱਧੇ ਕੁ ਘੰਟੇ ਲਈ ਗਈ। ਸੋ ਕਰਾ ਕੇ ਉਹਨਾਂ ਨੇ $400 ਉਹਨਾਂ ਨੂੰ ਡਿਪੋਜ਼ਿਟ ਮੋੜ ਦਿੱਤਾ ਤੇ $250 ਕੱਟ ਲਿਆ। ਇਹ ਇੱਕ ਤਾਂ ਉਹਨਾਂ ਦੀ ਡੋਰ ਭੰਨੀ ਹੋਈ ਸੀਗੀ, ਉਹਨਾਂ ਨੂੰ ਡੋਰ ਰਿਪੇਅਰ ਕਰਾਉਣੀ ਪੈਣੀ ਸੀ, ਲੌਕ ਚੇਂਜ ਕਰਾਉਣਾ ਸੀ, ਤੇ ਬਾਕੀ ਕੁਝ ਕਹਿੰਦੇ ਸਫਾਈ ਨਹੀਂ ਕੀਤੀ ਸੀ, ਹਨਾ।
ਤੇ ਉਹ ਹੁਣ ਕਹਿੰਦੇ ਜਦੋਂ ਦੱਸ ਕੇ ਆਉਂਦੇ ਆ 2 ਜਾਣੇ ਆਉਂਦੇ ਆ, ਬਾਅਦ ਵਿੱਚ 8-8 ਜਾਣੇ ਬੇਸਮੈਂਟ 'ਚ ਹੋ ਜਾਂਦੇ ਆ। ਕਈ ਪਾਸੇ ਜਦੋਂ ਤੁਸੀਂ ਘਰਾਂ ਵਾਲਿਆਂ ਦੀ ਗੱਲ ਸੁਣਦੇ ਆ, ਘਰਾਂ ਵਾਲੇ ਕਹਿੰਦੇ ਸਾਡਾ ਡੈਮੇਜ ਇੰਨਾ ਕੀਤਾ ਆ, ਪਰ ਜੇ ਫਿਰ ਅਸੀਂ ਪ੍ਰੋਪਰ ਤੌਰ ਤੇ ਜੇ ਕਿਸੇ ਨੂੰ 2 ਬੰਦਿਆਂ ਨੂੰ ਹੀ ਬੇਸਮੈਂਟ ਦਿੱਤੀ ਆ ਤੇ ਫਿਰ ਘਰ ਵਾਲਿਆਂ ਨੂੰ ਕੰਟਰੈਕਟ 'ਚ ਲਿਖਿਆ ਆ, ਤੇ ਜੇ ਉੱਥੇ ਬੰਦੇ 4 ਆ ਗਏ ਫਿਰ ਤੁਸੀਂ ਲੀਗਲੀ ਉਹਨਾਂ ਨੂੰ ਨੋਟਿਸ ਦੇ ਕੇ ਮੂਵ ਕਰ ਦਿਓ। ਕਿਉਂਕਿ ਕੰਟਰੈਕਟ ਦਾ ਚੱਕਰ, ਕੰਟਰੈਕਟ ਤਾਂ ਨਹੀਂ ਹੁੰਦਾ ਕਈਆਂ ਦੇ ਕਿਉਂਕਿ ਬੇਸਮੈਂਟ ਅਨਲੀਗਲ ਨੇ। ਬਿਲਕੁਲ ਕੰਟਰੈਕਟ ਤਾਂ ਨਹੀਂ ਹੁੰਦਾ। ਇਲੀਗਲ ਬੇਸਮੈਂਟਾਂ ਜਿਹੜੀਆਂ ਰਫਤਾਰ ਜੀ ਹੁਣ ਉਹਨਾਂ ਨੇ ਜਦੋਂ ਹੁਣ ਪੈਸੇ ਦਿੱਤੇ ਸੀ ਨਾ ਬੇਸਮੈਂਟਾਂ ਵਾਲਿਆਂ ਨੂੰ ਸਬਸਿਡੀ ਮਿਲਣੀ ਆ, ਉਹਨਾਂ ਨੇ ਇਹ ਕਿਹਾ ਸੀ ਜਿਨ੍ਹਾਂ ਦੀਆਂ ਇਲੀਗਲ ਬੇਸਮੈਂਟ ਵੀ ਹੈ ਨਾ ਉਹਨਾਂ ਨੂੰ ਵੀ ਸਬਸਿਡੀ ਮਿਲੂਗੀ। ਉਹਨਾਂ ਨੂੰ ਵੀ ਕਿਸੇ ਨੂੰ 300 ਆਇਆ, ਕਿਸੇ ਨੂੰ 500 ਆਇਆ। ਕਈ ਤਾਂ ਲੋਕਾਂ ਨੇ ਆਪਣੀਆਂ ਨਹੀਂ ਕਲੇਮ ਕੀਤੀਆਂ ਬੇਸਮੈਂਟਾਂ ਇਲੀਗਲ, ਉਹਨਾਂ ਨੇ ਆਪਣੇ ਰੈਂਟਰ ਨੂੰ ਹੀ $200-250 ਛੱਡ ਦਿੱਤਾ, ਉਹਨਾਂ ਨੇ ਕਲੇਮ ਨਹੀਂ ਕੀਤੀਆਂ। ਪਰ ਜਿਨ੍ਹਾਂ ਨੇ ਕਰ ਦਿੱਤੀਆਂ ਉਹਨਾਂ ਨੂੰ ਇਹ ਨਹੀਂ ਪਤਾ ਕਿ ਜੇ ਅੱਜ ਗਵਰਨਮੈਂਟ ਨੇ ਪੁੱਛ ਲਈਆਂ ਨਾ ਤੁਹਾਡੀਆਂ ਇਲੀਗਲ ਬੇਸਮੈਂਟਾਂ ਨੂੰ ਪੈਸੇ ਆਏ ਆ, ਤੇ ਕੱਲ ਨੂੰ ਉਹਨਾਂ ਨੇ ਇਹ ਵੀ ਪੁੱਛਣਾ ਵੀ ਭਾਈ ਇਹ ਇਲੀਗਲ ਬਣੀਆਂ ਕਿੰਨੇ ਚਿਰ ਤੋਂ ਸੀ, ਉਹਨੇ ਚਿਰ ਦਾ ਟੈਕਸ ਲਿਆ ਕੇ ਦਿਓ। ਪਰ ਜੇ ਆਪਾਂ ਸਰੀ ਦੀ ਗੱਲ ਕਰਦੇ ਆ ਨਾ ਤਾਂ ਸਰੀ ਦੇ ਵਿੱਚ ਜਿਹੜਾ ਸਿਟੀ ਹਾਲ ਆ, ਸਿਟੀ ਹਾਲ ਨੂੰ ਵੀ ਪਤਾ ਵੀ ਸਰੀ ਦੇ ਵਿੱਚ ਕੀ ਹੋ ਰਿਹਾ। ਇਹ ਕੋਈ ਓਲੇ ਵਾਲੀ ਗੱਲ ਨਹੀਂ ਕਿ ਵੀ ਜਿਹੜੇ ਬੇਸਮੈਂਟ ਅਨਲੀਗਲ ਨੇ ਉਹਨਾਂ ਨੂੰ ਸਾਰਾ ਕੁਝ ਹੀ ਪਤਾ। ਜਿਹੜੇ ਡਰਾਈਵ 4 ਗੱਡੀਆਂ ਦਾ ਡਰਾਈਵ ਆ, ਲੋਕਾਂ ਨੇ 8-8 ਗੱਡੀਆਂ ਦਾ ਡਰਾਈਵ ਬਣਾਇਆ ਹੋਇਆ, ਕਿਤੇ ਇੱਕ ਬੇਸਮੈਂਟ ਤੇ 4-4 ਬੇਸਮੈਂਟ, ਪਤਾ ਉਹਨਾਂ ਨੂੰ ਸਾਰਾ ਕੁਝ ਹੀ ਆ। ਪਰ ਸਰੀ ਦੇ ਵਿੱਚ ਚੱਲ ਰਿਹਾ ਕੰਮ। ਜੇ ਹੁਣ ਲਾ ਲਓ ਘਰ ਪਾਸ ਕਰਾਉਣ, ਹੁਣ ਨਵੇਂ ਘਰ ਬਣਦੇ ਆ ਕਈ, ਉਹ ਡਰਾਈਵੇ ਪਾ ਕੇ ਨਾਲ ਥੋੜਾ ਜਿਹਾ ਘਾਹ ਲਾ ਕੇ ਉਹਨੂੰ ਉਦਾਂ ਹੀ ਕੱਚਾ ਛੱਡ ਲੈਂਦੇ ਆ। ਜਿੱਦਣੇ ਫਾਈਨਲ ਹੋ ਗਿਆ ਚੱਕ ਦੋ ਘਾਹ ਪਾ ਦੋ, ਇੱਥੇ ਵੀ ਟਾਈਲਾਂ ਬਾਹਰਲੇ ਪਾਸੇ ਡਰਾਈਵੇ ਬਣਾ ਦੋ, ਇਹਦਾ ਕੋਈ ਨਹੀਂ ਪੁੱਛਦਾ। ਇਹ ਤਾਂ ਅੱਜ ਤੋਂ ਨਹੀਂ, ਇਹ 15 ਸਾਲਾਂ ਤੋਂ ਚੱਲਿਆ ਆ ਰਿਹਾ ਵਾ, ਇਹ ਕੋਈ ਨਵਾਂ ਨਹੀਂ ਹੈਗਾ, ਇਹ ਬਹੁਤ ਪੁਰਾਣਾ ਚੱਲਿਆ ਆ ਰਿਹਾ। ਬਾਕੀ ਉਹਨਾਂ ਨੇ ਗੱਲ ਕੀਤੀ ਸੀਗੀ ਵੀ ਜਿਹੜੇ ਇੰਡੀਆ ਤੋਂ ਆਉਂਦੇ ਆ ਘਰੇ ਬਿਜ਼ਨਸ ਚਲਾਉਂਦੇ ਆ, ਉਹਨਾਂ ਨੇ ਬਿਲਕੁਲ ਸਹੀ ਗੱਲ ਕੀਤੀ, ਕਿਉਂਕਿ ਜਿਨ੍ਹਾਂ ਦਾ ਬਿਜ਼ਨਸ ਹੁੰਦਾ ਉਹਨਾਂ ਨੂੰ ਦੁੱਖ ਉਹਨਾਂ ਨੂੰ ਜ਼ਰੂਰ ਲੱਗਦਾ ਵਾ ਜਦੋਂ ਕੋਈ ਐਕਸ਼ਨ ਨਹੀਂ ਲੈਂਦਾ। ਜਿੰਨੇ ਵੀ ਆਉਂਦੇ ਆ 4-4 5-5 ਟੇਚੀ ਭਰ ਕੇ ਲੈ ਕੇ ਆਉਂਦੇ ਆ, ਉੱਥੋਂ 1000-1000 2-2000 ਰੁਪਏ ਦੇ ਲਿਆ ਕੇ ਇੱਥੇ 100-100 200 ਡਾਲਰ ਦੇ ਉਹ ਲੇਡੀ ਦੀਆਂ ਕਾਂਟੇ ਵਾਲੀਆਂ ਜਿਹੜੀਆਂ ਪਾਉਣ ਵਾਲੀਆਂ ਹੁੰਦੀਆਂ ਨੇ, ਉਹਨਾਂ ਦਾ ਘਰ ਦੇ ਵਿੱਚ ਗਰਾਜ ਦੇ ਵਿੱਚ ਕੰਧਾਂ 'ਚ ਟੰਗੀ ਫਿਰਦੇ ਨੇ। ਲਾਓ ਜੀ ਆ ਕੇ ਇੱਥੇ ਇੰਡੀਆ ਤੋਂ ਲਿਆ ਕੇ 50-50 ਰੁਪਈਆਂ ਦੀਆਂ ਇੱਥੇ 10-10 15-15 ਡਾਲਰਾਂ 'ਚੋਂ ਵੇਚੀ ਜਾਂਦੇ ਆ। ਤੇ ਜੇ ਕੰਮਾਂ ਤੇ ਵੀ ਜਾਂਦੇ, ਇੱਕ ਕੰਮਾਂ ਦੀ ਸਾਰਿਆਂ ਨਾਲੋਂ ਵੱਡੀ ਗੱਲ ਇਹ ਆ ਵੀ ਜਿਹੜੇ ਵਿਜ਼ਟਰ ਆਉਂਦੇ ਆ ਕੰਮ ਕਰਦੇ, ਫਾਰਮਾਂ 'ਚ ਕੰਮ ਕਰਦੇ ਆ, ਉਹ ਜਦੋਂ ਫਾਰਮਾਂ 'ਚ ਜਾਂਦੇ ਆ ਤਾਂ ਉਹਨਾਂ ਨੂੰ ਸਿਖਾ ਕੇ ਭੇਜਦਾ ਵੀ ਤੂੰ ਭਾਈ ਜੇ ਤੇਰਾ ਨਾਂ ਹੈਗਾ ਬਲਦੇਵ ਸਿੰਘ ਤਾਂ ਤੂੰ ਬਲਦੇਵ ਸਿੰਘ ਨਹੀਂ ਕਹਿਣਾ ਉੱਥੇ। ਜਦੋਂ ਕੋਈ ਉੱਥੇ ਤੈਨੂੰ ਪੁੱਛੂਗਾ ਤੂੰ ਕਹਿਣਾ ਮੇਰਾ ਨਾਂ ਹਰਦੀਪ ਸਿੰਘ ਆ, ਤੂੰ ਹਰਦੀਪ ਸਿੰਘ ਦੇ ਨਾਂ ਤੇ ਕੰਮ ਕਰ ਰਿਹਾ, ਕਿਤੇ ਭੁੱਲ ਕੇ ਆਇਆ ਨਾ ਕਹਦੀ ਚੌੜਾ ਹੋ ਕੇ ਮੁੱਛਾਂ ਨੂੰ ਵੱਡੇ ਦੇ ਕੇ ਮੈਂ ਬਲਦੇਵ ਸਿੰਘ, ਇੱਦਾਂ ਨਹੀਂ ਕਹਿਣਾ, ਕਿਉਂਕਿ ਤੇਰੇ ਕੋਲ ਇਹ ਨਹੀਂਗਾ PR ਕਾਰਡ, ਤੂੰ ਹੈਗਾ ਕੱਚਾ। ਜਦੋਂ ਤੈਨੂੰ ਅੱਗੇ ਕਿਨੇ ਪੁੱਛ ਲਿਆ ਤੂੰ ਕਹਿੰਦੀ ਮੈਂ ਹਰਪ੍ਰੀਤ ਸਿੰਘ ਆ, ਮਨਪ੍ਰੀਤ ਸਿੰਘ ਆ, ਜਿਹਦੇ ਨਾਂ ਤੇ ਵੀ ਉਹ ਕੰਮ ਕਰਦੇ ਆ। ਸੋ ਇਹ ਬਹੁਤ ਚੱਲਦਾ ਵਾ। ਪਲੱਸ ਇੱਕ ਹੋਰ ਜਿਹੜੀ ਵੱਡੀ ਗੱਲ ਆ, ਕਈ ਮੁੰਡੇ ਜਿਹੜੇ ਆਪਣੇ ਕੰਮ ਕਰਦੇ ਆ ਉੱਥੇ, ਜਿਹੜੇ ਉੱਥੇ ਰੇਡ ਕਰਦੇ ਆ ਜਾਂਦੇ ਆ, ਉਹ ਇੱਕ ਦਿਨ ਪਹਿਲਾਂ ਮੈਨੂੰ ਨੂੰ ਜਾ ਕੇ ਦੱਸ ਦਿੰਦੇ ਆ ਵੀ ਅੰਕਲ ਜੀ ਕੱਲ ਨੂੰ ਰੇਡ ਪੈਣੀ ਆ, ਆਪਦੇ ਜਿਹੜੇ ਕੱਚੇ ਆ ਆਇਓ ਨਾ। ਇਹ ਕੰਮ ਵੀ ਚੱਲ ਰਿਹਾ ਵਾ, ਬਹੁਤ ਕੁਝ ਚੱਲ ਰਿਹਾ, ਛੋਟੀ ਗੱਲ ਨਹੀਂ ਬਹੁਤ। ਤਾਂ ਹੀ ਉਹ ਗੁੱਸਾ ਕਰ ਰਹੇ ਸੀਗੇ ਕਿਉਂਕਿ ਉਹਨਾਂ ਦਾ ਬਿਜ਼ਨਸ ਆ, ਉਹਨਾਂ ਨੂੰ ਗੁੱਸਾ ਕਰਨਾ ਉਹਨਾਂ ਦਾ ਬਣਦਾ ਵੀ ਆ, ਕਿਉਂਕਿ ਗੁੱਸਾ ਉਹਨਾਂ ਨੂੰ ਮੈਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਅਸੀਂ ਮਿਸਯੂਜ਼ ਕਰ ਰਹੇ ਹਾਂ। ਜਿਹੜੇ ਲੋਕ ਵਾਕਿਆ ਹੀ ਇੱਥੇ ਘੁੰਮਣ ਆਉਣਾ ਚਾਹੁੰਦੇ ਆ, ਵਿਜ਼ਿਟਰ ਆਉਣਾ ਚਾਹੁੰਦੇ ਆ, ਵਾਕਿਆ ਹੀ ਇਸ ਕੰਟਰੀ ਨੂੰ ਘੁੰਮ ਕੇ ਦੇਖਣਾ ਚਾਹੁੰਦੇ ਆ, ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਵੀਜ਼ਾ ਨਹੀਂ ਮਿਲ ਰਿਹਾ, ਕਿਉਂਕਿ ਉਹਨਾਂ ਲੋਕਾਂ ਨੂੰ ਵੀਜ਼ਾ ਤਾਂ ਨਹੀਂ ਮਿਲ ਰਿਹਾ ਤੇ ਅਸੀਂ ਵੀਜ਼ਿਆਂ ਦਾ ਮਿਸਯੂਜ਼ ਬਹੁਤ ਕਰਦੇ ਹਾਂ। ਸੋ ਜਿਹੜੇ ਲੋਕ ਆਉਂਦੇ ਆ ਵਿਜ਼ਿਟਰ ਦਾ ਮਤਲਬ, ਜਦੋਂ ਅਸੀਂ ਵੀ ਜਾਂਦੇ ਆ ਕਿਤੇ ਘੁੰਮਣ ਫਿਰਨ, ਹੁਣ ਅਸੀਂ ਪੰਜਾਬ ਜਾਈਏ, ਜੇ ਅਸੀਂ ਗੱਲ ਕਰੀਏ ਅਸੀਂ ਜਾਣਾ ਕਿੱਥੇ ਹੁੰਦਾ, ਪੰਜਾਬ ਹੀ ਜਾਈਦਾ। ਜੇ ਅਸੀਂ ਪੰਜਾਬ ਜਾਈਏ ਜਾਂ ਅਸੀਂ ਕਿਸੇ ਹੋਰ ਯੂਰਪ ਦੀ ਕਿਸੇ ਕੰਟਰੀ 'ਚ ਚੱਲ ਜਾਈਏ, ਅਸੀਂ 2 ਵੀਕਾਂ ਲਈ 3 ਵੀਕਾਂ ਲਈ ਮਹੀਨੇ ਲਈ ਅਸੀਂ ਜਾਈਦਾ, ਘੁੰਮ ਕੇ ਵਾਪਸ ਆ ਜੀਦਾ। ਸੋ ਜੇ ਅਸੀਂ ਘੁੰਮਣਾ ਹੀ ਆ, ਆਪਣੇ ਪਰਿਵਾਰ ਨੂੰ ਵਿਜ਼ਿਟ ਕਰਨਾ ਆ, ਮਿਲਣਾ ਆ, ਤੇ ਫਿਰ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕਿ ਮਹੀਨੇ ਦਾ ਐਂਟਰੀ ਦੇ ਦੇਣ, ਮਹੀਨਾ ਅਗਲਾ ਆਪਣੇ ਪਰਿਵਾਰ ਕੋ ਬੈਠੇ ਮਿਲੇ ਗਿਲੇ ਤੇ ਆਪਣੇ ਮੁੜ ਕੇ ਘਰ ਜਾਵੇ। ਪਰ ਆਪਣਾ ਕਲਚਰ ਵੀ ਇਹ ਆ ਨਾ, ਜੇ ਹੁਣ ਲਾ ਲਓ ਕਿਸੇ ਨੂੰ ਵਿਜ਼ਿਟਰ ਵੀਜ਼ਾ ਮਿਲਿਆ, ਚਾਹੇ ਲਾ ਲਓ 2 ਮਹੀਨੇ ਦਾ ਮਿਲਿਆ, 6 ਮਹੀਨੇ ਦਾ ਮਿਲਿਆ, 1 ਮਹੀਨੇ ਦਾ ਮਿਲਿਆ, ਜਦੋਂ ਉਹਨਾਂ ਨੇ ਆਉਣਾ ਪਹਿਲਾਂ ਤਾਂ ਲੱਖ ਦੀ ਟਿਕਟ ਆ, ਪੂਰਾ 1 ਲੱਖ ਰੁਪਈਆ ਲੱਗ ਜਾਂਦਾ ਉਹਨਾਂ ਦਾ। ਫਿਰ ਬੀਬੀ ਨੂੰ ਵੀ ਸੂਟ ਲਿਆ ਕੇ ਦੇਣਾ, ਭਾਪੇ ਨੂੰ ਵੀ ਕੁੜਤਾ ਪਜਾਮਾ ਲਿਆ ਕੇ ਦੇਣਾ, ਜਵਾਕਾਂ ਨੂੰ ਕਾਰਾਂ ਖੇਡਾਂ ਵੀ ਲਿਆ ਕੇ ਦੇਣੀਆਂ ਨੇ, 20-50 ਡਾਲਰ ਵੀ ਉਹਨਾਂ ਨੂੰ ਜਾਂਦਿਆਂ ਨੇ ਦੇਣੇ ਨੇ। ਸੋ ਉਹ ਉਹਨਾਂ ਨੇ ਕਿੱਥੋਂ ਪੂਰੇ ਕਰਨੇ ਆ। ਜੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਕੋਈ ਐਦਾਂ ਨਹੀਂ ਵੀ ਆਪਾਂ ਬਹੁਤ ਵੱਡੇ ਸਾਰੇ ਕੋਈ ਕਿੰਗ ਆ, ਕੋਈ ਮਾੜਾ ਮੋਟਾ 20-50 ਹਜ਼ਾਰ ਕਿਸੇ ਕੋਲੇ ਵੱਧ ਆ, ਕਿਸੇ ਕੋਲੇ 20-50 ਹਜ਼ਾਰ ਘੱਟ ਆ, ਸਾਰੇ ਠੀਕ ਜਿਹੀ ਆ। ਪਰ ਜਦੋਂ ਆਉਂਦੇ ਉਹਨਾਂ ਨੇ ਖਰਚਾ ਤਾਂ ਪੂਰਾ ਕਰਨਾ ਹੀ ਆ। ਫਿਰ ਆਪਣਾ ਉਹ ਖਰਚਾ ਪੂਰਾ ਫਿਰ ਉਂਗਲੀ ਟੇਢੀ ਗਲਤ ਤਰੀਕੇ ਨਹੀਂ ਲੱਗਦਾ ਕਿ ਗਲਤ ਤਰੀਕੇ ਨਾਲ, ਇਦੋਂ ਗਲਤ ਹੋਰ ਕੁਝ ਹੋ ਨਹੀਂ ਸਕਦਾ ਗਲਤ ਤਰੀਕੇ। ਪਰ ਇੱਕ ਗੱਲ ਇਹ ਵੀ ਹੈਗੀ ਆ, ਮੈਂ ਕਹੂੰਗੀ ਲੋਕਾਂ ਦਾ ਵੀ ਓਨਾ ਹੀ ਕਸੂਰ ਆ, ਜਿਹੜੇ ਬਿਜ਼ਨਸ ਦਿੰਦੇ ਆ ਕੰਮ, ਜਿਹੜੇ ਬਿਜ਼ਨਸਮੈਨ ਦਿੰਦੇ ਆ ਇਹਨਾਂ ਲੋਕਾਂ ਨੂੰ ਕੰਮ, ਉਹ ਵੀ ਓਨਾ ਹੀ ਕਸੂਰਵਾਰ ਆ ਜੀ। ਰਾਈਟ, ਸਾਡੇ ਨਾਲ ਕਾਲਰ ਨੇ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਲਜਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਸੀ ਵੀ ਭੈਣ ਜੀ ਬੜਾ ਗਰਮ ਹੋ ਰਹੇ ਸੀਗੇ ਸਲੂਨ ਘਰਾਂ ਦੇ ਵਿੱਚ ਸਲੂਨ ਓਨਰਸ ਲਈ। ਮੈਂ ਵੀ ਸਲੂਨ ਓਨਰ ਆ ਜੀ। ਅਸੀਂ ਵੀ ਘਰ ਦੇ ਵਿੱਚ ਸਲੂਨ ਖੋਲਿਆ, ਅਸੀਂ ਵੈਲ ਲਾਇਸੈਂਸਡ ਆ ਜੀ। ਸੋ ਏਦਾਂ ਦੀ ਕੋਈ ਗੱਲ ਨਹੀਂ ਹੈਗੀ। ਜੇ ਕੋਈ ਇਲੀਗਲ ਘਰਾਂ ਦੇ ਵਿੱਚ ਕੰਮ ਕਰ ਰਿਹਾ, ਉਹਨਾਂ ਦਾ ਬਿਜ਼ਨਸ ਹੋ ਰਿਹਾ ਆ, ਉਹਨਾਂ ਨੂੰ ਮਤਲਬ ਫੜਾਓ
ਬਿਲਕੁਲ ਜੀ, ਇਹੀ ਤਾਂ ਗੱਲ ਆ ਭੈਣ ਜੀ। ਅਸੀਂ ਕਹਿੰਦੇ ਵੀ ਬਿੱਲੀ ਦੇ ਗੱਲ ਟੱਲੀ, ਊਠ ਦੇ ਗੱਲ ਨਹੀਂ, ਵੀ ਟੱਲੀ ਬੰਨੇ ਕਿਹੜਾ, ਕੋਈ ਮੋਰੇ ਨਹੀਂ ਆਉਂਦਾ। ਦੂਸਰੀ ਗੱਲ, ਜਿੰਨਾ ਮੈਂ ਆਪ ਖੁਦ ਮੇਰੇ ਘਰ ਦੇ ਵਿੱਚ ਸਲੂਨ ਖੋਲਿਆ ਹੋਇਆ ਆ, ਮੇਰਾ ਅਸੀਂ ਲਾਇਸੈਂਸ ਮੈਂ ਘਰ ਦੇ ਵਿੱਚ ਲਿਆ ਹੋਇਆ ਆ ਜੀ, ਰਜਿਸਟਰ ਮੇਰਾ ਬਿਜ਼ਨਸ ਆ ਤੇ ਮੈਂ ਪ੍ਰੋਪਰ ਕੰਮ ਕਰਦੀ ਆ, ਸੋ ਆਪਣੀ ਇਨਕਮ ਪ੍ਰੋਪਰ ਟੈਕਸ ਪੇ ਕਰਦੀ ਆ। ਤੇ ਦੂਸਰੀ ਗੱਲ ਆ, ਜਦੋਂ ਕਹਿੰਦੇ ਆ ਵੀ ਘਰਾਂ ਦੇ ਵਿੱਚ ਅਸੀਂ ਰੈਂਟ ਦਿੰਨੇ ਆ, ਅਸੀਂ ਇਹ ਦਿੰਨੇ ਆ, ਅਸੀਂ ਵੀ ਬੇਸਮੈਂਟ ਦੇ ਵਿੱਚ ਮੈਂ ਖੋਲਿਆ ਮੇਰਾ, ਮੈਂ ਵੀ $1200 ਬੇਸਮੈਂਟ ਦਾ ਕਿਰਾਇਆ ਲੈ ਸਕਦੀ ਆ ਅੱਜ ਕੱਲ ਜੀ। ਉਦੋਂ ਜਦੋਂ 500 ਰੈਂਟ ਦੀ ਗੱਲ ਕਰਦੇ ਸੀਗੇ, ਉਦੋਂ ਘਰ 5 ਲੱਖ ਦੇ ਸੀ, ਹੁਣ ਘਰ ਮਿਲੀਅਨ ਦੇ ਆ। ਤੇ ਫਿਰ ਹੁਣ ਤਾਂ ਹੀ ਰੈਂਟ 1200 ਆ, ਪਰ ਮੈਂ ਵੀ ਆਪਣਾ 1200 ਰੈਂਟ ਛੱਡ ਕੇ ਉਹਦੇ ਬੇਸਮੈਂਟ ਦੇ ਵਿੱਚ ਸਲੂਨ ਬਣਾਇਆ ਆ। ਪਰ ਗੱਲ ਭੈਣ ਜੀ ਉਹ ਇਹ ਕਰ ਰਹੇ ਹੈਗੇ, ਉਹਨਾਂ ਨੇ ਇੱਕ ਪੁਆਇੰਟ ਇਹ ਵੀ ਰੱਖਿਆ ਕਿ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਗੇ, ਜਿਹੜੇ ਘਰੋਂ ਵੈਸੇ ਹੀ ਕਰ ਰਹੇ ਆ ਜਾਂ ਘਰੋਂ ਕੱਪੜੇ ਵੇਚ ਰਹੇ ਆ ਜਾਂ ਕੋਈ ਹੋਰ ਬਿਜ਼ਨਸ ਘਰੋਂ ਕਰ ਰਹੇ ਹੈਗੇ ਆ, ਉਹਨਾਂ ਦੀ ਗੱਲ ਕੀਤੀ ਜਾ ਰਹੀ। ਹੁਣ ਤੁਸੀਂ ਪ੍ਰੋਪਰ ਲਾਇਸੈਂਸ ਲਿਆ, ਤੁਹਾਡੇ ਬਾਹਰ ਬੋਰਡ ਵੀ ਲੱਗੇ ਹੋਣਗੇ, ਤੁਸੀਂ ਆਪਣੇ ਕਾਰਡ ਵੀ ਛਪਾਏ ਹੋਣਗੇ। ਮੇਰੇ ਕਾਰਡ ਛਪਾਇਆ, ਪਰ ਮੇਰਾ ਤਾਂ ਛੋਟਾ ਜਿਹਾ ਬਿਜ਼ਨਸ ਆ, ਮੈਂ ਤਾਂ ਮਾਊਥ ਟੂ ਵਰਡ ਕੰਮ ਕਰਦੀ ਆ। ਮੈਂ ਚਾਹੁੰਦੀ ਨਹੀਂ, ਮੇਰੀ ਇਹ ਪੈਸ਼ਨ ਪਾਰਟ ਟਾਈਮ ਜੌਬ ਆ, ਉਹਦੀ ਕੋਈ ਪ੍ਰੋਬਲਮ ਨਹੀਂ ਜੀ। ਪਰ ਮੇਰਾ ਤਾਂ ਇਸ਼ੂ ਇਹ ਹੈ ਵੀ ਹਰੇਕ ਬੰਦੇ ਦਾ ਆਪਣਾ ਆਪਣਾ ਹੈਗਾ ਆ, ਕੋਈ ਕਿਸੇ ਦਾ ਕਰਮ ਨਹੀਂ ਖੋਂਦਾ, ਕੋਈ ਕਿਸੇ ਦਾ ਬਿਜ਼ਨਸ। ਮੇਰੇ ਸਟਰੀਟ ਦੇ 4 ਸਲੂਨ ਆ, ਸਾਰੇ ਮੇਰੇ ਕੋਲ ਹੀ ਆਉਂਦੇ ਆ ਜਾਂ ਮੇਰੇ ਕਲਾਇੰਟ ਮੇਰੇ ਕੋਲ ਹੀ ਆਉਂਦੇ ਆ। ਤੁਹਾਡੀ ਆਪਣਾ ਕੁਆਲਿਟੀ ਵਰਕ ਆ, ਤੁਹਾਡਾ ਆਪਣਾ ਕਰਮ ਆ, ਕੋਈ ਕਿਸੇ ਦਾ ਨਹੀਂ ਖੋਂਦਾ, ਕੋਈ ਕਿਸੇ ਦਾ ਬਿਜ਼ਨਸ ਡਾਊਨ ਨਹੀਂ ਕਰਦਾ। ਮਤਲਬ ਦੂਸਰੀ ਗੱਲ ਇਹ ਵੀ ਹੈਗੀ ਆ, ਘਰਾਂ ਦੇ ਵਿੱਚ ਮਤਲਬ ਜਿਹੜੇ ਇਲੀਗਲ ਕਰ ਰਹੇ ਆ, ਉਹਨਾਂ ਕੋਲ ਲੋਕ ਜਾਂਦੇ ਕਿਉਂ ਆ? ਉਹੀ ਤਾਂ ਗੱਲ ਆ ਜੀ। ਹਾਂਜੀ ਬਿਲਕੁਲ। ਉਹਨਾਂ ਨੂੰ ਆਪਣੇ ਫੇਸ ਦੀ, ਆਪਣੀ ਸਕਿਨ ਦੀ, ਆਪਣੇ ਵਾਲਾਂ ਦੀ ਕੋਈ ਕੇਅਰ ਨਹੀਂ ਹੈਗੀ, ਉਹਨਾਂ ਨੂੰ ਕੁਆਲਿਟੀ ਦਾ ਕੋਈ ਫਰਕ ਨਹੀਂ ਹੈਗਾ। ਜੇ ਹੁਣ ਅਸੀਂ ਮੈਂ ਪ੍ਰੋਪਰ ਪੈਸੇ ਲੈਂਦੀ ਆ, ਮੈਂ ਰੂਟ ਟੱਚ ਅਪ ਕਰਦੀ ਆ, ਮੈਂ $45-40 ਲੈਂਦੀ ਆ, ਮੈਂ ਘੱਟ ਨਹੀਂ ਲੈਂਦੀ। ਸੋ ਲੋਕ 10-10 $20 ਆਹ ਸਲੂਨਾਂ ਵਾਲੇ ਜਿਹੜੇ ਕਹਿੰਦੇ ਸਾਡੀਆਂ ਦੁਕਾਨਾਂ ਨੇਗੀਆਂ, ਇਹੀ ਘੱਟ ਪੈਸੇ ਲੈ ਕੇ ਸਲੂਨ ਦਾ ਕੰਮ ਕਰਦੇ ਆ। ਮੈਂ ਆਪ, ਮੇਰੇ ਕੋਲ ਹੈਗੇ ਆ, ਮੈਂ ਜਿਨ੍ਹਾਂ ਦੇ ਬਹੁਤ ਵੱਡਾ ਸਲੂਨ ਆ, ਉਹ $10-20 ਤੇ ਰੂਟ ਟੱਚ ਅਪ ਕਰਦੇ ਆ, ਪਰ ਮੈਂ ਨਹੀਂ ਕਰਦੀ। ਪਰ ਮਤਲਬ ਉਹ ਸਾਨੂੰ ਆ ਕੇ ਕਹਿੰਦੇ ਫਲਾਨਾ ਸਲੂਨ ਤਾਂ ਐਡਾ ਵੱਡਾ $20 ਲੈਂਦਾ। ਮੈਂ ਕਿਹਾ ਜੀ ਤੁਸੀਂ ਉੱਥੇ ਚਲੇ ਜਾਓ ਜੀ, ਠੀਕ ਆ। ਦੂਸਰੀ ਗੱਲ, ਨਾਲੇ ਉਹ ਫਿਰ ਜਿਹੜੇ ਰੈਂਟ, ਜਿਹੜੇ ਕੁੜੀਆਂ ਵੀ ਉਹਨਾਂ ਰੱਖੀਆਂ, ਉਹਨਾਂ ਨੂੰ ਕੈਸ਼ ਤੇ ਰੱਖੀਆਂ, $10 ਉਹਨਾਂ ਨੂੰ ਦਿੰਦੇ ਆ, ਫਿਰ ਇਹ ਵੀ ਤਾਂ ਕੈਸ਼ ਕਰਦੇ ਹੀ ਆ ਨਾ। ਇਹ ਕਾਹਤੋਂ ਉਹਨਾਂ ਨੂੰ ਕੈਸ਼ ਕਰਦੇ? ਬਿਲਕੁਲ ਜੀ, ਸਾਰਿਆਂ ਨੂੰ ਵਿੱਚੇ ਹੀ ਲੈਣਾ ਚਾਹੀਦਾ, ਜਿਹੜੇ ਇਲੀਗਲ ਕਰਦੇ ਆ, ਜਿਨ੍ਹਾਂ ਨੇ ਘਰਾਂ ਤੋਂ ਸ਼ੁਰੂ ਕੀਤੇ ਆ। ਤੇ ਬਾਕੀ ਲੋਕਾਂ ਨੂੰ ਤਾਂ ਫਿਰ ਦੁੱਖ ਲੱਗਣਾ ਹੀ ਆ। ਹੁਣ ਜਦੋਂ ਇੱਕ ਬੰਦਾ ਟੈਕਸ ਪੇ ਕਰ ਰਿਹਾ ਆ, ਪ੍ਰਾਪਰਟੀ ਟੈਕਸ ਦੇ ਰਿਹਾ ਹੈਗਾ ਆ, ਉਹ ਸਾਰਾ ਲੀਗਲ ਕਰ ਰਿਹਾ ਹੈਗਾ, ਤੇ ਦੂਜੇ ਪਾਸੇ ਇੱਕ ਬੰਦਾ ਕੈਸ਼ ਹੀ ਸਾਰਾ ਕੁਝ ਕਰ ਰਿਹਾ, ਕੁਝ ਸ਼ੋ ਹੀ ਨਹੀਂ ਕਰ ਰਿਹਾ, ਗਵਰਨਮੈਂਟ ਤੋਂ ਵੀ ਫੰਡਿੰਗ ਲੈ ਰਿਹਾ, ਉਧਰੋਂ ਵੀ ਪੈਸੇ ਲੈ ਰਿਹਾ, ਇਨਕਮ ਲੋ ਆ, ਉਹਦਾ ਮੈਡੀਕਲ ਦਾ ਬਿੱਲ ਨਹੀਂ ਆ ਰਿਹਾ, ਉਹਨੂੰ ਇੰਨੀਆਂ ਸਹੂਲਤਾਂ ਮਿਲ ਰਹੀਆਂ, ਤੇ ਦੂਜੇ ਪਾਸੇ ਉਹ ਕੰਮ ਕੈਸ਼ ਕਰ ਰਿਹਾ, ਉਹ ਤਾਂ ਫਿਰ ਡਬਲ ਬਣਾ ਰਿਹਾ ਨਾ। ਆਈ ਅੰਡਰਸਟੈਂਡ, ਪਰ ਇਹ ਇੱਕ ਨਹੀਂ, ਇਹ ਸਲੂਨ ਵਾਲੇ ਵੀ, ਜਿਹਨਾਂ ਦਾ ਬਿਜ਼ਨਸ ਵਾਲੇ ਵੀ ਕਰ ਰਹੇ ਆ, ਦੂਸਰੇ ਵੀ ਕਰ ਰਹੇ ਆ। ਬਿਲਕੁਲ ਜੀ, ਇਹ ਤਾਂ ਕਰਨਾ ਆ, ਉਹਨਾਂ ਨੇ ਕਰਨਾ ਹੀ ਹੈਗਾ ਆ। ਤੁਸੀਂ ਕਿਸੇ ਨੂੰ, ਜਿਹੜੇ ਚੀਟਰ ਆ, ਉਹ ਬਾਹਲਾ ਚਿਰ ਪੈਸਾ ਰਹਿੰਦਾ ਵੀ ਨਹੀਂ ਹੈਗਾ, ਹਨਾ। ਮਤਲਬ ਦੂਸਰੀ ਗੱਲ, ਆਪੋ ਆਪਣਾ ਕਾਰਮਾ ਆ। ਸਾਰੇ ਲੋਕ ਗਲਤ ਆ, ਜਿਹੜੇ ਉਹ ਗਲਤ ਕਰੀ ਜਾ ਰਹੇ ਆ। ਬਟ ਮੈਂ ਇੰਨਾ ਹੀ ਕਹਿਣਾ ਸੀ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਸਾਰੇ ਘਰਾਂ 'ਚ ਸਲੂਨ ਖੋਲਣ ਵਾਲੇ ਗਲਤ ਨਹੀਂ ਹੈਗੇ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਥੋੜਾ ਜਿਹਾ ਡਿਸਕਸ ਕਰਨਾ ਚਾਹੁੰਦੀ ਸੀਗੀ ਕਿ ਅੱਜ ਸੈਲੂਨ ਖੁੱਲੇ ਨੇ ਤੇ ਮੈਂ ਵੀ ਇੱਕ ਸੈਲੂਨ ਓਨਰ ਆ, ਤੇ ਮੈਂ ਕਹਿਣਾ ਚਾਹੁੰਦੀ ਹਾਂ ਕਿ ਜਿੱਦਾਂ ਕੰਮ ਹੋਣਾ ਚਾਹੀਦਾ ਸੀ, ਕੰਮ ਤਾਂ ਸੈਲੂਨ 'ਚ ਬਿਲਕੁਲ ਵੀ ਹੈ ਨਹੀਂ ਗਾ ਜੀ। ਲੋਕਾਂ ਨੇ ਇਨ ਬਿਟਵੀਨ ਘਰਾਂ ਦੇ ਵਿੱਚ ਕੰਮ ਕਰਕੇ ਕੰਮ ਦਾ ਹੀ ਸੱਤਿਆਨਾਸ਼ ਕੀਤਾ ਪਿਆ। ਹਰ ਕੋਈ ਹੇਅਰ ਕੱਟ ਕਰਵਾਈ ਫਿਰਦਾ, ਹਰ ਕੋਈ ਆਈਬ੍ਰੋ ਕਰਵਾਈ ਫਿਰਦਾ। ਸਾਡੇ ਕੋਲ ਤਾਂ ਕਲਾਇੰਟ ਹੀ ਨਹੀਂ ਹੈਗਾ। ਬਿਲਕੁਲ ਜੀ, ਲੋਕਡਾਊਨ ਦੇ ਵਿੱਚ ਮੈਂ ਕਿਸੇ ਦੇ ਵਾਲ ਨਹੀਂ ਵਧੇ ਦੇਖੇ, ਕਿਸੇ ਦੇ ਮੈਂ ਆਈਬ੍ਰੋ ਨਹੀਂ ਵਧੇ ਦੇਖੇ, ਕਿਸੇ ਦੇ ਸਾਰੇ ਅਪ ਟੂ ਡੇਟ ਆ, ਬਿਲਕੁਲ ਸਾਰੇ ਜਾਣੇ ਆ ਬਿਲਕੁਲ ਪਰਫੈਕਟ ਤੁਰੇ ਫਿਰਦੇ ਆ, ਸਾਰਿਆਂ ਦੀ ਪੂਰੀ ਟੌਰ ਟੱਪਾ ਕੱਢੀ ਫਿਰਦੇ ਆ ਜੀ। ਉਹ ਕਿੱਥੋਂ ਹੁੰਦੇ ਤਿਆਰ? ਸਵਾਲ ਇਹ ਵੀ ਆ ਨਾ ਫਿਰ। ਉਹੀ ਤਾਂ ਅਸੀਂ ਹੈਰਾਨ ਆ। ਗਵਰਨਮੈਂਟ ਨੇ ਰੂਲਸ ਸਾਰੇ ਸਾਡੇ ਵਰਗਿਆਂ ਲਈ ਬਣਾਏ ਹੋਏ ਆ ਜੀ, ਤੇ ਲੋਕੀ ਤਾਂ ਪ੍ਰੋਪਰ ਘਰਾਂ 'ਚ ਬੈਠੇ ਜਿਹੜੇ ਕਰਦੇ ਪਏ ਆ, ਉਹਨਾਂ ਨੇ ਪੂਰਾ ਫਾਇਦਾ ਚੱਕਿਆ ਇਸ ਚੀਜ਼ ਦਾ। ਪਰ ਗੱਲ ਇਹ ਵੀ ਹੈਗੀ ਆ ਜੀ, ਦੇਖੋ ਜਦੋਂ ਅਸੀਂ ਗੱਲ ਕਰਦੇ ਆ ਕਿ ਜੇ ਬਿਜ਼ਨਸ ਇਦਾਂ ਦੇ ਹੋ ਰਹੇ ਆ, ਤੇ ਫਿਰ ਲੋਕੀ ਉਹਨਾਂ ਲੋਕਾਂ ਦਾ ਨਾਂ ਕਿਉਂ ਨਹੀਂ ਲੈਂਦੇ, ਕੰਪਲੇਂਟਸ ਕਿਉਂ ਨਹੀਂ ਕਰਦੇ, ਕਿਉਂ ਦੇਖੀ ਜਾਂਦੇ ਆ, ਕਿਉਂ ਉਹ ਸਫਰ ਕਰਦੇ ਆ ਜੀ? ਬਹੁਤ ਜ਼ਿਆਦਾ ਲੋਕਾਂ ਨੂੰ ਤਾਂ ਮੈਂ ਜਾਣਦੀ ਵੀ ਆ, ਪਰ ਹੁਣ ਪਤਾ ਕੀ ਹੁੰਦਾ, ਕਈ ਵਾਰ ਆਪਾਂ ਕੰਪਲੇਂਟ ਤਾਂ ਨਹੀਂ ਕਰਦੇ, ਕਈ ਵਾਰ ਉਹ ਆਪਣੇ ਜਾਣ ਪਹਿਚਾਣ ਵਾਲੇ ਹੁੰਦੇ ਆ। ਹਾਂਜੀ, ਪਰ ਦੇਖੋ ਜੀ, ਆਪਾਂ ਤੁਹਾਡਾ ਨਾਂ ਨਹੀਂ ਪੁੱਛ ਰਹੇ, ਆਪਾਂ ਤੁਹਾਨੂੰ ਪੁੱਛ ਨਹੀਂ ਰਹੇ ਕਿੱਥੋਂ ਕਾਲ ਕਰਦੇ ਆ। ਤੁਸੀਂ ਖੁਦ ਦੱਸਿਆ ਤੁਸੀਂ ਵੀ ਸਲੂਨ ਓਨ ਕਰਦੇ ਹੈਗੇ ਆ, ਪਰ ਗੱਲ ਇਹ ਆ ਕਿ ਕਿਸੇ ਇੱਕ ਨੂੰ ਤਾਂ ਲੈਣਾ ਚਾਹੀਦਾ। ਹਾਂ ਵੀ ਲੋਕਡਾਊਨ ਦੇ ਦੌਰਾਨ ਜਦੋਂ ਪਾਰਲਰ ਬੰਦ ਸੀ, COVID-19 ਸੀ, ਇਸ ਕਿਹਾ ਗਿਆ ਸੀ ਤੁਸੀਂ ਨਹੀਂ ਖੋਲਣਾ, ਤੇ ਕਿਹੜੇ ਲੋਕ ਆ ਜਿਹੜੇ ਘਰੋਂ ਕਰਦੇ ਸੀ?
ਉਹਨਾਂ ਲੋਕਾਂ ਦਾ ਫਿਰ ਨਾਂ ਪਤਾ ਹੋਣਾ ਚਾਹੀਦਾ ਨਾ। ਸੈਲੂਨਾਂ ਵਾਲੇ ਸਾਰੇ ਕਰਦੇ ਰਹੇ ਆ ਜੀ, ਹੇਅਰ ਕੱਟਸ ਵਾਲੇ ਸਾਰੇ ਜਿਹੜੇ ਰੈਪੂਟੇਟਡ ਸੈਲੂਨ ਸਾਰੇ ਚੋਰੀ ਗੈਰਾਜਾਂ ਦੇ ਵਿੱਚ ਸਭ ਕਰਦੇ ਰਹੇ ਆ ਹੇਅਰ ਕੱਟ। ਜੀ, ਸਾਰੇ ਅਪਾਇੰਟਮੈਂਟਾਂ ਲੈਂਦੇ ਰਹੇ ਆ ਔਰ $20 ਵਾਲਾ ਹੇਅਰ ਕੱਟ 40 50 ਡਾਲਰ ਚ ਕਰਦੇ ਰਹੇ ਆ। ਜੀ, ਥੈਂਕ ਯੂ ਜੀ ਤੁਹਾਡਾ ਜੀ, ਥੈਂਕ ਯੂ ਸਾਨੂੰ ਫੋਨ ਕਰਨ ਦੇ ਲਈ। ਹਾਂਜੀ ਹਾਂਜੀ, ਨੋ ਪ੍ਰੋਬਲਮ, ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਜੀ। ਮੈਂ ਇੱਕ ਹੋਰ ਮੁੱਦਾ ਚੁੱਕਣਾ ਚਾਹੂੰਗੀ। ਹਾਂਜੀ, ਗਵਰਨਮੈਂਟ ਨੇ ਜਿਹੜਾ ਬਿਜ਼ਨਸ ਵਾਲਿਆਂ ਨੂੰ 40,000 ਵਾਲਾ ਲੋਨ ਦਿੱਤਾ ਸਮਾਲ ਬਿਜ਼ਨਸ ਵਾਲਿਆਂ ਨੂੰ, ਜੀ, ਉਹ ਸਮਾਲ ਬਿਜ਼ਨਸ ਵਾਲਿਆਂ ਲਈ ਤਾਂ ਹੈ ਹੀ ਨਹੀਂ ਗਿਆ। ਜੀ, ਉਹ ਮੀਡੀਅਮ ਬਿਜ਼ਨਸ ਵਾਲੇ ਤੇ ਵੱਡੇ ਬਿਜ਼ਨਸ ਵਾਲੇ ਫਾਇਦਾ ਚੱਕ ਕੇ ਬੈਠ ਗਏ ਤੇ ਛੋਟੇ ਬਿਜ਼ਨਸ ਵਾਲਿਆਂ ਨੂੰ ਤਾਂ ਕੁਝ ਵੀ ਨਹੀਂ ਮਿਲਿਆ। ਜੀ ਬਿਲਕੁਲ, ਕੋਈ ਨਹੀਂ ਜੀ, ਅਸੀਂ ਇਸ ਗੱਲ ਨੂੰ ਇਸੇ ਤਰ੍ਹਾਂ ਹੀ ਡਿਸਕਸ ਜ਼ਰੂਰ ਕਰਾਂਗੇ ਔਰ ਇਹਦੇ ਤੇ ਗੱਲਾਂ ਹੋਣਗੀਆਂ ਹੋਰ ਅੱਗੇ ਜਾ ਕੇ, ਪਰ ਥੈਂਕ ਯੂ ਸਾਨੂੰ ਫੋਨ ਕਰਨ ਦੇ ਲਈ। ਹਾਂਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਬਲਜਿੰਦਰ ਕੌਰ ਜੀ ਤੇ ਵੀਰ ਰਫਤਾਰ ਜੀ, ਤੁਹਾਨੂੰ ਤਰਫੀ ਸਤਿ ਸ਼੍ਰੀ ਅਕਾਲ। ਮਨਜੀਤ ਸਿੰਘ ਬੋਲਦਾ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਕੁਝ ਆਪਣੇ ਇਲਾਕੇ ਸ਼ਹਿਰ ਦੀ ਕੋਈ ਇੱਕ ਅਪਡੇਟ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਸੀ। ਜੀ ਜ਼ਰੂਰ ਵੀਰੇ, ਤੁਸੀਂ ਜ਼ਰੂਰ ਕਰ ਸਕਦੇ ਹੋ ਜੀ, ਤੁਹਾਡਾ ਆਪਣਾ ਸਾਂਝਾ ਟੀਵੀ ਆ ਤੇ ਸਾਂਝੇ ਜਿਹੜੇ ਮੁੱਦੇ ਹੁੰਦੇ ਆ ਉਹਨਾਂ ਨੂੰ ਜ਼ਰੂਰ ਡਿਸਕਸ ਕਰਨਾ ਚਾਹੀਦਾ। ਹਾਂਜੀ ਜ਼ਰੂਰ ਜੀ। ਜੇ ਕਿਉਂਕਿ ਇਜਾਜ਼ਤ ਮੈਂ ਤਾਂ ਮੰਗੀ ਕਿਉਂਕਿ ਤੁਸੀਂ ਵਾਲ ਵੂਲ ਕੱਟਦੇ ਸੀ ਤੇ ਮੈਂ ਕਿਹਾ ਮੇਰਾ ਕੰਮ ਹੋ ਰਿਹਾ ਤੇ ਮੈਂ ਵਾਲ ਕਟਾਉਣ ਵਾਲੇ ਵਿੱਚ ਤੁਹਾਡੇ ਕੋਲ ਇਜਾਜ਼ਤ ਮੰਗੀ। ਨਹੀਂ, ਅਸੀਂ ਅੱਜ ਵਾਲ ਕੱਟਣ ਵਾਲਿਆਂ ਦੇ ਖਿਲਾਫ ਮੁਹਿੰਮ ਚੱਕੀ ਹੋਈ ਹੈ, ਪਰ ਤੁਸੀਂ ਆਪਣੇ ਸ਼ਹਿਰ ਦਾ ਮੁੱਦਾ ਲਿਆਓ ਜੀ, ਆਪਾਂ ਉਹਦੇ ਤੇ ਹੋਰ ਨਿਕਲਾਂਗੇ। ਹਾਂਜੀ ਭੈਣ ਜੀ, ਸ਼ਾਇਦ ਹੋ ਸਕਦਾ ਤੁਹਾਡੇ ਵੀ ਨਜ਼ਰੀ ਪਈ ਹੋਵੇ, ਇੱਕ ਸੋਸ਼ਲ ਮੀਡੀਆ ਤੇ ਫੋਟੋ ਵਾਇਰਲ ਹੋ ਰਹੀ ਹੈ, ਮੈਨੂੰ ਵੀ ਕਿਸੇ ਦੋਸਤ ਮਿੱਤਰ ਨੇ ਭੇਜੀ ਆ ਜੀ। ਇੱਕ ਮੇਰੇ ਲਾਗੇ ਸ਼ਹਿਰ ਹੈ ਜੀ ਮੋਡੈਸਟੋ ਜੀ, ਉੱਥੇ ਗੁਰਦੁਆਰਾ ਆ ਹੈਚ ਰੋਡ ਤੇ ਪੈਂਦਾ, ਦੋਵਾਂ ਸ਼ਹਿਰਾਂ ਦੇ ਇਕੱਠੇ ਨਾਂ ਆ ਮੋਡੈਸਟੋ ਸੀਰੀਅਸ ਦਾ ਕਰਕੇ ਗੁਰਦੁਆਰਾ ਸਾਹਿਬ ਮਸ਼ਹੂਰ ਹੈ ਜੀ। ਬਿਲਕੁਲ ਵੀਰੇ, ਮੇਰੇ ਤੱਕ ਹਾਂਜੀ ਮੈਂ ਵੀ ਮੇਰੇ ਤੱਕ ਵੀ ਪਹੁੰਚ ਕੀਤੀ ਹੈਗੀ ਉਸ ਫੋਟੋ ਨੇ ਕੀ ਨਿਸ਼ਾਨ ਸਾਹਿਬ ਜਿਹੜਾ ਚੜਾਇਆ, ਪਰ ਤੁਸੀਂ ਡੀਟੇਲ ਦੱਸੋ ਜੀ। ਜੀ 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 ਸੋ ਉੱਥੇ ਆਪਣਾ ਭਾਈਚਾਰਾ ਬਹੁਤ ਜ਼ਿਆਦਾ ਆ ਤੇ ਉੱਥੇ ਜਿਹੜਾ ਨਿਸ਼ਾਨ ਸਾਹਿਬ ਆ ਪਿਛਲੇ ਤਕਰੀਬਨ 2 ਹਫ਼ਤਿਆਂ ਤੋਂ, ਵੈਸੇ ਤੋਂ ਵਿਸਾਖੀ ਤੋਂ ਅਗਲੇ ਵੀਕ ਉੱਥੇ ਨਿਸ਼ਾਨ ਸਾਹਿਬ ਦੀ ਸੇਵਾ ਹੁੰਦੀ ਹੈ ਹਰ ਸਾਲ ਹੀ ਜੀ। ਸੋ ਅਸੀਂ ਵੀ ਉੱਥੇ ਜਾਈਦਾ ਸੰਗਤਾਂ ਦੇ ਦਰਸ਼ਨ ਦੁਆਰੇ ਕਰਨ, ਤੇ ਇਸ ਵਾਰ ਹਾਲਾਤ ਨਾਜ਼ੁਕ ਹੋਣ ਕਰਕੇ ਪ੍ਰਬੰਧਕ ਕਮੇਟੀ ਨੇ ਜਿਹੜਾ ਇਹ ਸੇਵਾ ਸੀ ਇਹ ਅਗਾਂਹ ਪਾ ਦਿੱਤੀ ਕਿਉਂਕਿ ਗੁਰਦੁਆਰਾ ਸਾਹਿਬ ਬੰਦ ਆ। ਸੋ ਪਿਛਲੇ ਦਿਨਾਂ ਦੇ ਵਿੱਚ ਕਮੇਟੀ ਨੇ ਫੈਸਲਾ ਲਿਆ ਕਿ ਸੰਗਤ ਦੇ ਨਾਲ ਕੁਝ ਜਿਹੜੇ ਮੋਹਤਬਾਰ ਵੀਰ ਸਨ ਉਹਨਾਂ ਨਾਲ ਸਲਾਹ ਮਸ਼ਵਰਾ ਕਰਕੇ ਕਿ ਆਪਾਂ ਇਸ ਐਤਵਾਰ ਨਿਸ਼ਾਨ ਸਾਹਿਬ ਦੀ ਸੇਵਾ ਕਰਨੀ, ਤੇ ਉਹਨਾਂ ਨੇ ਉਹਦਾ ਸਮਾਂ ਜਿਹੜਾ ਸੀ ਉਹ 11 ਵਜੇ ਨਿਸ਼ਚਿਤ ਕੀਤਾ ਜੀ। ਤੇ ਇੱਕ ਕਮੇਟੀ ਮੈਂਬਰ ਨੇ ਪਤਾ ਇਹ ਲੱਗਾ ਕਿ ਆਉਣ ਤੋਂ ਪਹਿਲਾਂ ਤੇ ਉਹ ਨਿਸ਼ਾਨ ਸਾਹਿਬ ਜਿਹੜਾ ਸੀਗਾ ਉਹ ਚੜਾ ਦਿੱਤਾ ਜੀ। ਹੁਣ ਜਿਹੜਾ ਨਿਸ਼ਾਨ ਸਾਹਿਬ ਚੜਿਆ ਉਹਦਾ ਰੰਗ ਭਗਵਾ ਆ ਜੀ ਜੀ, ਔਰ ਜਿਹੜਾ ਉਹਦੇ ਵਿੱਚ ਖੰਡਾ ਬਣਾਇਆ ਗਿਆ ਉਹ ਵੀ ਭੰਨ ਤੋੜ ਉਹਦੀ ਕੀਤੀ ਗਈ ਆ। ਤੇ ਦੂਸਰੀ ਗੱਲ ਇਹ ਆ ਵੀ ਉਹ ਲੋਕ ਛੁਪੇ ਕੰਮ ਕੀਤਾ ਗਿਆ ਜੀ ਜੀ। ਉਹ ਇਹਦੇ ਵਿੱਚ ਮੇਰੀ ਉੱਥੇ ਦੇ ਕੁਝ ਵੀਰਾਂ ਦੇ ਨਾਲ ਗੱਲਬਾਤ ਹੋਈ ਜਿਹੜੇ ਪ੍ਰਬੰਧਕ ਕਮੇਟੀ ਦੇ ਵਿੱਚ ਸ਼ਾਮਲ ਨੇ। ਸੋ ਉਹਨਾਂ ਨੇ ਇਹ ਗੱਲ ਮੰਨੀ ਆ ਕਿ ਸਾਡੇ ਕੋਲ ਗਲਤੀ ਹੋਈ ਆ ਤੇ ਅਸੀਂ ਇਹਨੂੰ ਸੁਧਾਰ ਕਰਾਂਗੇ, ਪਰ ਕੁਝ ਜਿਹੜੇ ਵੀਰ ਆ ਸੁਣਨ ਚ ਆਇਆ ਕਿ ਉਹ ਕਹਿੰਦੇ ਨਹੀਂ ਜੀ ਇਹਨੂੰ ਅਸੀਂ ਇਸੇ ਤਰ੍ਹਾਂ ਰਹਿਣ ਦੇਣਾ। ਅੱਜ ਜੇਕਰ ਮੋਡੈਸਟੋ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਬਦਲਿਆ ਜਾਂਦਾ ਤੇ ਅਗਲਾ ਗੁਰਦੁਆਰਾ ਟਰਲਕ ਵੀ ਹੋ ਸਕਦਾ, ਸਟਾਕਟਨ ਵੀ ਹੋ ਸਕਦਾ, ਫਰਿਜਨੋ ਵੀ ਹੋ ਸਕਦਾ, ਉਹ ਕਿਤੇ ਵੀ ਹੋ ਸਕਦਾ ਜੀ। ਤੇ ਦੂਸਰੀ ਗੱਲ ਜਿਹੜੇ ਉੱਥੋਂ ਦੇ ਗ੍ਰੰਥੀ ਸਾਹਿਬਾਨ ਆ ਉਹ ਇਸ ਗੱਲ ਤੋਂ ਭਲੀ ਭਾਂਤ ਜਾਣੂ ਨੇ ਕਿਉਂਕਿ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਮੇਰਾ ਨਹੀਂ ਹੋ ਸਕਿਆ, ਪਰ ਕੁਝ ਦੋਸਤਾਂ ਨੇ ਜਿਹੜੇ ਉੱਥੇ ਲੋਕਲ ਰਹਿੰਦੇ ਨੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ ਕਿ ਉਹਨਾਂ ਨੇ ਇਸ ਗੱਲ ਤੋਂ ਸਾਫ਼ ਹੀ ਇਨਕਾਰ ਕਰ ਦਿੱਤਾ ਵੀ ਇਹ ਕੱਪੜਾ ਕੌਣ ਲੈ ਕੇ ਆਇਆ, ਇਹ ਕੱਪੜਾ ਕਿੱਥੋਂ ਆਇਆ, ਕਿਹਨੇ ਸੇਵਾ ਕੀਤੀ। ਕਿਉਂਕਿ ਜਦੋਂ ਗੁਰੂ ਘਰ ਨਿਸ਼ਾਨ ਸਾਹਿਬ ਦੀ ਸੇਵਾ ਹੁੰਦੀ ਹੈ ਤਕਰੀਬਨ ਅੰਦਾਜ਼ਨ ਉਹ 80 ਜਾਂ 90 ਫੁੱਟ ਦੇ ਕਰੀਬ ਉਹਦੀ ਲੰਬਾਈ ਹੋਊਗੀ ਨਿਸ਼ਾਨ ਸਾਹਿਬ ਦੀ, ਔਰ ਜਦੋਂ ਨਿਸ਼ਾਨ ਸਾਹਿਬ ਥੱਲੇ ਲਾਇਆ ਜਾਂਦਾ ਫਿਰ ਦੁਬਾਰਾ ਉਹਦੀ ਸੇਵਾ ਕਰਕੇ ਫਿਰ ਉਹਨੂੰ ਚੜਾਇਆ ਜਾਂਦਾ ਤੇ ਇਹਦੇ ਵਾਸਤੇ ਘੱਟੋ ਘੱਟ 20 ਤੋਂ 25 ਸੇਵਾਦਾਰਾਂ ਦੀ ਜ਼ਰੂਰਤ ਪੈਂਦੀ ਹੈ ਔਰ ਇਹ ਘੱਟੋ ਘੱਟ 4-5 ਘੰਟੇ ਨੂੰ ਸਮਾਂ ਲੱਗਦਾ ਇਹ ਸਾਰੀ ਕਿਰਿਆ ਕਰਨ ਵਾਸਤੇ ਜੀ। ਸੋ ਇਹ ਆਪਾਂ ਨਹੀਂ ਕਹਿ ਸਕਦੇ ਕਿ ਕਮੇਟੀ ਤੇ ਅਣਗੌਲਿਆ ਇਹ ਕੰਮ ਕੀਤਾ ਗਿਆ ਕਿਉਂਕਿ ਕਮੇਟੀ ਨੂੰ ਪਤਾ ਸੀ ਜਾਂ ਨਹੀਂ ਸੀ ਪਤਾ, ਇਹ ਤਾਂ ਹੁਣ ਕਮੇਟੀ ਮੈਂਬਰ ਹੀ ਗੱਲਬਾਤ ਦੱਸ ਸਕਦੇ, ਪਰ ਜਿੰਨਾ ਕਿ ਮੈਂ ਸੰਪਰਕ ਕੀਤਾ 3 ਕਮੇਟੀ ਮੈਂਬਰਾਂ ਨਾਲ ਮੇਰੀ ਗੱਲਬਾਤ ਹੋਈ ਹੈ ਜੀ, ਤੇ 2-3 ਜਿਹੜੇ ਹੋਰ ਸੇਵਾਦਾਰ ਆ ਉੱਥੇ ਹਰੇਕ ਕੰਮ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਨੇ, ਉਹ ਕਮੇਟੀ ਮੈਂਬਰ ਨਹੀਂਗੇ। ਤੇ ਉਹਨਾਂ ਨੇ ਵੀ ਇਸ ਗੱਲ ਦੀ ਪ੍ਰੋੜਤਾ ਕੀਤੀ ਆ ਕਿ ਸਿਰਫ ਤੇ ਸਿਰਫ ਇੱਕ ਬੰਦੇ ਦੀ ਉਹ ਕਾਰਸ਼ਤਾਨੀ ਦਾ ਕਰਕੇ, ਕਿਉਂਕਿ ਸੁਣਨ ਦੇ ਵਿੱਚ ਇਹ ਵੀ ਆਇਆ ਕਿ ਉੱਥੇ ਜਿਹੜੀ ਕਮੇਟੀ ਉਹਨਾਂ ਦੇ ਆਪਸ ਵਿੱਚ
ਜਿਹੜੇ ਤਕਰਾਰ ਚੱਲਦਾ ਉਹਨਾਂ ਦੇ ਆਪਸ ਵਿੱਚ ਖਿਆਲਾਤ ਨਹੀਂ ਮਿਲਦੇ। ਸੋ ਇਸ ਕਰਕੇ ਜਿਨ੍ਹਾਂ ਨੂੰ ਨਹੀਂ ਬੁਲਾਇਆ ਗਿਆ ਉਹਨਾਂ ਦੇ ਵਿੱਚ ਮੈਂ ਨਾਂ ਵੀ ਲੈ ਦਿੰਦਾ 에ਅਰ ਤੇ, ਕੋਈ ਮੈਨੂੰ ਇਹਦੇ ਵਿੱਚ ਇਤਰਾਜ਼ ਨਹੀਂ। ਔਰ ਜਿਹੜੇ ਆਏ ਸੀਗੇ ਉਹਨਾਂ ਦੇ ਵਿੱਚ ਇੱਕ ਮੰਦਰਵੀਰ ਆ ਜੀ, ਖਾਸ ਕਰਕੇ ਸਾਡੇ ਕਬੱਡੀ ਦੀਆਂ ਗਰਾਊਂਡਾਂ ਦੇ ਵਿੱਚ ਉਹ ਰੈਫਰੀ ਦੀ ਸੇਵਾ ਕਰਦੇ ਹੁੰਦੇ, ਤੇ ਇੱਕ ਜਗਤਾਰ ਸਿੰਘ ਸਿੱਧੂ ਨੇ। ਇਹ 11:30 ਵਜੇ ਪਹੁੰਚੇ ਆ ਤੇ ਇਹਨਾਂ ਦੇ ਆਉਣ ਤੋਂ ਪਹਿਲਾਂ ਜਿਹੜਾ ਉਹ ਨਿਸ਼ਾਨ ਸਾਹਿਬ ਚੜਾ ਦਿੱਤਾ ਗਿਆ। ਤੇ ਜਦੋਂ ਇਹਨਾਂ ਨੇ ਪੁੱਛ ਪੜਤਾਲ ਕੀਤੀ ਤੇ ਇਹਨਾਂ ਨੇ ਕੋਈ ਵੀ ਗੱਲ ਨਹੀਂ ਪਾਈ। ਫਿਰ ਇਹਨਾਂ ਨੇ ਉਸ ਗੱਲ ਨੂੰ ਸੰਭਵ ਕਰਨ ਦਾ ਕਰਕੇ, ਕਿਉਂਕਿ ਜੇਕਰ ਅਸੀਂ ਉਹਨਾਂ ਪ੍ਰਬੰਧਕਾਂ ਸੱਜਣਾ ਦੇ ਖਿਲਾਫ ਖੜੇ ਹੋਏ ਤੇ ਜਿਹੜਾ ਸਾਡਾ ਵਿਰੋਧੀ ਧਿਰ ਆ, ਕਿਉਂਕਿ ਹਰੇਕ ਜਗ੍ਹਾ ਕੁਝ ਨਾ ਕੁਝ ਬੰਦੇ ਹੁੰਦੇ ਆ ਜਿਹੜੀ ਤੁਹਾਡੀ ਗੱਲ ਨੂੰ ਸਵਾਲ ਕਰਦੇ ਤਾਂ ਵਿਰੋਧੀ ਧਿਰ ਕਹਿੰਦੇ ਨੇ ਜੀ। ਸੋ ਇਹਨਾਂ ਨੇ ਉਹਦੇ ਨਾਲ ਹਾਂ ਦੇ ਹਾਂ ਮਿਲਾਉਣ ਦੀ ਕੋਸ਼ਿਸ਼ ਕੀਤੀ। ਸੋ ਹੁਣ ਉਹਨਾਂ ਨੇ ਉਮੀਦ ਔਰ ਭਰੋਸਾ ਦਿੱਤਾ ਕਿ ਅਸੀਂ ਇਹਨੂੰ ਆਉਂਦੇ ਸ਼ੁੱਕਰ ਸ਼ਨੀਵਾਰ ਤੱਕ ਇਸ ਨਿਸ਼ਾਨ ਸਾਹਿਬ ਨੂੰ ਲਾ ਕੇ ਜਿਹੜਾ ਸਾਡਾ ਰਵਾਇਤੀ ਨਿਸ਼ਾਨ ਸਾਹਿਬ ਹੈ, ਕੇਸਰੀ ਰੰਗ ਦਾ ਜਾਂ ਨੀਲੇ ਰੰਗ ਦਾ, ਜਿਹਦੇ ਵਿੱਚ ਕਾਲੇ ਰੰਗ ਦਾ ਖੰਡਾ ਜਾਂ ਨੀਲੇ ਰੰਗ ਦਾ ਖੰਡਾ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ ਜਾ ਸਕਦਾ। ਇਹ ਮੈਂ ਤੁਹਾਡੇ ਧਿਆਨ ਗੋਚਰੀ ਲਿਆਉਣਾ ਚਾਹੁੰਦਾ ਸੀਗਾ। ਤੇ ਤੁਹਾਨੂੰ ਮੈਂ ਬੇਨਤੀ ਵੀ ਕਰੂੰਗਾ ਵੀ ਇਹਦੇ ਮੁਤਲਕ ਵੀ ਜਿਹੜੀ ਸੰਗਤ ਆ ਉਹਦੇ ਬਿਆਨ ਲਿਓ ਕਿ ਕੀ ਗੱਲ ਕੀ ਇਹ ਜਿਹੜਾ ਜੋ ਕਮੇਟੀ ਨੇ ਕੀਤਾ ਇਹ ਵਾਜਬ ਆ। ਔਰ ਨਾਲ ਹੀ ਮੈਂ ਇੱਕ ਹੋਰ ਤੁਹਾਨੂੰ ਹਾਸੇ ਦੀ ਗੱਲ ਦੱਸੀ ਜਾਂਦਾ ਕਿ ਮੈਂ ਇਹ ਫੋਟੋ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ, ਸੋ ਸਾਰਿਆਂ ਨੇ ਉਹਨੂੰ ਲਾਈਕ ਕੀਤਾ, ਕਿਸੇ ਨੇ ਕਮੈਂਟ ਨਹੀਂ ਕੀਤਾ ਭਾਈ ਵੀ ਇਹ ਗਲਤ ਹੋਇਆ ਜਾਂ ਨਹੀਂ ਹੋਇਆ। ਸੋ ਆਹ ਸਾਡੀ ਕੌਮ ਦੇ ਪ੍ਰਤੀ ਸੋਚ ਹੈਗੀ ਆ। ਵੈਸੇ ਅਸੀਂ ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਜਾਗਦਾ ਹਾਜ਼ਰਾ ਹਜ਼ੂਰ ਗੁਰੂ ਆ, ਪਰ ਸਾਡੇ ਨਾਲ ਕੀ ਹੋ ਰਿਹਾ ਉਹਦੇ ਬਾਰੇ ਅਸੀਂ ਬਿਲਕੁਲ ਘੂਖ ਜਿਹੜੇ ਆ ਉਹ ਸੁੱਤੇ ਪਏ ਆ। ਸੋ ਸਾਨੂੰ ਜਾਗਣ ਦੀ ਲੋੜ ਆ। ਸਾਡੇ ਆਲੇ ਦੁਆਲੇ ਕੀ ਹੁੰਦਾ ਉਹਦੇ ਵਾਸਤੇ ਵੀ ਸਾਨੂੰ ਥੋੜਾ ਜਿਹਾ ਚੌਕਸ ਹੋਣਾ ਚਾਹੀਦਾ। ਜੇ ਅਸੀਂ ਚੌਕਸ ਨਾ ਹੋਏ ਤਾਂ ਫਿਰ ਜਿਹੜਾ ਅਸੀਂ ਆਪਣੇ ਭਾਰਤ ਦੇਸ਼ ਦੀਆਂ ਗੱਲਾਂ ਬਾਤਾਂ ਕਰਦੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਜਾਂ ਹੋਰ ਕੁਛ ਹੁੰਦਾ, ਤੇ ਉਹ ਦਿਨ ਦੂਰ ਨੇ ਜਦੋਂ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਵੀ ਇਹ ਜਿਹੜੀ ਆ ਚਾਲ ਚੱਲ ਸਕਦੀ ਆ। ਸੋ ਇੰਨੀਆਂ ਕੁ ਮੈਂ ਬੇਨਤੀਆਂ ਕਰਨੀਆਂ ਸੀ। ਜੇ ਕੋਈ ਗੱਲ ਉਹ ਤਾਂ ਬੋਲੀ ਗਈ ਉਹਦੇ ਵਾਸਤੇ ਮੈਂ ਖਿਮਾ ਮੰਗਦਾ। ਸੋ ਸਮਾਂ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੀਰ ਜੀ ਤੁਹਾਡਾ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰਫਤਾਰ ਜੀ, ਇਹਦੇ ਤੇ ਮੈਂ ਜ਼ਰੂਰ ਬਰੀਫ ਦੇ ਵਿੱਚ ਗੱਲ ਕਰਾਂਗੀ। ਸਾਡੇ ਨਾਲ 2 ਕਾਲਰ ਨੇ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜੁਗਰਾਜ ਗਿੱਲ ਯੂਐਸਏ ਤੋਂ ਜੀ। ਜੀ ਜੁਗਰਾਜ ਜੀ, ਸਤਿ ਸ਼੍ਰੀ ਅਕਾਲ ਜੀ। ਹਾਂ, ਗਿੱਲ ਸਾਹਿਬ ਗਿੱਲੋਂ ਕੇ ਰਲ ਕੇ ਕਾਫੀ ਦਿਨਾਂ ਬਾਅਦ। ਤੇ ਮੈਂ ਇੱਕ ਖਬਰ ਸੁਣੀ ਸੀ, ਇੱਥੇ ਦੇਸੀ ਸ਼ਰਾਬ ਕੱਢਦੇ ਕੈਨੇਡਾ ਦੇ ਫਾਰਮਾਂ 'ਚ ਵੀ, ਤੇ ਇੱਕ ਦਾ ਘਰ ਵੀ ਸੜ ਗਿਆ ਸੀ, ਪਤਾ ਨਹੀਂ ਸਿਲੰਡਰ ਫਟ ਗਿਆ ਸੀ ਜਾਂ ਟੋਰਾਂਟੋ 'ਚ ਹੋਇਆ ਸੀ। ਟੋਰਾਂਟੋ, ਹਾਂਜੀ। ਤੇ ਇਹ ਜੇ ਆਪਣੇ ਪੰਜਾਬੀ ਜੇ ਇਸ ਤਰ੍ਹਾਂ ਕੋਈ ਹੈ ਕਾਨੂੰਨ ਕੈਨੇਡਾ ਵੀ ਇਹ ਜਿਹੜੀ ਸ਼ਰਾਬ ਦੇਸੀ ਦਾ ਕੋਈ ਸੈਂਪਲ ਗਵਰਨਮੈਂਟ ਨੂੰ ਭੇਜ ਕੇ ਤੈਨੂੰ ਪਾਸ ਕਰਾ ਕੇ ਤੇ ਇਹਨੂੰ ਲੀਗਲੀ ਕੀਤਾ ਜਾਵੇ ਵੀ ਇਹ ਤਾਂ ਮੇਰੇ ਸਾਰੀ ਦੁਨੀਆ ਦੀਆਂ ਵਿਸਕੀਆਂ ਨੂੰ ਫੇਲ ਕਰ ਦੂ। ਥੈਂਕ ਯੂ ਜਗਰਾਜ ਜੀ। ਤੁਸੀਂ ਹਮੇਸ਼ਾ ਕੋਈ ਗੱਲ ਇਹੋ ਜਿਹੀ ਕੱਢ ਮਾਰਦੇ ਹੋ ਜਿਹਦੇ ਬਾਰੇ ਬੰਦਾ ਕੋਈ ਬਿਆਨ ਵੀ ਨਹੀਂ ਮੋਰੇ ਦੇ ਸਕਦਾ ਨਾ। ਹਾਂ ਵੀ ਨਹੀਂ ਕਹਿ ਸਕਦੇ, ਨਾ ਵੀ ਨਹੀਂ ਕਹਿ ਸਕਦੇ। ਨਹੀਂ ਕਾਨੂੰਨ ਹੋਣਾ ਚਾਹੀਦਾ ਮੇਰਾ ਨਾ ਜੀ, ਜਮਾ ਹੀ ਨਹੀਂ ਹੋਣਾ ਚਾਹੀਦਾ। ਇਹ ਤਾਂ ਅੰਗਰੇਜ਼ੀ ਨਾਲ ਨਹੀਂ ਸੂਤ ਆਉਂਦੇ ਤੇ ਜੇ ਦੇਸੀ ਕੱਢਣ ਲੱਗ ਪਏ ਤਾਂ ਫੇਰ ਕੀ ਬਣੂਗਾ ਜੀ। ਘਰ ਘਰ ਤਾਂ ਅੱਗੇ ਫਸਾਦ ਅੰਗਰੇਜ਼ੀ ਨੇ ਪਾਇਆ ਤੇ ਫਿਰ ਦੇਸੀ ਕੀ ਕਰੂਗੀ, ਤੁਸੀਂ ਆਪ ਹੀ ਸੋਚ ਲਓ। ਨਹੀਂ ਦਵਾਈ ਦੇ ਤੌਰ ਤੇ ਤਾਂ ਮੈਂ ਆਯੁਰਵੈਦਿਕ ਡਾਕਟਰ ਨੂੰ ਨਾ ਜੀ, ਇਹ ਦਵਾਈ ਨਹੀਂ, ਇਹਨਾਂ ਨੂੰ ਤਾਂ ਡਰਮ ਚਾਹੀਦੇ ਹੁੰਦੇ ਆ ਜੀ। ਦਵਾਈ ਨਾਲ ਨਹੀਂ ਕੁਝ ਬਣਦਾ। ਫਿਰ ਦਵਾਈ ਤੋਂ ਸਟਾਰਟ ਹੋ ਕੇ ਫਿਰ ਡਰਮ ਤੇ ਜਾਂਦੇ ਆ ਜੀ। ਪਹਿਲਾਂ ਢੱਕਣ ਤੋਂ ਸਟਾਰਟ ਕਰਦੇ, ਫਿਰ ਕਹਿੰਦੇ ਢੋਲ ਹੀ ਪੀ ਜੀਏ। ਥੈਂਕ ਯੂ ਜਗਰਾਜ ਜੀ ਤੁਹਾਡਾ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਤੁਹਾਡਾ ਪ੍ਰੋਗਰਾਮ ਪਹਿਲੀ ਵਾਰ ਦੇਖਿਆ ਨਾ। ਥੈਂਕ ਯੂ ਜੀ। ਭੈਣ ਜੀ, ਤਾਂ ਜਿਹੜੀ ਤੁਸੀਂ ਗੱਲ ਕੀਤੀ ਬਿਲਕੁਲ ਇੱਕ ਦੋ ਮੇਰੇ ਫਰੈਂਡਾਂ ਨੇ ਦੱਸਿਆ ਜਿਹੜੇ ਬਾਰ ਰਾਈਟ ਆਪਾਂ ਆਪਣੀ ਕਈਆਂ ਬੰਦਿਆਂ ਨੇ ਉਦਾਂ ਗਵਰਨਮੈਂਟ ਨੇ ਬੰਦ ਕੀਤਾ ਸੀ ਵੀ ਤੁਸੀਂ ਕਿਸੇ ਦੇ ਰਾਈਟ ਬਾਲ ਏਦਾਂ ਨਹੀਂ ਸ਼ੋਪਾਂ ਬੰਦ ਆ, ਪਰ ਉਹਨਾਂ ਨੇ ਕੀਤਾ ਜਿਹੜੇ ਇਹਨਾਂ ਨੇ ਪ੍ਰਾਈਵੇਟ ਖੋਲ੍ਹੇ ਉਹ ਨਾ ਘਰਾਂ ਦੇ ਵਿੱਚ। ਉਹ ਭੈਣ ਜੀ ਉਹ ਕਹਿੰਦੇ ਸੀ ਆ ਜਾਓ ਕੋਈ ਨਹੀਂ ਕਰਾ ਆਪਣੇ ਰਾਤ ਨੂੰ ਤੁਸੀਂ 8-9 ਵਜੇ ਆਏ, ਤੁਹਾਡੇ ਬਾਲ ਉਤਲੇ ਕਰ ਦਾਂਗੇ ਜੀ। ਵੀ ਇੱਕ ਜਿਹੜੀ ਚੀਜ਼ ਗਲਤ ਔਰ ਉਹਨੂੰ ਗਲਤ ਕਹਿਣਾ ਚਾਹੀਦਾ ਹੈ। ਬਿਲਕੁਲ ਜੀ, ਕਹਿਣਾ ਚਾਹੀਦਾ ਹੈ। ਔਰ ਇਹੀ ਇੱਕ ਨਿਰਪੱਖ ਸੋਚ ਹੈ ਮੀਡੀਆ ਦੀ ਕਿ ਗਲਤ ਨੂੰ ਗਲਤ ਕਹਿਣਾ ਚਾਹੀਦਾ। ਕਈ ਲੋਕਾਂ ਨੂੰ ਸ਼ਾਇਦ ਅੱਜ ਸਾਡੀਆਂ ਗੱਲਾਂ ਖੁੱਭਣਗੀਆਂ ਕਿ ਅਸੀਂ ਕਿਉਂ ਕਰਦੇ ਹਾਂ, ਪਰ ਸੱਚ ਤੇ ਸੱਚ ਹੀ ਹੈ। ਪਰ ਜਿਹਦਾ ਤੁਹਾਡਾ ਪ੍ਰੋਗਰਾਮ ਸ਼ੁਰੂ ਤੁਸੀਂ ਕੀਤਾ, ਮੈਂ ਪਹਿਲੀ ਵਾਰ ਦੇਖਿਆ ਜੀ, ਰਾਈਟ ਮੈਂ ਚੈਨਲ ਤੇ ਫੋਨ ਲਵਾਇਆ ਜੀ, ਪਰ ਮੈਨੂੰ ਤੁਹਾਡੀ ਜਿਹੜੀਆਂ ਗੱਲਾਂ ਜਿਹੜੀਆਂ 100% ਸਹੀ ਲੱਗੀਆਂ, ਇਸੇ ਕਰਕੇ ਮੈਂ ਫੋਨ ਕੀਤਾ ਰਾਈਟ। ਪਰ ਜਿਹੜੇ ਹੁਣ 8-9 ਵਜੇ ਤੁਸੀਂ ਕਹਿੰਦੇ ਕਿ ਇਹਨੂੰ ਮੈਂ ਤੇਰੇ ਬਾਅਦ ਰਾਈਟ ਜਿਹਨਾਂ ਬੰਦਿਆਂ ਨੇ ਕਿਰਾਏ ਤੇ ਸ਼ੌਪਾਂ ਲਈਆਂ ਰਾਈਟ ਉਹਨਾਂ ਦੇ ਵੱਲ ਕਾਨੂੰਨ ਲਾਗੂ ਆ, ਇਹਨਾਂ ਬੰਦੇ ਦੇ ਕਾਹਦੇ ਨਹੀਂ ਲਾਗੂ। ਬਿਲਕੁਲ ਜੀ, ਸਹੀ ਕਿਹਾ ਤੁਸੀਂ। ਹੋਣਾ ਚਾਹੀਦਾ ਜੀ ਰਾਈਟ। ਹੁਣ ਜਿਹਨਾਂ ਬੰਦੇ ਨੇ ਸ਼ੌਪਾਂ ਲਈਆਂ ਉਹਨੇ ਕਿਰਾਇਆ ਵੀ ਦੇਣਾ, ਸਭ ਕੁਝ ਕਰਨਾ ਕੋ ਰਾਈਟ। ਤੁਸੀਂ ਕਹਿੰਦੇ 8-9 ਵਜੇ ਰਾਤ ਨੂੰ
ਆਪਣੀ ਘਰ ਦੇ ਮੈਂ ਤੇਰੇ ਕੱਢ ਦੇਣਾ, ਕੋਈ ਗੱਲ ਨਹੀਂ, ਦੈਟਸ ਅ ਬੁਲਸ਼ਿਟ ਜੀ। ਅਸੀਂ ਕਿਉਂਕਿ ਕੈਨੇਡਾ ਨੂੰ ਇੰਡੀਆ ਬਣਾ ਲਿਆ। ਬਿਲਕੁਲ ਜੀ, ਥੈਂਕ ਯੂ, ਤੁਸੀਂ ਸਾਨੂੰ ਸਮਾਂ ਦਿੱਤਾ, ਤੁਹਾਨੂੰ ਪ੍ਰੋਗਰਾਮ ਪਸੰਦ ਆ ਰਿਹਾ, ਥੈਂਕ ਯੂ ਜੀ। ਸੋ ਬਹੁਤ ਵਧੀਆ ਇਹਨਾਂ ਦੀ ਜਿਹੜੀ ਗੱਲਬਾਤ ਸੀਗੀ। ਔਰ ਸਮਾਂ ਹੋ ਗਿਆ ਜੀ ਸਾਡਾ ਇੱਕ ਬ੍ਰੇਕ ਦਾ, ਤੇ ਬ੍ਰੇਕ ਲਈ ਰੁਕਦੇ ਹਾਂ, ਬ੍ਰੇਕ ਤੋਂ ਵਾਪਸ ਆਉਂਦੇ ਹਾਂ। ਪਰ ਤੁਸੀਂ ਕਿਤੇ ਨਹੀਂ ਜਾਣਾ, ਦੇਖਦੇ ਰਹੋ ਸਾਂਝਾ ਟੀਵੀ, ਤੇ ਵਾਪਸ ਆ ਕੇ ਅਸੀਂ ਥੋੜੀ ਜਿਹੀ ਗੱਲਬਾਤ ਮੋਡੈਸਟੋ ਦੇ ਗੁਰਦੁਆਰਾ ਸਾਹਿਬ ਦੀ ਕਰਾਂਗੇ, ਕਿਉਂਕਿ ਕਾਫੀ ਲੋਕਾਂ ਨੇ ਸੋਚਣਾ ਕਿ ਕਾਲਰ ਨੇ ਗੱਲ ਤੇ ਕਹਿ ਦਿੱਤੀ ਕਿ ਉੱਥੇ ਨਿਸ਼ਾਨ ਸਾਹਿਬ ਇੰਜ ਹੋਇਆ, ਪਰ ਹੋਇਆ ਅਸਲ ਦੇ ਵਿੱਚ ਕੀ ਸੀ। ਔਰ ਮੈਂ ਖੁਦ ਇਸ ਮਾਮਲੇ ਦੇ ਵਿੱਚ ਥੋੜਾ ਜਿਹਾ ਅੱਜ ਇਨਵੋਲਵ ਹੋਈ ਸੀ, ਕੁਝ ਘੰਟੇ ਮੈਂ ਇਸ ਕਮੇਟੀ ਦੇ ਨਾਲ ਗੱਲਬਾਤ ਕੀਤੀ ਸੀ। ਵਾਪਸ ਆ ਕੇ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਦੇਖਦੇ ਰਹੋ ਸਾਂਝਾ ਟੀਵੀ। ਬ੍ਰੇਕ ਤੋਂ ਬਾਅਦ ਮੁੜ ਤੋਂ ਸਵਾਗਤ ਹੈ ਜੀ ਸਾਂਝਾ ਟੀਵੀ ਤੇ ਗੱਲਾਂ ਖਰੀਆਂ ਵਿੱਚ ਮੈਂ ਤੇ ਰਫਤਾਰ ਤੁਹਾਡੇ ਨਾਲ ਹਮੇਸ਼ਾ ਹੀ ਮੰਗਲਵਾਰ ਦੇ ਦਿਨ 7 ਵਜੇ ਤੋਂ ਲੈ ਕੇ 8 ਵਜੇ ਤੱਕ ਲਾਈਵ ਆਉਂਦੇ ਆ। ਸਾਰੇ ਹੀ ਸਾਡੇ ਸਪਾਂਸਰਸ ਦਾ ਧੰਨਵਾਦ ਜਿਹੜੇ ਸਾਡਾ ਸਾਥ ਦਿੰਦੇ ਨੇ, ਸਾਡੇ ਸ਼ੋਅ ਨੂੰ ਤੁਹਾਡੇ ਤੱਕ ਲੈ ਕੇ ਆਉਂਦੇ ਨੇ। ਔਰ ਗਰੋਸਰੀ ਦੀ ਸੇਵਾ ਹਾਲੇ ਵੀ ਕੀਤੀ ਜਾ ਰਹੀ ਆ। ਖਾਲਸਾ ਲਾਇਬ੍ਰੇਰੀ, BNB ਟਰੱਸਟ, ਬਿਲ ਸੰਧੂ, FYI ਮੀਡੀਆ, ਸਾਂਝਾ ਟੀਵੀ। ਸੋ ਤੁਹਾਨੂੰ ਗਰੋਸਰੀ ਚਾਹੀਦੀ ਆ, ਤੁਸੀਂ ਸਾਡੇ ਖਾਲਸਾ ਲਾਇਬ੍ਰੇਰੀ ਤੋਂ ਆ ਕੇ ਲਿਆ ਸਕਦੇ ਹੋ। ਜੇ ਤੁਸੀਂ ਬਜ਼ੁਰਗ ਹੋ ਜਾਂ ਸਿੰਗਲ ਮਦਰਸ ਆ, ਤੇ ਜਾਂ ਸਟੂਡੈਂਟ ਆ, ਜੇ ਤੁਹਾਨੂੰ ਆਉਣ ਜਾਣ ਲਈ ਕੋਈ ਪ੍ਰੋਬਲਮ ਆ, ਤੇ ਸਾਡੇ ਰਫਤਾਰ ਜੀ ਨੂੰ ਫੋਨ ਕਰ ਸਕਦੇ ਹੋ। ਸਾਡੇ ਰਫਤਾਰ ਜੀ ਛੱਡ ਕੇ ਵਿਕਟੋਰੀਆ ਗਏ ਹੋ ਕਦੇ? ਹਾਂਜੀ, ਵਿਕਟੋਰੀਆ ਜਦੋਂ ਜਾ ਕੇ ਫੈਰੀ ਉਧਰਲੇ ਪਾਸੇ ਲੱਗ ਜਾਂਦੀ ਹੁੰਦੀ ਆ ਕੰਢੇ ਤੇ, ਫਿਰ ਗੱਡੀਆਂ ਭਜਾ ਕੇ ਲੰਘ ਜਾਂਦੇ। ਲੋਕ ਦੇਖਿਆ ਤੁਸੀਂ ਕਿਵੇਂ ਜਾਂਦੇ ਨੇ ਸੜਕਾਂ ਤੇ, ਗੁਰਨ ਦੇਖਿਆ? ਹੁਣ ਜਦੋਂ ਲੋਕਡਾਊਨ ਖੁੱਲਿਆ, ਆਹ ਸਟੋਰ ਖੁੱਲੇ ਨੇ, ਬੰਦੇ ਕੰਮਾਂ ਤੇ ਜਾਣ ਲੱਗੇ ਨੇ, ਕਿਵੇਂ ਭੱਜੇ ਹੋਣਗੇ ਘਰੋਂ। ਕਿੰਨੇ ਦੁਖੀ। ਕੀ ਗੱਲ ਕਰਦੀ ਰਫਤਾਰ, ਤੁਸੀਂ ਬੈਠੇ ਕੀ ਸੋਚਦੇ ਰਹਿੰਦੇ ਆ? ਹੁਣ ਤਾਂ ਕਹਿੰਦੇ ਹੋਣਗੇ ਬਾਪੂ ਜੀ ਉਹਨਾਂ ਨੇ 7 ਵਜੇ ਲੱਗਣਾ, ਉਹ 4 ਵਜੇ ਨਿਕਲ ਗਏ ਹੋਣਗੇ ਘਰੋਂ, ਕਹਿੰਦੇ ਹੋਣਗੇ ਆਏ ਰੱਬਾ ਸ਼ੁਕਰਾ ਖੁੱਲ ਗਿਆ। ਸੋ ਬਿਲਕੁਲ ਜੀ, ਬੇਸ਼ੱਕ ਬਹੁਤ ਸਾਰੀਆਂ ਸਟੋਰਸ ਜਿਹੜੇ ਬੈਕ ਟੂ ਬਿਜ਼ਨਸ ਖੁੱਲ ਰਹੇ ਹੈਗੇ ਆ, ਪਰ ਸਾਨੂੰ ਇਹਤਿਆਤ ਵਰਤਣੀ ਜ਼ਰੂਰੀ ਆ। ਸੋ ਮਾਸਕ ਲਾ ਕੇ ਜਾਈਏ। ਬਹੁਤ ਸਾਰੇ ਸਟੋਰਾਂ 'ਚ ਰਫਤਾਰ ਜੀ ਉਹਨਾਂ ਨੇ ਕਿਹਾ ਕਿ ਤੁਸੀਂ ਮਾਸਕ ਲਾ ਕੇ ਹੀ ਅੰਦਰ ਆ ਸਕਦੇ ਆ, ਬਿਨਾਂ ਮਾਸਕ ਤੋਂ ਨਹੀਂ ਆ ਸਕਦੇ। ਇਸ ਦੇ ਨਾਲ ਉਹਨਾਂ ਨੇ ਲਿਖ ਕੇ ਲਾਇਆ ਆ ਡੋਰ ਦੇ ਅੱਗੇ ਕਿ ਕਿੰਨੇ ਲੋਕ ਅੰਦਰ ਜਾ ਸਕਦੇ ਆ। ਸੋ ਇਹਨਾਂ ਸਾਰੀਆਂ ਗੱਲਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ, ਤੇ ਬਿਲਕੁਲ ਬਿਨਾਂ ਮਤਲਬ ਤੋਂ ਜੇ ਸਾਡਾ ਹਾਲੇ ਵੀ ਸਰਦਾ ਨਹੀਂ ਜਾ ਕੇ, ਤੇ ਸਾਨੂੰ ਨਹੀਂ ਬਾਹਰ ਜਾਣਾ ਚਾਹੀਦਾ। ਲੱਖ ਰੁਪਏ ਦੀ ਗੱਲ ਕੀਤੀ ਹੈ ਜੀ, ਜੇ ਲੱਖ ਰੁਪਏ ਹੁੰਦਾ ਮੈਂ ਹੁਣ ਐ ਟੇਬਲ ਤੇ ਰੱਖ ਦੇਣਾ। ਨਹੀਂ, ਮੈਨੂੰ ਨਹੀਂ ਚਾਹੀਦਾ ਲੱਖ ਰੁਪਏ, ਤੁਸੀਂ ਆਪਣੇ ਕੋਲ ਰੱਖੋ ਲੱਖ ਰੁਪਏ। ਜੇ ਹੁੰਦਾ ਮੈਂ ਰੱਖ ਦੇਣਾ, ਜਦੀ ਤੁਸੀਂ ਐਡੀ ਘੈਂਟ ਗੱਲ ਕਰੀ ਆ। ਅੱਛਾ ਰਫਤਾਰ ਜੀ, ਸਾਡੇ ਨਾਲ ਕਾਲਰ ਨੇ ਜਿਹੜੀ ਗੱਲ ਦੱਸੀ ਸੀ, ਗੱਲ ਕੀਤੀ ਸੀ ਮੋਡੈਸਟੋ ਦੀ, ਰਾਈਟ? ਔਰ ਉੱਥੇ ਦੀ ਗੱਲ ਕੀਤੀ ਸੀ ਗੁਰਦੁਆਰਾ ਸਾਹਿਬ ਦੀ, ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕਵਰ ਕਰ ਦਿੱਤੀਆਂ ਸੀ। ਔਰ ਵਾਕਿਆ ਹੀ ਨਿਸ਼ਾਨ ਸਾਹਿਬ ਜਿਹੜਾ ਆ, ਉਹ ਜਿਹੜੇ ਉੱਥੇ ਦੇ 2 ਹੈੱਡ ਗ੍ਰੰਥੀ ਆ, ਭਾਈ ਅਮਰਜੀਤ ਸਿੰਘ ਤੇ ਭਾਈ ਮਨਜੀਤ ਸਿੰਘ, ਵੀਰੇ ਨੇ ਨਾਂ ਨਹੀਂ ਸੀ ਲਿਆ, ਪਰ ਮੈਂ ਤਾਂ ਹਮੇਸ਼ਾ, ਤੁਹਾਨੂੰ ਪਤਾ ਹੀ ਆ, ਆਦਤ ਹੀ ਆ, ਕੀ ਕਰਾਂ ਹੁਣ ਮੈਂ, ਨਾ ਕਈ ਬੰਦਿਆਂ ਦੀ ਆਦਤ ਹੁੰਦੀ ਆ। ਸੋ ਮੈਂ ਅੱਜ ਕਮੇਟੀ ਦੇ ਬਹੁਤ ਸਾਰੇ ਲੋਕਾਂ ਦੇ ਨਾਲ ਗੱਲ ਕੀਤੀ, ਉਹਨਾਂ ਦੇ ਨਾਲ ਗੱਲਬਾਤ ਕੀਤੀ, ਔਰ ਤਿੰਨਾਂ ਚੋਂ ਨਾਲ ਗੱਲਬਾਤ ਕਰਨ ਤੋਂ ਮੈਨੂੰ ਪਤਾ ਲੱਗਾ ਹਰ ਇੱਕ ਦੀ ਸਟੋਰੀ ਵੱਖਰੀ ਆ। ਔਰ 11 ਮੈਂਬਰੀ ਕਮੇਟੀ ਆ, 11 ਦੇ ਵਿੱਚੋਂ ਇੱਕ ਬਿਮਾਰ ਆ, ਤੇ 10 ਮੈਂਬਰੀ ਕਮੇਟੀ ਆ, ਤੇ ਉੱਥੇ ਸਿਰਫ 2 ਜਾਣੇ ਹੀ ਪਹੁੰਚੇ ਸੀ, 5 ਨੂੰ ਕਾਲ ਵੀ ਨਹੀਂ ਕੀਤੀ ਸੀਗੀ। ਸੋ ਜਿਹੜੀ ਕਮੇਟੀ ਦੇ ਜਿਹੜੇ ਕਮੇਟੀ ਦੇ 11 ਸੀ, ਸੋ 2 ਜਾਂ 3 ਜਾਣੇ ਉੱਥੇ ਮੌਜੂਦ ਸੀ। 2 ਲੇਟ ਪਹੁੰਚੇ ਆ 11:30 ਵਜੇ, ਤੇ ਉਹਨਾਂ ਨੇ 11 ਵਜੇ 15 ਕੁ ਬੰਦੇ ਸੀ ਜਿਨ੍ਹਾਂ ਨੇ ਜਾ ਕੇ ਤੇ ਨਿਸ਼ਾਨ ਸਾਹਿਬ ਉਹਦਾ ਚੋਲਾ ਸਾਹਿਬ ਚੇਂਜ ਕਰ ਦਿੱਤਾ। ਭਾਗਮਾ ਕਲਰ ਆ, ਔਰ ਮੇਰੇ ਕੋਲ ਵੀ ਫੋਟੋ ਹੈਗੀ ਆ ਉਸਦੀ, ਜੇ ਤੁਸੀਂ ਚਾਹੁੰਦੇ ਆ ਦੇਖਣਾ ਤੇ ਮੈਂ ਵੀ ਆਪਣੇ ਸੋਸ਼ਲ ਮੀਡੀਆ ਤੇ ਅਪਡੇਟ ਕਰ ਸਕਦੀ ਹਾਂ, ਪਰ ਮਨਜੀਤ ਸਿੰਘ ਪੱਤੜ ਹੋਣਾ ਦੇ ਫੇਸਬੁੱਕ ਦੇ ਉੱਤੇ ਅਪਡੇਟ ਕੀਤੀ ਹੈਗੀ ਆ। ਔਰ ਉੱਥੇ ਉਹਨਾਂ ਨੇ ਨਿਸ਼ਾਨ ਸਾਹਿਬ ਦਾ ਡਾਰਕ ਭਾਗਮਾ ਕਲਰ ਆ, ਤੇ ਵਿੱਚ ਇੱਕ ਜਿੱਦਾਂ ਜਿਹੜਾ ਉਹਦਾ ਫਰਲਾ ਹੁੰਦਾ ਉੱਤੇ ਜਿਹੜਾ ਝੂਲਦਾ ਆ ਨਿਸ਼ਾਨ ਸਾਹਿਬ, ਉਹਨੂੰ ਫਰਲਾ ਕਹਿੰਦੇ ਆ। ਸੋ ਉਹਦੇ ਇੱਕ ਖਾਨੇ ਦੇ ਵਿੱਚ ਬਾਕਸ ਬਣਾਇਆ ਕਾਲੇ ਰੰਗ ਦਾ, ਤੇ ਉਹਦੇ ਵਿੱਚ ਖੰਡਾ ਬਣਾਇਆ। ਔਰ ਉਹ ਗੱਲ ਸੋਚਣ ਵਾਲੀ ਇਹ ਵੀ ਆ ਕਿ ਜੇ ਹੁਣ ਉੱਥੇ ਹੈੱਡ ਗ੍ਰੰਥੀ ਆ, ਗਿਆਨੀ ਆ, ਜਾਂ ਗੁਰਦੁਆਰੇ ਦੀ ਕਮੇਟੀ ਆ, ਜਿਹੜੇ ਇੰਨੇ ਸਾਲਾਂ ਤੋਂ 1989 ਦੇ ਵਿੱਚ ਗੁਰਦੁਆਰਾ ਬਣਿਆ ਸੀ, ਸੰਗਤ ਤਾਂ ਨਹੀਂ ਜਾ ਸਕਦੀ ਹੋਣੀ, ਕਿਉਂਕਿ 15 ਲੋਕ ਉੱਥੇ ਸੀ, ਸੰਗਤ ਵਿੱਚੋਂ ਵੀ ਸੀ ਕੁਝ ਲੋਕ। ਪਰ ਜੇ ਇੰਨੇ ਚਿਰ ਦਾ ਗੁਰਦੁਆਰਾ ਬਣਿਆ, ਸਵਾਲ ਇਹ ਆ ਕਿ ਉਹਨਾਂ ਲੋਕਾਂ ਨੂੰ ਸਾਡੇ ਸਿੰਘਾਂ ਦੇ, ਸਿੱਖਾਂ ਦੇ ਨਿਸ਼ਾਨ ਸਾਹਿਬ ਦੀ ਪਹਿਚਾਣ ਨਹੀਂ, ਕਿ ਕਿਸੇ ਨੇ ਦੇਖਿਆ ਨਹੀਂ। ਫਿਰ ਉਹੀ ਗੱਲ ਹੋ ਗਈ ਵੀ ਅਸੀਂ ਭੇਡ ਚਾਲ ਵਾਂਗੂ ਥੱਲੇ ਪੱਥਰ ਨੂੰ ਨੱਕ ਰਗੜੀ ਜਾਂਦੇ ਆ, ਕਿਸੇ ਨੇ ਮੂੰਹ ਤਾਂ ਚੱਕ ਕੇ ਦੇਖਿਆ ਨਹੀਂ ਵੀ ਉੱਤੇ ਨਿਸ਼ਾਨ ਸਾਹਿਬ ਝੂਲਦੇ ਕਿਵੇਂ ਦੇ ਆ। ਇਹ ਵੀ ਇੱਕ ਬੜਾ ਵੱਡਾ ਸਵਾਲ ਆ। ਔਰ ਕਮੇਟੀ ਨੇ ਸਾਨੂੰ ਇੱਥੋਂ ਤੱਕ ਯਕੀਨ ਦਿਵਾਇਆ ਕਿ ਉਹ ਐਤਵਾਰ ਨੂੰ ਇਹਨੂੰ ਐਤਵਾਰ ਤੱਕ ਬਦਲ ਦੇਣਗੇ। ਸੋ ਸ਼ੁੱਕਰਵਾਰ ਉਹ ਕਹਿੰਦੇ ਅਸੀਂ ਆਰਡਰ ਕੀਤਾ, ਸ਼ੁੱਕਰਵਾਰ ਸਾਡੇ ਕੋਲ ਆ ਜਾਊਗਾ ਤੇ ਐਤਵਾਰ ਨੂੰ ਬਦਲ ਦਾਂਗੇ। ਪਰ ਜੇ ਐਤਵਾਰ ਤੱਕ ਨਾ ਬਦਲਿਆ ਤੇ ਫਿਰ ਸਾਨੂੰ ਸੋਚਣ ਦੀ ਲੋੜ ਆ ਕਿ ਅੱਜ ਮੋਡੈਸਟੋ ਦਾ ਗੁਰਦੁਆਰਾ, ਕੱਲ ਨੂੰ ਕਰਮਨ ਦਾ ਹੋ ਸਕਦਾ, ਫਰੈਜ਼ਨੋ ਦਾ ਹੋ ਸਕਦਾ, ਵਾਈਸੀਲੀਆ ਦਾ ਹੋ ਸਕਦਾ, ਬੇਕਰਸਫੀਲਡ ਦਾ ਹੋ ਸਕਦਾ, ਜਾਂ ਬੇ ਏਰੀਏ 'ਚ ਕਿਸੇ ਵੀ ਏਰੀਏ ਦਾ ਹੋ ਸਕਦਾ।
ਸੋ ਜੇ ਐਸੇ ਤਰ੍ਹਾਂ ਹੀ ਨਿਸ਼ਾਨ ਸਾਹਿਬ ਬਦਲਣ ਲੱਗ ਪਏ ਤਾਂ ਫਿਰ ਸੋਚ ਕੇ ਦੇਖੋ ਕਿ ਸਿੱਖੀ ਨੂੰ ਢਾਹ ਲਾਉਣ ਵਾਲੇ ਕੌਣ ਲੋਕ ਬਿਲਕੁਲ ਬਦਲਿਆ ਤਾਂ ਸੰਡੇ ਤੱਕ ਜਿਹਨਾਂ ਨੇ ਕਿਹਾ ਬਦਲ ਦੇਣਗੇ, ਪਰ ਹੋਇਆ ਕਿਉਂ, ਕਿਹਨੇ ਕੀਤਾ, ਕਰਨ ਵਾਲਾ ਕੌਣ ਨੇ, ਕੀ ਦਿਮਾਗ ਸੀ ਜਾਂ ਕੀ ਅਮਰਜੀਤ ਸਿੰਘ ਸੰਗਤ ਨਹੀਂ ਆ ਰਹੀ ਸੀ ਉਹਦਾ ਫਾਇਦਾ ਉਠਾਇਆ। ਅਮਰਜੀਤ ਸਿੰਘ ਮਨਜੀਤ ਹੋਣਾ ਨੇ ਕਿਹਾ ਕਿ ਸਾਨੂੰ ਪਤਾ ਹੀ ਨਹੀਂ ਕਿ ਕੋਈ ਸੇਵਾ ਕਰਾ ਕੇ ਗਿਆ ਸੀ। ਨਿਸ਼ਾਨ ਸਾਹਿਬ ਦੀ ਸੇਵਾ ਬਹੁਤ ਥੋੜੇ ਲੋਕ ਕਰਾਉਂਦੇ ਆ, ਪਰ ਜੇ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਆਇਆ ਸੀ, ਸੇਵਾ ਕਿਸੇ ਨੇ ਲਾਈ ਸੀ ਔਰ ਉੱਥੇ ਉਹਨਾਂ ਦੀ ਥੋੜੀ ਬਹੁਤੀ ਬਹਿਸ ਵੀ ਹੋਈ ਸੀ। ਬਹਿਸ ਦੇ ਵਿੱਚ ਇੱਕ ਨੇ ਵੀ ਕਿਹਾ ਸੀ, ਕਹਿੰਦੇ ਕਿ ਤੁਸੀਂ ਨਾ ਗੱਡੀ ਦੀ ਲਾਈਨ ਤੇ ਜਾ ਕੇ ਲੰਮੇ ਪੈ ਜਾਓ, ਫਿਰ ਦੇਖਦੇ ਆ ਤੁਹਾਡਾ ਵਾਹਿਗੁਰੂ ਤੁਹਾਨੂੰ ਬਚਾਉਂਦਾ। ਮੈਂ ਲੋਕਾਂ ਦੀ ਸੋਚ ਤੋਂ ਆ ਕਿ ਅਸੀਂ ਗੁਰਦੁਆਰਾ ਸਾਹਿਬ ਦੀ ਸਰ ਜ਼ਮੀਨ ਤੇ ਉੱਥੇ ਖੜ ਕੇ ਵੀ ਅਸੀਂ ਇਹੋ ਜਿਹੇ ਆਪਣੇ ਗੁਰੂ ਦੇ ਪ੍ਰਤੀ ਇਹੋ ਜਿਹੀ ਅਸੀਂ ਸ਼ਰਧਾ ਰੱਖਦੇ ਹਾਂ, ਇਹੋ ਜਿਹੇ ਬੋਲ ਅਸੀਂ ਬੋਲ ਸਕਦੇ ਹਾਂ। ਸੋ ਉਹ ਵੀ ਗੱਲ ਕੀਤੀ ਗਈ। ਔਰ ਇਸ ਤੋਂ ਇਲਾਵਾ ਜਿੱਦਾਂ ਕਾਫੀ ਉਹਨਾਂ ਨੂੰ ਕਿਹਾ ਵੀ ਗਿਆ ਕਿ ਜੇ ਤੁਹਾਨੂੰ ਲਿਆਉਣ 'ਚ ਪ੍ਰੋਬਲਮ ਆ ਤੇ ਤੁਸੀਂ ਦੱਸੋ ਕਿ ਤੁਹਾਡੇ ਤੱਕ ਫਰਾਈਡੇ ਤੱਕ ਨਿਸ਼ਾਨ ਸਾਹਿਬ ਪਹੁੰਚਦਾ ਹੋ ਜਾਊਗਾ, ਵੀ ਸੇਵਾ ਕਰਨ ਨੂੰ ਵੀ ਲੋਕੀ ਤਿਆਰ ਬੈਠੇ ਨੇ। ਪਰ ਉਹਨਾਂ ਨੇ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਜਿਹੜਾ ਫਰਾਈਡੇ ਤੱਕ ਉਹਨਾਂ ਕੋਲ ਆ ਜਾਊਗਾ ਤੇ ਸੰਡੇ ਨੂੰ ਚੇਂਜ ਕਰਨਗੇ। ਜੇ ਸੰਡੇ ਤੱਕ ਨਾ ਚੇਂਜ ਕੀਤਾ ਗਿਆ ਤੇ ਮੰਗਲਵਾਰ ਅਸੀਂ ਡੀਟੇਲ ਦੇ ਵਿੱਚ ਆਉਣ ਵਾਲੇ ਮੰਗਲਵਾਰ ਅਪਡੇਟ ਅਸੀਂ ਜ਼ਰੂਰ ਦਵਾਂਗੇ ਕਿ ਚੇਂਜ ਕੀਤਾ ਗਿਆ ਜਾਂ ਨਹੀਂ ਚੇਂਜ ਕੀਤਾ ਗਿਆ। ਔਰ ਜੇ ਕੀਤਾ ਗਿਆ ਤੇ ਅਸੀਂ ਉਹ ਵੀ ਦੱਸਾਂਗੇ ਕਿ ਕਿੰਨੀ ਸੰਗਤ ਸੀ ਜਾਂ ਕੀ ਉੱਥੇ ਦੇ ਕੰਡੀਸ਼ਨ ਕੀ ਸੀ, ਕਿਵੇਂ ਕੀਤਾ ਗਿਆ। ਔਰ ਉਹਨਾਂ ਨੇ ਮਤੇ ਪਾਸ ਕਰਨ ਦੇ ਲਈ ਮੀਟਿੰਗ ਸੱਦੀ ਸੀ। ਮੀਟਿੰਗ ਦੇ ਵਿੱਚ ਉਹਨੇ ਇਹ ਵੀ ਮਤਾ ਪਾਇਆ ਗਿਆ ਸੀ ਕਿ ਗੁਰਦੁਆਰਾ ਸਾਹਿਬ ਦੀ ਹੁਣ ਕੋਈ ਇਨਕਮ ਹੈ ਨਹੀਂ ਗੀ ਤੇ ਗ੍ਰੰਥੀਆਂ ਦੀ ਵੀ ਜਿਹੜੀ ਤਨਖਾਹ ਆ ਉਹ ਘਟਾਈ ਜਾਵੇ। ਔਰ ਫਿਰ ਕਿਤੇ ਨਾ ਕਿਤੇ ਇਹ ਵੀ ਸਵਾਲ ਉੱਠਦਾ ਕਿ 1989 ਤੋਂ ਗੁਰਦੁਆਰਾ ਸਾਹਿਬ ਬਣਿਆ ਤੇ ਕੀ ਗੁਰਦੁਆਰਾ ਸਾਹਿਬ ਦੀ ਇਨਕਮ ਇੰਨੀ ਵੀ ਹੈ ਨਹੀਂ ਕਿ 2 ਮਹੀਨੇ ਲੋਕਡਾਊਨ ਜੇ ਰਿਹਾ ਆ ਕਿ 2 ਗ੍ਰੰਥੀਆਂ ਦੀ ਪੇ ਵੀ ਅਫੋਰਡ ਨਹੀਂ ਕਰ ਸਕਦੇ। ਕਿਤੇ ਉਹੀ ਤਾਂ ਨਹੀਂ ਗੱਲ ਇਹ ਵੀ ਜਿੱਦਾਂ ਕੋਈ ਕਲਾਕਾਰ ਹੁੰਦਾ ਕੋਈ ਪੁੱਠੀ ਗੱਲ ਕਰ ਦਿੰਦਾ ਹੁੰਦਾ ਵੀ ਜੇ ਮੈਂ ਤਾਂ ਦੁਨੀਆ ਦੇ ਸਾਹਮਣੇ ਆਊਂਗਾ, ਕਿਤੇ ਕੋਈ ਇਦਾਂ ਦੇ ਪਿੱਛੇ ਦਿਮਾਗ ਤਾਂ ਨਹੀਂ ਚੱਲ ਰਿਹਾ ਵੀ ਕੋਈ ਗੁਰਦੁਆਰੇ ਦਾ ਕੋਈ ਇਦਾਂ ਦਾ ਕੋਈ ਕੁਛ ਕਰੋ ਫਨੀ ਫੇਰ ਅਸੀਂ ਸਾਹਮਣੇ ਆ ਜਾਾਂਗੇ ਵੀ ਫਲਾਣਾ ਗੁਰਦੁਆਰਾ। ਨਹੀਂ ਰਫਤਾਰ ਜੀ, ਇਹਨਾਂ ਨੇ ਰਿਹਾਇਸ਼ੀ ਉੱਥੇ ਕਮਰੇ ਵੀ ਬਣਾਏ ਹੈਗੇ ਆ, ਸੋ ਉਹਦੇ ਬਾਰੇ ਵੀ ਕਿਤੇ ਡੀਟੇਲ ਦੇ ਵਿੱਚ ਕਰਾਂਗੇ। ਉੱਥੇ ਵੀ ਬਹੁਤ ਸਵਾਲ ਸਾਡੇ ਸਾਹਮਣੇ ਆਉਂਦੇ ਆ, ਉਹਨਾਂ ਬਾਰੇ ਵੀ ਗੱਲ ਕਰਾਂਗੇ। ਪਰ ਬੂਟਾ ਸਿੰਘ ਬਾਸੀ ਸਾਂਝੀ ਸੋਚ ਅਖਬਾਰ ਦੇ ਉਹ ਹੈਗੇ ਆ, ਇਹਨਾਂ ਦੀ ਆਪਣੀ ਸਾਂਝੀ ਸੋਚ ਅਖਬਾਰ ਆ, ਇਹਨਾਂ ਨੇ ਵੀ ਬਹੁਤ ਵਧੀਆ ਲਿਖਿਆ, ਇਹਨਾਂ ਨੇ ਪੋਸਟ ਪਾਈ। ਇਹਨਾਂ ਨੇ ਪਹਿਲਾਂ ਇਹੋ ਜਿਹੜਾ ਮੁੱਦਾ ਚੱਕਿਆ ਸੀਗਾ, ਉਸ ਤੋਂ ਬਾਅਦ ਮਨਜੀਤ ਸਿੰਘ ਪੱਤੜ ਹੋਣਾ ਨੇ ਗੱਲਬਾਤ ਕੀਤੀ ਤੇ ਗੱਲ ਮੇਰੇ ਤੱਕ ਪਹੁੰਚੀ। ਸੋ ਮੈਂ ਧੰਨਵਾਦ ਕਰਦੀ ਹਾਂ ਜਿਹੜੇ ਮੇਰੇ ਤੱਕ USA ਦੀ ਧਰਤੀ ਤੋਂ ਤੁਸੀਂ ਇੰਨਾ ਕੁ ਆਪਣਾ ਸਮਝਦੇ ਹੋ ਕਿ ਤੁਸੀਂ ਉੱਥੇ ਕੁਝ ਵੀ ਹੁੰਦਾ ਸਾਡੇ ਤੱਕ ਉਹ ਖਬਰ ਪਹੁੰਚਦੀ ਕਰਦੇ ਹੋ। ਤੇ ਸਾਡਾ ਵੀ ਫਰਜ਼ ਬਣਦਾ ਬੀਇੰਗ ਇਨ ਮੀਡੀਆ, ਜੇ ਸਾਡੇ ਤੱਕ ਕੋਈ ਇਹੋ ਜਿਹੀ ਕੁਝ ਹੀ ਸ਼ਰਾਰਤ ਕੀਤੀ ਕੋਈ ਖਬਰ ਆਉਂਦੀ ਹੈ ਅਸੀਂ ਉਹਦੀ ਪੈਰਵਾਈ ਕਰੀਏ। ਸੋ ਮੈਂ ਆਪਣੇ ਲੈਵਲ ਤੇ ਸਾਰੀ ਕਮੇਟੀ ਦੇ ਨਾਲ ਤੇ 5 ਮੈਂਬਰੀ ਐਡਵਾਈਜ਼ਰੀ ਕਮੇਟੀ ਹੈ ਜਿਹੜੀ, ਉਹਨਾਂ ਦੇ ਨਾਲ ਵੀ ਮੈਂ ਗੱਲ ਕੀਤੀ ਆ। ਸੋ ਐਤਵਾਰ ਤੱਕ ਦਾ ਇਹਨਾਂ ਨੇ ਸਾਨੂੰ ਸਮਾਂ ਦਿੱਤਾ ਆ। ਜੇ ਐਤਵਾਰ ਤੱਕ ਇਹੋ ਨਿਸ਼ਾਨ ਸਾਹਿਬ ਬਦਲ ਦਿੰਦੇ ਹੈਗੇ ਆ, ਜਿਹੜਾ ਕੇਸਰੀ ਨਿਸ਼ਾਨ ਸਾਹਿਬ ਚੜ੍ਹਨਾ ਚਾਹੀਦਾ ਆ, ਜੇ ਇਹ ਬਦਲ ਕੇ ਉਹ ਨਿਸ਼ਾਨ ਸਾਹਿਬ ਚੜ੍ਹਾ ਦਿੰਦੇ ਹੈਗੇ ਆ ਤੇ ਠੀਕ ਹੈ, ਨਹੀਂ ਆਉਣ ਵਾਲੇ ਮੰਗਲਵਾਰ ਨੂੰ ਅਸੀਂ ਦੱਸਾਂਗੇ ਕਿ ਕੀ ਸਿਚੁਏਸ਼ਨ ਆ, ਕੀ ਕਰ ਰਹੀਆਂ ਨੇ ਸੰਗਤਾਂ। ਬੜਾ ਵੱਡਾ ਸਵਾਲ ਆ ਕਿ ਇਹ ਕਿਉਂ ਹੋ ਰਿਹਾ। ਸੋ ਫਿਰ ਸਾਨੂੰ ਇਹ ਸੋਚਣ ਵਾਲੀ ਗੱਲ ਆ, ਸੰਗਤਾਂ ਨੂੰ ਵੀ ਤੇ ਗੁਰਦੁਆਰੇ ਦੀਆਂ ਕਮੇਟੀਆਂ ਜਿਹੜੇ ਹੋਰ ਵੀ ਗੁਰਦੁਆਰੇ ਆ, ਕਿ ਇਦਾਂ ਹੋਣਾ ਨਹੀਂ ਚਾਹੀਦਾ। ਕੋਈ ਇੱਕ ਇਨਸਾਨ ਐਡੀ ਵੱਡੀ ਛੇੜਛਾੜ ਨਹੀਂ ਕਰ ਸਕਦਾ ਕਿ ਤੁਸੀਂ ਸਾਡੇ ਧਰਮ ਦੇ ਵਿੱਚ ਐਡੀ ਵੱਡੀ ਛੇੜਛਾੜ ਤੁਸੀਂ ਆਪਣੀ ਮਰਜ਼ੀ ਨਾਲ ਚੱਕ ਲਓ। ਆਉਣ ਦਾ ਨਜਾਇਜ਼ ਫਾਇਦਾ ਇਹ ਵੀ ਸੰਗਤ ਥੋੜੀ ਹੈ, ਸੰਗਤ ਚੋਂ ਕੋਈ ਬਾਹਲੇ ਹੈ ਨਹੀਂ ਕਿੰਤੂ ਪਰੰਤੂ ਕਿਸੇ ਨੇ ਕਰਨਾ ਨਹੀਂਗਾ ਵੀ ਆਹੀ ਮੌਕਾ ਵਾ। ਸੋ ਇਹਦੇ ਪਿੱਛੇ ਚੇਂਜ ਹੋਣਾ ਵਾ, ਪਹਿਲਾਂ ਵੀ ਗੱਲ ਕੀਤੀ ਵੀ ਚੇਂਜ ਹੋਣਾ, ਚੇਂਜ ਹੋ ਜਾਊਗਾ ਜਦੋਂ ਸੰਗਤ ਦਾ ਜ਼ੋਰ ਪਊਗਾ, ਚੇਂਜ ਹੋ ਜਾਣਾ ਵਾ। ਪਰ ਕੀਤਾ ਕਿਉਂ, ਕਿਹਨੇ ਕੀਤਾ ਤੇ ਕਿਉਂ ਕੀਤਾ, ਉਹਦਾ ਜਵਾਬ ਜ਼ਰੂਰ ਚਾਹੀਦਾ ਹੈਗਾ। ਤੇ ਦੂਜੀ ਗੱਲ ਇਹ ਹੈ ਕਿ ਅਸੀਂ ਗੱਲਬਾਤ ਕਰਦੇ ਸੀ ਸਮਾਲ ਬਿਜ਼ਨੈਸਿਸ ਦੀ, ਕਿ ਜਿਹੜੇ ਲੋਕ ਘਰਾਂ ਤੋਂ ਕੰਮ ਕਰਦੇ ਨੇ, ਜਿਨ੍ਹਾਂ ਦੇ ਕੋਲ ਤਾਂ ਲਾਇਸੈਂਸ ਆ ਪ੍ਰੋਪਰ ਘਰਾਂ ਤੋਂ ਕੰਮ ਕਰਦੇ ਆ, ਜ਼ਰੂਰ ਕਰਨਾ ਚਾਹੀਦਾ ਉਹਨਾਂ ਨੂੰ। ਇਹ ਤਾਂ ਆਪਾਂ ਇੰਡੀਆ ਤੋਂ ਹੀ ਆਏ ਹੋਏ। ਇੰਡੀਆ 'ਚ ਜਦੋਂ ਕੋਈ ਬਿਮਾਰ ਹੋ ਜਾਂਦਾ ਸੀਗਾ ਡਾਕਟਰ ਝੋਲਾ ਲੈ ਕੇ ਆ ਕੇ ਆਏ ਜੇ ਬਹਿੰਦਾ, ਪਤਾ ਉਹਨੂੰ ਹੁੰਦਾ ਨਹੀਂ ਸੀਗਾ। ਉਹ ਪਤਾ ਨਹੀਂ ਜੇ ਹਾਂ ਜੀ ਟੀਕਾ ਲਾ ਦਈਏ ਵੀ ਡਾਕਟਰ ਮੈਂ ਆ ਕਿ ਤੂੰ ਆ, ਵੀ ਤੈਨੂੰ ਤਾਂ ਸਦਾ ਮੈਂ ਬਿਮਾਰ ਆ, ਲਾ ਦਈਏ ਫਿਰ ਟੀਕਾ ਵਧੀਆ ਲਾ ਦਈਏ ਵੀ ਹੁਣ ਯਾਰ ਬੁਖਾਰ ਚੜਿਆ ਵਧੀਆ ਹੀ ਲਵਾਉਣਾ ਵਾ। ਉਹੀ ਆਪਾਂ ਇੱਥੇ ਆਏ ਹੋਏ ਹਾਂ, ਸੇਮ ਉਹੀ ਸਟੋਰੀ ਆ ਸਾਰੀ। ਜਿਹੜੇ ਭੈਣ ਜੀ ਪਹਿਲਾਂ ਕਹਿੰਦੇ ਸੀ ਨਾ ਵੀ ਸਾਡੇ ਅਸੀਂ ਵੀ ਘਰਾਂ ਦੇ ਵਿੱਚ ਰੈਂਟ ਦਿੰਦੇ ਹਾਂ, ਬੇਸਮੈਂਟਾਂ ਦਾ ਸਾਡੀ ਬੇਸਮੈਂਟ ਦੇ ਵਿੱਚ ਕਰਿਆ ਹੋਇਆ, ਸਾਡਾ 1200 ਰੈਂਟ ਵੀ ਆ। ਉਹਨਾਂ ਨੇ ਜਿਹੜੇ ਪਹਿਲਾਂ ਰੂਪਾ ਜੀ ਨੇ ਗੱਲ ਕੀਤੀ, ਉਹਨਾਂ ਨੇ ਇਹ ਨਹੀਂ ਕੀਤੀ ਵੀ ਜਿਹੜੇ ਘਰਾਂ 'ਚ ਇਲੀਗਲ ਕਰਦੇ ਆ ਉਹਨਾਂ ਦੀ ਗੱਲ ਕੀਤੀ। ਉਹਨਾਂ ਨੇ ਜਿਹੜੇ ਝੋਲਾ ਛਾਪ ਆ, ਜਿਹੜੇ ਇੰਡੀਆ ਬਿਊਟੀ ਪਾਰਲਰ ਸੀ ਕਿਸੇ ਦਾ ਜਾਂ ਇੰਡੀਆ ਕੋਈ ਬੁਟੀਕ ਸੀ, ਜਿਨ੍ਹਾਂ ਨੇ ਇੱਥੇ ਆ ਕੇ ਘਰਾਂ ਦੇ ਵਿੱਚ ਜਿਹਨਾਂ ਨੇ 6-6 ਮਹੀਨਿਆਂ ਦੇ ਬੀਜਨ ਵੀ 6 ਮਹੀਨੇ ਹੀ ਕੰਮ ਕਰ ਲਓ। ਕਈ ਹੁੰਦੇ ਨਾ ਲੰਬੜਦਾਰ, ਹਰੇਕ ਘਰ ਦੇ ਵਿੱਚ ਇੱਕ ਅੱਧਾ ਲੰਬੜਦਾਰ ਹੁੰਦਾ, ਵੱਲਾ ਕੱਪੜੇ ਸੋਹਣ ਕੱਪੜਿਆਂ ਤੈਨੂੰ ਮੈਂ ਵਾਧੂ ਲਿਆ ਦੂੰ, ਤੂੰ ਮਾੜਾ ਜਿਹਾ ਮਸ਼ੀਨ ਰੱਖ ਸਹੀ ਇੱਥੇ, $17 ਦੀ ਮਸ਼ੀਨ ਆ ਜਾਂਦੀ ਹੈ, 25 ਸੈਂਟ ਦੀ ਰੀਲ ਆ ਜਾਂਦੀ, ਜਿੰਨੇ ਮਰਜ਼ੀ ਸੂਟ ਸਿਓ ਸਿੱਟੀ ਜਾਓ। ਸੋ ਉਹਨਾਂ ਨੇ ਕੋਈ ਰੈਂਟ ਨਹੀਂ ਦੇਣਾ ਹੁੰਦਾ, ਕੋਈ ਕੁਛ ਨਹੀਂ ਕਰਨਾ ਹੁੰਦਾ। ਸੋ ਉਹ ਮੇਨ ਮੁੱਦਾ ਉਹਨਾਂ ਨੇ ਉਹ ਚੁੱਕਿਆ ਸੀ ਇਸ ਗੱਲ ਤੇ ਜੀ। ਸੋ ਬਿਲਕੁਲ ਅਸੀਂ ਇਹੀ ਚਾਹਾਂਗੇ। ਸਾਡੇ ਨਾਲ ਕਾਲਰ ਫਿਰ ਤੋਂ ਜੁੜ ਚੁੱਕੇ ਨੇ ਜੀ, ਇਹਨਾਂ ਦੇ ਨਾਲ ਗੱਲ ਕਰਦੇ ਹਾਂ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ।
ਹੈਲੋ, ਹਾਂਜੀ। ਇਹ ਹੁਣ ਜਦੋਂ ਸ਼ਾਪਸ ਖੁੱਲੀਆਂ ਨੇ, ਹਰ ਸ਼ਾਪਸ ਵਾਲੇ ਨੇ ਅੱਗੇ ਮਾਸਕ ਰੱਖ ਦਿੱਤੇ, ਅੱਗੇ ਗਲਵ ਰੱਖ ਦਿੱਤੇ ਜੀ। ਗਲਵ ਪਾ ਕੇ ਜਾਓ, ਮਾਸਕ ਪਾ ਕੇ ਜਾਓ ਜੀ। ਤੇ ਜਿਹੜੇ ਘਰਾਂ 'ਚ ਕੈਸ਼ ਦੇ ਬਿਜ਼ਨਸ ਚੱਲਣ ਡਏ, ਉੱਥੇ ਗਲਵ ਮਾਸਕ ਕਿੱਥੇ ਆ? ਕੌਣ ਚੈੱਕ ਕਰ ਰਿਹਾ ਆ? ਜੀ, ਉਹ ਵੀ ਤੇ ਦੇਖੋ ਨਾ ਤੁਸੀਂ। ਜੀ, ਉਹ ਕਿੱਥੇ ਚੈੱਕ ਕਰ ਰਿਹਾ? ਉੱਥੇ ਕਰੋਨਾ ਨਹੀਂ ਫੈਲੂਗਾ। ਜੀ, ਦੁਕਾਨਾਂ ਵੇਲੇ ਕਰੋਨਾ ਫੈਲਣ ਡਿਆ, ਜਿਹੜੇ ਘਰਾਂ 'ਚ ਕੰਮ ਹੋ ਰਹੇ ਉਹਨਾਂ ਵੇਲੇ ਕਰੋਨਾ ਨਹੀਂ ਫੈਲ ਰਿਹਾ। ਸਪੋਜ਼ ਜੇ ਕੋਈ ਕਰੋਨਾ ਵਾਲਾ ਮਰੀਜ਼ ਹੈ, ਉਹ 10 ਸਟੂਡੈਂਟਸ ਨੂੰ ਟਿਫਨ ਸਰਵਿਸ ਦੇ ਰਿਹਾ ਆ, ਉਹ 10 ਸਟੂਡੈਂਟਸ ਨਾਲ ਇਫੈਕਟ ਹੋਊਗੇ। ਬਿਲਕੁਲ ਜੀ। ਉਹ ਨਹੀਂ ਗਵਰਨਮੈਂਟ ਧਿਆਨ ਦੇ ਰਹੀ। ਉੱਥੇ ਗਵਰਨਮੈਂਟ ਕਿੱਥੇ ਗਈ ਆ ਉਸ ਵੇਲੇ? ਜੀ, ਇਹ ਸਾਰਾ ਗਵਰਨਮੈਂਟ ਨੂੰ ਚੈੱਕ ਕਰਨਾ ਚਾਹੀਦਾ ਜਿਸ ਹਿਸਾਬ COVID-19 ਆ। ਮੈਂ ਕੋਈ ਬਿਜ਼ਨਸ COVID-19 ਦੇ ਵਿੱਚ ਘਰ ਦਾ ਬਿਜ਼ਨਸ ਮੈਂ ਨਹੀਂ ਬੰਦ ਹੁੰਦੇ ਦੇਖਿਆ ਜੀ। ਸ਼ਾਪਸ ਬੰਦ ਹੁੰਦੇ ਦੇਖੀਆਂ 6 ਵੀਕ 2 ਮਹੀਨੇ, ਘਰ ਦਾ ਬਿਜ਼ਨਸ ਮੈਂ ਕੋਈ ਬੰਦ ਹੁੰਦੇ ਨਹੀਂ ਵੇਖਿਆ। ਬਿਲਕੁਲ ਜੀ। ਸਾਰੇ ਬਿਜ਼ਨਸ ਉਸੇ ਤਰ੍ਹਾਂ ਚੱਲੇ ਆ ਜੀ। ਹਾਂਜੀ, ਥੈਂਕ ਯੂ ਜੀ ਤੁਹਾਡਾ, ਥੈਂਕ ਯੂ ਜੀ, ਥੈਂਕ ਯੂ ਜੀ। ਤੇ ਸੋ ਬਿਲਕੁਲ ਕਈ ਪਾਰਲਰ ਵਾਲਿਆਂ ਨੇ ਵੀ, ਦੂਜਿਆਂ ਨੇ ਸਾਰਿਆਂ ਨੇ ਗੱਲ ਕੀਤੀ ਵੀ ਤੁਸੀਂ ਨਾ 5-7 ਮਾਮੇ ਭੂਆ ਦੇ ਮੁੰਡੇ ਇਕੱਠੇ ਹੋ ਕੇ ਤੁਸੀਂ 10 ਕੁ ਜਾਣੇ ਹੋ ਜਾਓ, ਮੈਂ ਹੁਣੀ ਝੋਲਾ ਲੈ ਕੇ ਆਇਆ ਤੇ 8 ਵਜੇ ਤੋਂ ਬਾਅਦ ਨਾਲੇ ਤਾਂ ਕੜੀ ਜਿਹੀ ਚਾਹ ਬਣਾ ਕੇ ਰੱਖਿਓ, ਨਾਲੇ ਪਹਿਲਾਂ ਚਾਹ ਪੀਓ, ਫਿਰ ਗਲਾਸੀ ਲਾਵਾਂਗੇ ਤੇ ਨਾਲੇ ਤੁਹਾਡੇ ਵਾਲ ਕੱਟ ਜਾਣਗੇ। ਪਰ $20 ਦੀ ਜਗ੍ਹਾ ਲਵਾਂਗੇ $30। ਉਹ ਕਹਿੰਦੇ ਭਰਾਵਾ ਤੂੰ 40 ਲੈ ਲਈ, ਸਾਡੇ ਤਾਂ ਬੁਰਾ ਹਾਲ ਹੋਵੇ, ਸਾਡੇ ਤਾਂ ਪੈਰਾਂ ਤੱਕ ਆਉਣ ਵਾਲੇ ਹੋਏ ਪਏ ਨੇ। ਪਰ ਇੱਕ ਗੱਲ ਆ, ਲੋਕਡਾਊਨ 'ਚ ਮੈਨੂੰ ਬੜਾ ਐਕਸਪੀਰੀਅੰਸ ਹੋਇਆ ਤੁਹਾਡੀ ਗੰਜ ਕੱਢਣ ਦਾ, ਆਪਣੇ ਘਰੇ ਸਾਰਿਆਂ ਦੇ ਵਾਲ ਬੂਲ ਕੱਟਣ ਦਾ ਨਾ, ਤੇ ਮੈਨੂੰ ਐਕਸਪੀਰੀਅੰਸ ਹੋ ਗਿਆ। ਮੈਂ ਬੜਾ ਹੱਥ ਅਜਮਾ ਕੇ ਦੇਖਿਆ ਮਸ਼ੀਨਾਂ ਤੇ, ਹੈ ਨਾ। ਮੈਂ ਵੀ ਬਥੇਰੇ ਗੰਜੇ ਕਰੇ ਨੇ, ਮੈਂ ਵੀ ਕਈ ਗੰਜੇ ਕਰੇ ਨੇ, ਆਪਣੇ ਇੱਥੇ ਵੀ ਸਟੂਡੀਓ 'ਚ ਵੀ ਕਈ ਗੰਜੇ ਕਰੇ ਨੇ। ਮੈਂ ਕਹਿੰਦੇ ਕੋਠੇ ਚੜ ਕੇ ਦੇਖ ਡਾਰ ਰੋਡਿਆਂ ਦੀ ਆਈ, ਸੋ ਰੋਡੇ ਫੇਰਨ ਡਏ ਆ। ਇੱਕ ਤਾਂ ਮੰਨੇ ਹੀ ਨਾ, ਉਹ ਮੰਨਿਆ ਨਹੀਂ, ਮੈਂ ਉਹਨੂੰ ਐਸਾ ਕਿਹਾ, ਸਰਾਫ ਦਿੱਤਾ, ਉਹਦੇ ਮਸ਼ੀਨ ਸਿਰ ਵਿਚਾਲੇ ਦੀ ਲੰਘ ਗਈ। ਉਹ ਆਪਣੇ ਇੱਥੇ ਹੀ ਆ ਉਹ ਮੁੰਡਾ ਵੀ, ਅੰਦਰਲੀਆਂ ਗੱਲਾਂ ਬਾਹਰ ਨਹੀਂ ਲਿਆਉਣੀਆਂ। ਪਰ ਅਸੀਂ ਇੱਕ ਗੱਲ ਜ਼ਰੂਰ ਕਵਾਂਗੇ, ਸਾਡੀ ਦੇਖੋ ਜਦੋਂ ਅਸੀਂ ਬੀਇੰਗ ਇਨ ਮੀਡੀਆ ਹੁੰਨੇ ਆ, ਸਾਡਾ ਫਰਜ਼ ਬਣਦਾ ਕਿ ਅਸੀਂ ਜੋ ਗਲਤ ਹੋ ਰਿਹਾ ਕਮਿਊਨਿਟੀ 'ਚ ਉਹਨੂੰ ਤੁਹਾਡੇ ਅੱਗੇ ਲੈ ਕੇ ਆਈਏ। ਸੋ ਗਲਤ ਕਰਦਾ ਕੌਣ ਆ? ਸਾਨੂੰ ਪਤਾ ਹੁੰਦਾ ਕੌਣ ਕਰਦਾ ਗਲਤ, ਅਸੀਂ ਕਿਤੇ ਨਾ ਕਿਤੇ ਉਹਨਾਂ ਗਲਤ ਨੂੰ ਪ੍ਰਮੋਟ ਵੀ ਅਸੀਂ ਕਰਦੇ ਹਾਂ। ਸੋ ਜੇ ਹੁਣ ਕੈਸ਼ ਤੇ ਆ ਕੇ ਲੋਕੀ ਵਿਜ਼ਿਟਰ ਆਉਂਦੇ ਹੈਗੇ ਆ, ਤੇ ਵਿਜ਼ਿਟ ਕਰਕੇ ਘੁੰਮ ਫਿਰ ਕੇ ਤੁਸੀਂ ਆਪਣੇ ਘਰਾਂ ਨੂੰ ਜਾਓ। ਜੇ ਵਿਜ਼ਿਟਰ ਕੈਸ਼ ਕਰਦੇ ਆ ਤੇ ਉਹਨਾਂ ਨੂੰ ਕੈਸ਼ ਕੰਮ ਦਿੰਦਾ ਕੌਣ ਆ? ਜਿਹੜੇ ਬਿਜ਼ਨਸ ਦਿੰਦੇ ਹੈਗੇ ਆ, ਫਿਰ ਉਹ ਵੀ ਓਨੀ ਗਲਤੀ ਕਰਦੇ ਹੈਗੇ ਆ, ਉਹ ਵੀ ਓਨੇ ਕ੍ਰਾਈਮ ਕਰਦੇ ਆ ਜਿੰਨਾ ਉਹ ਕਰਦੇ ਆ, ਓਨੀ ਗਲਤੀ ਉਹ ਕਰਦੇ ਆ। ਸੋ ਜਿਹੜੇ ਲੋਕ ਪਰੇਸ਼ਾਨ ਹੁੰਦੇ ਆ, ਜਿਹੜੇ ਲੋਕ ਮੀਡੀਆ ਤੱਕ ਪਹੁੰਚ ਕਰਦੇ ਆ ਕਿ ਇਹ ਲੋਕ ਇਦਾਂ ਕਰਦੇ ਆ, ਤੇ ਉਹ ਕਿਉਂ ਨਹੀਂ ਸਿੰਪਲ ਜਾ ਕੇ ਸਿਟੀ 'ਚ ਕੰਪਲੇਂਟ ਕਰਦੇ? ਤੁਸੀਂ ਦੇਖਦੇ ਆ ਕੁਝ ਗਲਤ ਹੁੰਦਾ ਤੇ ਤੁਸੀਂ ਕੰਪਲੇਂਟ ਕਰੋ। ਅੱਜ ਕੱਲ੍ਹ ਤਾਂ ਹਰ ਇੱਕ ਦੇ ਹੱਥ 'ਚ ਫੋਨ ਹੈਗੇ ਆ, ਸਾਰੀ ਇਨਫੋਰਮੇਸ਼ਨ ਆਨਲਾਈਨ ਆ, ਕੰਪਲੇਂਟ ਕਰੋ। ਜੇ 1 2 4 ਬੰਦੇ ਇਦਾਂ ਫੜ ਹੋ ਕੇ ਜਾਣਗੇ, ਬਾਕੀ ਦਿਆਂ ਨੂੰ ਪਿੱਛੋਂ ਪਤਾ ਲੱਗੂ ਬਿਜ਼ਨਸ ਵਾਕਿਆ ਹੀ ਬਹੁਤ ਸਫਰ ਕਰ ਰਹੇ ਹੈਗੇ ਆ। ਕੰਪਲੇਂਟਾਂ ਤਾਂ ਇੱਥੇ ਇਹ ਆ ਜੀ, ਜੇ ਹੁਣ ਲਾ ਲਓ ਵੀ ਆਪਾਂ ਘਰ ਐਕਸਟੈਂਡ ਕਰਦੇ ਆ, ਉਹ ਘਰ ਐਕਸਟੈਂਡ ਨਹੀਂ ਕਰ ਸਕਦੇ ਬਿਨਾਂ ਪਰਮਿਟ ਤੋਂ। ਪਰਮਿਟ ਲੈਣਾ, ਉਹ 'ਚ 20 ਕੁਛ ਕਰਨਾ ਪੈਂਦਾ ਵੀ ਤੁਸੀਂ ਆਹ ਕਰੋ, ਇਲੈਕਟ੍ਰੀਸ਼ੀਅਨ ਇਹ ਹੋਣਾ ਚਾਹੀਦਾ, ਉਹ ਸਾਰਾ ਕੁਛ ਕਰਦੇ ਆ। ਪਰ ਫਰਾਈਡੇ ਜਦੋਂ ਸਿਟੀ ਹਾਲ ਬੰਦ ਹੋ ਜਾਂਦਾ, ਉਦੋਂ ਕੰਮ ਸਟਾਰਟ ਕਰ ਲੈਂਦੇ ਆ, ਉਦੋਂ ਕੋਈ ਕੰਪਲੇਂਟ ਨਹੀਂ ਜਾਂਦੀ। ਜਦੋਂ ਮੰਡੇ ਤੱਕ ਇੰਸਪੈਕਟਰ ਆਉਂਦਾ, ਉਦੋਂ ਤੱਕ ਘਰ ਰੈਡੀ ਹੋਇਆ ਪਿਆ ਹੁੰਦਾ। ਹੁਣ ਸਾਨੂੰ ਬਹੁਤ ਜਾਣੇ ਕਹਿੰਦੇ ਆ ਕਿ ਤੁਸੀਂ ਇਹਦੇ ਤੇ ਗੱਲਬਾਤ ਕਰਿਆ ਕਰੋ, ਲੈ ਕੇ ਆਇਆ ਕਰੋ। ਪਰ ਗੱਲ ਇਹ ਆ ਨਾ, ਹੁਣ ਸਾਰੇ ਜਾਣੇ ਆਪੋ ਆਪਣੇ ਵਿਚਾਰ ਤਾਂ ਤੁਸੀਂ ਰੱਖ ਜਾਂਦੇ ਆ, ਪਰ ਕਿਸੇ ਇੱਕ ਨੇ ਕਿਸੇ ਬਿਜ਼ਨਸ ਦਾ ਨਾਂ ਲਿਆ ਕਿ ਫਲਾਨੇ ਬਿਜ਼ਨਸ ਤੇ ਇੰਨੇ ਬੰਦੇ ਕੈਸ਼ ਕੰਮ ਕਰਦੇ ਆ ਜੀ, ਉੱਥੇ ਕਦੀ ਕਿਸੇ ਨੇ ਕੰਪਲੇਂਟ ਕੀਤੀ? CBSA ਨੂੰ ਕਿਸੇ ਨੇ ਕੰਪਲੇਂਟ ਕੀਤੀ? ਜਾਂ ਕਿਸੇ ਨੇ ਦੱਸਿਆ ਵੀ ਕਿਸੇ ਕੰਮ ਦੇ ਉੱਤੇ ਕੋਈ ਕੈਸ਼ ਕੰਮ ਕਰ ਰਿਹਾ, ਜਾ ਕੇ ਕੰਮ ਵਾਲੇ ਨੂੰ ਕਿੰਤੂ ਪ੍ਰੰਤੂ ਕੀਤੀ ਵੀ ਭਾਈ ਤੇਰੇ ਬੀਬੀਆਂ $800 ਦੇ ਉੱਤੇ ਕੰਮ ਕਰ ਰਹੀਆਂ ਹੈਗੀਆਂ? ਗਿੱਟੇ ਸੇ ਭੂਤ ਨਿਕਾਲਣੇ ਵਾਲੇ ਵੀ ਇਹੋ ਜਿਹੇ ਨੇ ਸਾਰੇ, ਹੈ ਨਾ। ਤੇ ਦੂਜੇ ਪਾਸੇ ਗੱਲ ਇਹ ਹੈਗੀ ਆ ਰਫਤਾਰ ਜੀ, ਜਦੋਂ ਅਸੀਂ ਗੱਲ ਕਰਦੇ ਆ ਕਿ ਬਿਜ਼ਨਸਮੈਨ ਵੀ ਉਹਨੇ ਗਲਤੀ ਦੇ ਹੈਗੇ ਆ। ਜੇ ਹੁਣ ਘਰਾਂ ਤੋਂ ਟਿਫਨ ਬਣ ਕੇ ਲੋਕੀ ਬਾਹਰ ਦੇ ਰਹੇ ਹੈਗੇ ਆ $200-250 ਮਹੀਨੇ ਦਾ, ਤੇ ਗੱਲ ਕਰੋ ਕਿਸੇ ਰੈਸਟੋਰੈਂਟ ਤੋਂ ਤੁਸੀਂ ਟਿਫਨ ਲਿਆ ਆ, ਕੱਲ ਨੂੰ ਤੁਹਾਨੂੰ ਕੋਈ ਗਲਤੀ ਆ, ਫੂਡ ਪੋਇਜ਼ਨਿੰਗ ਹੋ ਗਈ, ਰੱਬ ਨਾ ਕਰੇ, ਖਾਣੇ ਦੇ ਵਿੱਚ ਕੁਝ ਤੁਹਾਨੂੰ ਗਲਤ ਖਾ ਲਿਆ ਜਾਂ ਖਰਾਬ ਫੂਡ ਆ ਗਿਆ, ਤੁਸੀਂ ਬਿਮਾਰ ਹੋ ਗਏ, ਤੁਸੀਂ ਗੱਲ ਕਰ ਸਕਦੇ ਰੈਸਟੋਰੈਂਟ ਨਾਲ ਵੀ ਭਾਈ ਤੁਹਾਡਾ ਖਾਣਾ ਮੈਂ ਖਾਧਾ ਸੀ, ਤੁਸੀਂ ਕਿਸੇ ਦੇ ਘਰੋਂ ਮੰਗਾ ਕੇ ਖਾ ਰਹੇ ਹੈਗੇ ਆ, ਕਿੰਨਾ ਕੁ ਸੇਫ ਆ? COVID-19 ਦੇ ਵਿੱਚ ਵੀ ਚੱਲ ਰਹੇ ਹੈਗੇ ਲੋਕੀ ਗਰਾਜਾਂ 'ਚ ਆਪਣਾ ਗਰਾਜ ਦੇ ਵਿੱਚ ਬਣਾ ਕੇ, ਬੇਸਮੈਂਟਾਂ ਦੇ ਵਿੱਚ ਕੀਤਾ ਹੋਇਆ, ਉਹ ਰੋਟੀ ਬਣਾਉਂਦੇ ਆ, ਪਲੇਟ ਥੱਲੋਂ ਦੀ ਡੋਰ ਥੱਲੋਂ ਦੀ ਕੱਢਦੇ, ਉਧਰੋਂ ਚੱਕ ਲੈਂਦੇ ਆ। ਸੋ ਇਹ ਗੱਲਾਂ ਸਾਰੀਆਂ ਸਾਨੂੰ ਕਰਨੀਆਂ ਚਾਹੀਦੀਆਂ। ਜਦੋਂ ਅਸੀਂ ਕਹਿੰਦੇ ਮੀਡੀਆ ਕੁਛ ਕਰੇ ਤੇ ਬੇਸਮੈਂਟਾਂ ਦੇ ਰੈਂਟ ਇੰਨੇ ਜ਼ਿਆਦਾ ਵਧੇ ਆ। ਹੁਣ ਲੋਕੀ ਕਹਿੰਦੇ ਅੱਗੇ 5 ਲੱਖ ਦਾ ਘਰ ਸੀ, ਹੁਣ ਮਿਲੀਅਨ ਦਾ ਹੋ ਗਿਆ ਜੀ, ਖਰਚੇ ਵੱਧ ਗਏ। ਤੇ ਪਰ ਗੱਲ ਇਹ ਦੇਖਿਆ ਜਾਵੇ ਕਿ ਬੇਸਮੈਂਟਾਂ ਜੇ ਉਹਦੇ ਰੈਂਟ ਵੱਧ ਰਹੇ ਹੈਗੇ ਆ, ਤੇ ਮੂਹਰੇ ਕੰਮਾਂ ਦਾ ਵੀ ਦੇਖੋ ਨਾ, ਰਹਿੰਦੇ ਕੌਣ ਆ, ਵਧਾ ਕੌਣ ਰਿਹਾ ਹੈਗਾ। ਇਹਨਾਂ ਸਾਰੀਆਂ ਗੱਲਾਂ ਨੂੰ ਸਾਨੂੰ ਦੇਖਣਾ ਚਾਹੀਦਾ। ਪਰ ਜੇ ਤੁਸੀਂ ਚਾਹੁੰਦੇ ਆ ਕਿ ਵਾਕਿਆ ਹੀ ਇਹ ਸਾਰਾ ਕੁਝ ਇੱਦਾਂ ਸੁਧਰਨਾ ਚਾਹੀਦਾ, ਅਸੀਂ ਤੇ ਪੰਜਾਬ ਹੀ ਬਣਾ ਲਿਆ, ਜਿੱਥੇ ਜੀ ਕਰਦਾ ਅਸੀਂ ਬੋਰਡ ਲਾ ਕੇ ਬਿਜ਼ਨਸ ਸ਼ੁਰੂ ਕਰ ਲੈਂਦੇ ਆ। ਆ ਜਿਹੜੇ ਹੱਥ ਦੇਖਣ ਵਾਲੇ ਆ, ਪਤਾ ਨਹੀਂ ਕਿੰਨੇ ਕਾਰਡ ਦਿੰਦੇ ਫਿਰਦੇ ਆ, ਕਿੰਨੇ ਥਾਵਾਂ ਤੇ ਕਾਰਡ ਦਿੰਦੇ ਫਿਰਦੇ ਆ, ਇਹ ਲੋਕਾਂ ਨੂੰ ਲੁੱਟਦੇ ਫਿਰਦੇ ਆ। ਇਹ ਲੁੱਟ ਖਸੁੱਟ ਬੰਦ ਹੋਣੀ ਚਾਹੀਦੀ ਆ। ਫਿਰ ਤਾਂ ਅਸੀਂ ਪੰਜਾਬ 'ਚ ਹੀ ਰਹਿ ਲੈਂਦੇ ਆ, ਫਾਇਦਾ ਹੀ ਕੋਈ ਨਹੀਂ ਸਾਨੂੰ ਇੱਥੇ ਰਹਿਣ ਦਾ, ਜੇ ਅਸੀਂ ਆਹ ਕੁਛ ਹੀ ਇੱਥੇ ਆ ਕੇ ਵੀ ਕਰਨਾ। ਸੋ ਇਹ ਸੀ ਜੀ ਅੱਜ ਸਾਡਾ ਗੱਲਾਂ ਖਰੀਆਂ
ਤੇ ਰਫਤਾਰ ਜੀ ਤੁਹਾਨੂੰ ਬੋਲਣ ਦਾ ਘੱਟ ਮੌਕਾ ਮਿਲਿਆ, ਤੁਸੀਂ ਅੱਜ ਕੁਝ ਠੀਕ ਜਿਹਾ ਵੀ ਨਹੀਂ ਸੀ ਫੀਲ ਕਰਦੇ? ਸਿਰ ਜਿਹਾ ਦੁਖਦਾ ਸੀ। ਵਧੀਆ ਤੁਸੀਂ। ਤੇ ਅਗਲੀ ਵਾਰ ਅਸੀਂ ਰਫਤਾਰ ਨੂੰ ਜ਼ਿਆਦਾ ਸਮਾਂ ਦੇਵਾਂਗੇ, ਸੋ ਅਗਲੀ ਵਾਰ ਤੱਕ ਤੁਸੀਂ ਰੱਖਿਓ ਸਾਰੇ ਆਪਣਾ ਖਿਆਲ। ਪਰ ਮੇਰੀ ਕੱਲ ਤੁਹਾਡੇ ਨਾਲ ਮੁਲਾਕਾਤ ਹੋਊਗੀ। ਮੇਰੇ ਸ਼ੋਅ ਦੇ ਵਿੱਚ ਗਿਆਨੀ ਨਰਿੰਦਰ ਸਿੰਘ ਜੀ ਆ ਰਹੇ ਨੇ ਦੂਖਨਿਵਾਰਨ ਗੁਰਦੁਆਰਾ ਸਾਹਿਬ ਤੋਂ। ਬਹੁਤ ਹੀ ਵਧੀਆ ਇੱਕ ਸਾਡੀ ਆਪਣੀ ਕਮਿਊਨਿਟੀ ਦਾ ਸ਼ਲਾਘਾਯੋਗ ਕਦਮ ਜਿਹੜਾ ਉਹਨਾਂ ਨੇ ਚੱਕਿਆ, ਔਰ ਬੜੇ ਮਾਣ ਨਾਲ ਕਹਿਣ ਨੂੰ ਵੀ ਦਿਲ ਕਰਦਾ ਤੇ ਬੜਾ ਮਾਣ ਜਿਹਾ ਮਹਿਸੂਸ ਹੁੰਦਾ ਕਿ ਪੰਜਾਬੀਆਂ ਨੇ ਆਪਣੀ ਕਹਿ ਲਓ ਕਿ ਫੂਡ ਬੈਂਕ ਖੋਲ੍ਹ ਦਿੱਤੀ ਹੈ, ਔਰ ਉੱਥੋਂ ਆ ਕੇ ਕਿਸੇ ਵੀ ਧਰਮ ਦਾ, ਕਿਸੇ ਵੀ ਨੇਸ਼ਨ ਦਾ ਕੋਈ ਵੀ ਆ ਕੇ ਉੱਥੋਂ ਖਾਣਾ ਲਿਜਾ ਸਕਦਾ। ਸੋ ਕਿੱਥੇ ਖੋਲ੍ਹੀ ਆ, ਕੀ ਨਾਂ ਰੱਖਿਆ ਗਿਆ, ਇਹ ਸਾਰੀਆਂ ਗੱਲਾਂ ਕੱਲ੍ਹ ਗਿਆਨੀ ਨਰਿੰਦਰ ਸਿੰਘ ਹੋਣਾ ਨਾਲ ਕਰਾਂਗੇ। ਸੋ ਤੁਸੀਂ 7 ਤੋਂ 8 ਮੇਰਾ ਸ਼ੋਅ ਦੇਖਣਾ ਨਾ ਭੁੱਲਣਾ। ਜਿੰਨਾ ਤੁਸੀਂ ਬੋਲਦੇ ਆ, ਜਿੰਨਾ ਤੁਸੀਂ ਤੁਰਦੇ ਹੋਵੋ ਨਾ, ਤਾਂ ਮੈਨੂੰ ਲੱਗਦਾ ਵੀ ਦੁਨੀਆ 70-72 ਗੇੜੇ ਪੂਰੇ ਹੋਏ ਹੋਣੇ ਸੀਗੇ ਹੁਣ ਨੂੰ। ਸੋ ਅਗਲੇ ਮੰਗਲਵਾਰ ਫੇਰ ਮਿਲਦੇ ਆ, ਤਦ ਤੱਕ ਤੁਸੀਂ ਰੱਖਿਓ ਆਪਣਾ ਖਿਆਲ। ਸਾਡੇ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ।